ਆਪਾਂ ਇਹ ਆਰਡੀਨੈਂਸ ਦੀ ਗੱਲ ਤਾਂ ਬਾਅਦ 'ਚ ਕਰਾਂਗੇ। ਮੇਰੇ ਖਿਆਲ ਇੱਥੇ ਜਿੰਨੇ ਅਸੀਂ ਸਾਥੀ ਖੜੇ ਕਈਆਂ ਦੇ ਪੜ੍ਹੇ ਹੀ ਨਹੀਂ ਹੋਣੇ ਆਰਡੀਨੈਂਸ ਹੈ ਕੀ, ਤੇ ਆਪਾਂ ਉਹਨਾਂ ਦੇ ਹੱਕ 'ਚ ਬੋਲੀ ਜਾਂਦੇ, ਕਈ ਉਹਦੇ ਖਿਲਾਫ ਬੋਲੀ ਜਾਂਦੇ। ਕਈਆਂ ਦੇ ਪੜ੍ਹੇ ਹੀ ਨਹੀਂ ਹੋਣੇ ਆਰਡੀਨੈਂਸ ਹੈ ਕੀ, ਕਈਆਂ ਦੇ ਪੜ੍ਹੇ ਹੀ ਨਹੀਂ ਹੋਣੇ ਆਰਡੀਨੈਂਸ ਹੈ ਕੀ, ਕਈਆਂ ਦੇ ਪੜ੍ਹੇ ਹੀ ਨਹੀਂ ਹੋਣੇ ਆਰਡੀਨੈਂਸ ਹੈ ਕੀ। ਇਹ ਜੋ ਤਿੰਨੇ ਆਰਡੀਨੈਂਸ ਆਏ ਨੇ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਮਨਸ਼ਾ ਦੇ ਨਾਲ ਇਹ ਲਿਆਂਦੇ ਗਏ ਨੇ। ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਮਨਸ਼ਾ ਦੇ ਨਾਲ ਇਹ ਲਿਆਂਦੇ ਗਏ ਨੇ। ਔਰ ਜਿਹੜੇ ਬੰਦੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਉਹਨਾਂ ਨੂੰ ਇਹ ਭੈਣ ਜੀ ਨੇ ਪੁੱਛ ਲਓ ਵੀ ਕਿੰਨੇ ਕਿਲੋ ਕਣਕ ਪੈਂਦੀ ਹੈ ਜੀ ਬੀਜ 1 ਕਿੱਲੇ ਦੀ। ਨਹੀਂ ਪਤਾ ਨਾ, ਨਹੀਂ ਪਤਾ ਨਾ, ਨਹੀਂ ਪਤਾ ਨਾ। ਇਹ ਬਿਲਕੁਲ ਕਿਸਾਨ ਦੇ ਨਾ ਹਿੱਤ ਦੇ ਵਿੱਚ ਹੈ, ਨਾ ਕੋਈ ਕਿਸਾਨ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਬਿੱਲ ਬਣਾਇਆ। ਇਹ ਸਿਰਫ ਇਹਨਾਂ ਦੇ ਜਿਹੜੇ ਦੋਸਤ, ਜਿਹੜੇ ਵਪਾਰੀ ਦੋਸਤ ਹੈ, ਜਿਹੜੇ ਕਿ ਚੰਦ ਘਰਾਣੇ ਆ, ਅਬਾਣੀ, ਅੰਡਾਣੀ, ਸਿਰਫ ਤੇ ਸਿਰਫ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਬਿੱਲ ਲੈ ਕੇ ਆ ਰਹੇ। ਨਰਮੇ ਦੀ ਐਮਐਸਪੀ ਮਿਲ ਜਾਂਦੀ ਆ? ਬਿਲਕੁਲ ਬਿਲਕੁਲ ਐਮਐਲਏ ਸਾਹਿਬ, ਮੈਂ ਤੁਹਾਨੂੰ ਗੱਲ ਦੱਸਦਾ, ਨਰਮ ਜਿਹੜੀਆਂ ਚੀਜ਼ਾਂ ਨੂੰ ਸਰਕਾਰ ਨਹੀਂ ਖਰੀਦੀ, ਪਹਿਲਾਂ ਤਾਂ ਇਹ ਸਾਰੇ ਆਹੀ ਤਾਂ ਬਿਮਾਰੀ ਹੈ ਇੱਥੇ, ਸਰਕਾਰੀ ਖਰੀਦ ਹੀ ਬੰਦ ਹੋ ਜਾਣੀ ਆ। ਇਹਨਾਂ ਲੋਕਾਂ ਨੇ ਜਿਹਦੀ ਗੱਲ ਕੀਤੀ ਵੀ ਉਹਨੂੰ ਬਚਾਵਾਂਗੇ ਉਸੇ ਨੂੰ ਮਾਰਿਆ। ਚੋਰ ਵੀ ਭਜਾ ਦੇ, ਮਤਲਬ ਚੋਰ ਵੀ ਭਜਾਤੇ, ਸਾਰਾ ਕੁਝ ਕਮਾਲ ਹੀ ਕਰਤੀ ਯਾਰ। ਐਡਾ ਕਾਲਾ ਕਾਨੂੰਨ ਉਹ ਯਾਰ ਕਿਹਦੇ ਵਾਸਤੇ ਬਣਾਇਆ, ਤੁਸੀਂ ਉਹਨੂੰ ਪੁੱਛ ਤਾਂ ਲਓ। ਅੱਜ ਮੋਦੀ ਨੇ ਦੇਤਾ ਉਹਨੂੰ ਬਾਈ ਜੀ, ਇਹ ਕਾਨੂੰਨ ਬਣਾ ਕੇ ਜੱਟ ਆਪਦੀ ਫਸਲ ਦਾ ਮੁੱਲ ਆਪ ਨਿਰਧਾਰਿਤ ਕਰੂਗਾ। ਕਿਉਂ ਰੌਲਾ ਪਾਇਆ? ਇਹਨੂੰ ਵੈਲਕਮ ਕਰੋ। ਐਮਐਸਪੀ ਦਿੱਤੀ ਕਿਹਨੇ? ਮੋਦੀ ਸਾਹਿਬ ਨੇ ਦਿੱਤੀ ਐਮਐਸਪੀ। ਅੱਜ ਤੋਂ ਪਹਿਲਾਂ ਕਿਹੜੀ ਐਮਐਸਪੀ ਮੰਡੀ ਚ? ਆਰਡੀਨੈਂਸ ਨੂੰ ਲੈ ਕੇ ਜਗ੍ਹਾ ਜਗ੍ਹਾ ਤੇ ਧਰਨਾ ਪ੍ਰਦਰਸ਼ਨ, ਪੁਤਲੇ ਫੂਕ ਦਾ ਪ੍ਰੋਸੈਸ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ। ਅੱਜ ਅਸੀਂ ਕੋਟਕਪੂਰਾ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬੁਲਾਇਆ। ਕਾਂਗਰਸ ਦੇ ਪਾਰਟੀ ਦੇ ਵੀ ਕੁਝ ਸੀਨੀਅਰ ਆਏ ਆ, ਆਮ ਆਦਮੀ ਪਾਰਟੀ ਦੇ ਐਮਐਲਏ ਕੁਲਤਾਰ ਸਿੰਘ ਸੰਧਮਾ ਆਏ ਆ, ਬੀਜੇਪੀ ਦੇ ਪੰਜਾਬ ਦੇ ਜਿਹੜੇ ਸੈਕਟਰੀ ਹੈਗੇ ਆ ਉਹ ਸਾਡੇ ਕੋਲ ਆਏ ਆ, ਹੋਰ ਵੀ ਸਾਡੇ ਨਾਲ ਕਾਫੀ ਜਿਹੜੇ ਹੈਗੇ ਆ। ਅਕਾਲੀਆਂ ਦੇ ਜਿਹੜੇ ਹੈਗੇ ਆ ਫਿਲਹਾਲ ਮੇਨ ਕੋਈ ਅਹੁਦੇਦਾਰ ਨਹੀਂ ਪਹੁੰਚਿਆਗਾ, ਅਸੀਂ ਉਹਨਾਂ ਦੀ ਵੀ ਵੇਟ ਕਰ ਰਹੇ ਹਾਂ। ਅਸੀਂ ਮੈਸੇਜ ਸਾਰਿਆਂ ਨੂੰ ਲਾਏ ਸੀਗੇ। ਸਭ ਤੋਂ ਪਹਿਲਾਂ ਅਸੀਂ ਸਾਡੇ ਨਾਲ ਸੁਨੀਤਾ ਗਰਗ ਸਾਡੇ ਨਾਲ ਜੁੜੇ, ਬੀਜੇਪੀ ਦੇ ਪੰਜਾਬ ਦੇ ਜਿਹੜੇ ਹੈਗੇ ਆ ਇਹ ਪ੍ਰੈਜ਼ੀਡੈਂਟ ਵੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਸੈਕਟਰੀ ਹੋ, ਆਰਡੀਨੈਂਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਪਏ ਹੋ? ਇਹ ਜੋ ਤਿੰਨੇ ਆਰਡੀਨੈਂਸ ਆਏ ਨੇ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਮਨਸ਼ਾ ਦੇ ਨਾਲ ਇਹ ਲਿਆਂਦੇ ਗਏ ਨੇ। ਕਿਸਾਨ ਨੂੰ ਆਪਣੀ ਫਸਲ ਆਪਣੀ ਮਰਜ਼ੀ ਨਾਲ, ਆਪਣੀ ਮਨਪਸੰਦ ਜਗ੍ਹਾ ਤੇ, ਆਪਣੇ ਮਨਪਸੰਦ ਰੇਟ ਤੇ ਜਿੱਥੇ ਮਰਜ਼ੀ ਵੇਚ ਸਕਦਾ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਸਤੇ ਉਹਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ, ਕੋਈ ਲਾਇਸੈਂਸ ਨਹੀਂ ਦੇਣਾ ਪਊਗਾ, ਤੇ ਉਹ ਆਪਣੀ ਫਸਲ ਵਨ ਨੇਸ਼ਨ ਵਨ ਮਾਰਕੀਟ ਦੇ ਵਿੱਚ ਕਿਤੇ ਮਰਜ਼ੀ ਲਿਆ ਸਕਦਾ ਹੈ। ਔਰ ਇਸ ਆਰਡੀਨੈਂਸ ਦੇ ਤਹਿਤ ਕਿਸਾਨ ਨੂੰ ਕੰਟਰੈਕਟ ਕਰਨ ਦਾ ਅਧਿਕਾਰ ਹੈ। ਜਿਵੇਂ ਪਹਿਲਾਂ ਕਾਂਗਰਸ ਦੇ ਸਮੇਂ ਤੇ ਪੈਪਸੀ ਕੰਪਨੀ ਕੰਟਰੈਕਟ ਕਰਕੇ ਭੱਜ ਗਈ ਸੀ, ਹੁਣ ਜਿਸ ਦੇ ਨਾਲ ਕਿਸਾਨ ਦਾ ਕੰਟਰੈਕਟ ਹੋ ਗਿਆ ਉਹ ਭੱਜ ਨਹੀਂ ਸਕਦਾ। ਔਰ ਆਪਣੀ ਜ਼ਮੀਨ ਨੂੰ ਜਿੰਨੀ ਮਰਜ਼ੀ ਦੇ ਠੇਕੇ ਤੇ ਦੇ ਉਹ ਆਪਣੀ ਜ਼ਮੀਨ ਦਾ ਮਾਲਕ ਆਪ ਬਣਿਆ ਰਹੇਗਾ। ਇਹ ਨਹੀਂ ਕਿ ਉਹਦਾ ਮਾਲਕਾਨਾ ਛਿਨ ਲਿਆ ਜਾਊਗਾ। ਪਹਿਲਾਂ ਜੋ ਠੇਕੇ ਤੇ ਦੇ ਦਿੰਦਾ ਸੀ, ਜੋ ਗਰਦਾਰੀ ਆਪਣੇ ਨਾਂ ਤੇ ਕਰਕੇ ਗਦੌਰੀ ਤੇ ਉਹ ਆਪਣੀ ਜ਼ਮੀਨ ਉਹਦੀ ਹੜੱਪ ਲੈਂਦਾ ਸੀ, ਹੁਣ ਉਹ ਕੰਮ ਨਹੀਂ ਹੋਊਗਾ। ਜਿਹੜੀ ਇਹ ਰੌਲਾ ਪਾਉਂਦੇ ਨੇ ਦੂਸਰੀਆਂ ਪਾਰਟੀਆਂ, ਐਮਐਸਪੀ ਖਤਮ ਹੋ ਜੂਗੀ, ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੂਗੀ। ਮੰਡੀ ਦੀ ਵਿਵਸਥਾ ਵੀ ਉਸੇ ਤਰ੍ਹਾਂ ਬਣੀ ਰਹੂਗੀ ਔਰ ਜਿੰਨੀਆਂ ਏਜੰਸੀ ਆ ਉਹ ਸਾਰੀਆਂ ਤਰ੍ਹਾਂ ਉਸੇ ਤਰ੍ਹਾਂ ਖਰੀਦ ਕਰਦੀਆਂ ਰਹਿਣਗੀਆਂ। ਇਹ ਇੱਕ ਵਿਕਲਪ ਨਾਲ ਸਾਈਡ ਤੋਂ ਦੇਤਾ, ਕਿਉਂਕਿ ਜ਼ਮੀਨ ਕਿਸਾਨ ਦੀ, ਮਿਹਨਤ ਕਿਸਾਨ ਦੀ, ਉਹ ਆਪਣੀ ਮਰਜ਼ੀ ਦੇ ਨਾਲ ਸੁਤੰਤਰ ਹੋ ਕੇ ਆਪਣੀ ਫਸਲ ਨੂੰ ਵੇਚ ਸਕਦਾ ਹੈ। ਉਸ ਨੂੰ ਆਜ਼ਾਦੀ ਦਿੱਤੀ ਹੈ। ਜਦੋਂ ਪਹਿਲਾਂ ਵੀ ਫਸਲ ਵੇਚੀ ਜਾਂਦੀ ਸੀ ਕਿ ਅਨਾਜ ਜਿਹੜਾ ਲੈ ਕੇ ਆਉਂਦੇ ਸੀ ਉਹ ਤਾਂ ਬਠਿੰਡਾ ਤੋਂ, ਗੋਨਿਆਂ ਤੋਂ ਪਹਿਲਾਂ ਵੀ ਕਿਸਾਨ ਇੱਥੇ ਕੋਟਕਪੂਰੇ ਦੇ ਵਿੱਚ ਆ ਕੇ ਵੇਚ ਦਿੰਦੇ ਸੀਗੇ। ਹੁਣ ਤੁਸੀਂ ਐਕਸਟਰਾ ਕੀ ਕਰਤਾ ਜੀ? ਪਹਿਲਾਂ ਟੈਕਸ ਲੱਗਦਾ ਸੀ, ਉਹ ਟੈਕਸ ਖਤਮ ਕਰਤਾ, ਲਾਇਸੈਂਸ ਨਹੀਂ ਲੈਣਾ ਪੈਂਦਾ, ਸਭ ਤੋਂ ਆਜ਼ਾਦ ਕਰਤਾ। ਕਿਸਾਨ ਜਿੱਥੇ ਮਰਜ਼ੀ ਲੈ ਜਾਏ ਆਪਣੀ ਫਸਲ ਨੂੰ, ਜਿੱਥੇ ਉਹਨੂੰ ਵੱਧ ਰੇਟ ਮਿਲਦਾ ਐਮਐਸਪੀ ਤੋਂ ਵੱਧ ਤੇ ਕਿਤੇ ਮਰਜ਼ੀ ਵੇਚ ਸਕਦਾ। ਉਹਦੀ ਆਪਣੀ ਮਰਜ਼ੀ ਹੈ, ਉਹਦੀ ਆਪਣੀ ਫਸਲ ਹੈ, ਮਿਹਨਤ ਨਾਲ ਬੀਜੀ ਹੈ ਉਹਨੇ, ਮਿਹਨਤ ਨਾਲ ਬਣਾਈ ਹੈ, ਮਿਹਨਤ ਨਾਲ ਕੱਟੀ ਹੈ, ਮਿਹਨਤ ਨਾਲ ਘਰੇ ਲਿਆਂਦੀ ਹੈ। ਸੋ ਇਸ ਨੂੰ ਲੈ ਕੇ ਅਸੀਂ ਜਵਾਬ ਕਾਂਗਰਸ ਦੇ ਜਿਹੜੇ ਹੈਗੇ ਸੀਨੀਅਰ ਨੇਤਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਦਾ ਜਵਾਬ ਕੀ ਦੇਣਾ ਚਾਹੁੰਦੇ? ਮੈਂ ਜਸਵਿੰਦਰ ਸਿੰਘ ਸਿੱਖਾਂਵਾਲਾ, ਮੈਂ ਸਪੋਕਸਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ। ਔਰ ਜਿਹੜਾ ਬੀਜੇਪੀ ਦਾ ਪ੍ਰਚਾਰ ਹੈ ਕਿ ਅਸੀਂ ਇਹ ਜਿਹੜਾ ਬਿੱਲ ਲੈ ਕੇ ਆਏ ਹਾਂ ਕਿਸਾਨ ਦੇ ਹਿੱਤ ਦੇ ਵਿੱਚ ਹੈ, ਇਹ ਬਿਲਕੁਲ ਕਿਸਾਨ ਦੇ ਨਾ ਹਿੱਤ ਦੇ ਵਿੱਚ ਹੈ, ਨਾ ਕੋਈ ਕਿਸਾਨ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਬਿੱਲ ਬਣਾਇਆ। ਇਹ ਸਿਰਫ ਇਹਨਾਂ ਦੇ ਜਿਹੜੇ ਦੋਸਤ, ਜਿਹੜੇ ਵਪਾਰੀ ਦੋਸਤ ਹੈ, ਜਿਹੜੇ ਕਿ ਚੰਦ ਘਰਾਣੇ ਆ, ਅਬਾਣੀ, ਅੰਡਾਣੀ,
ਸਿਰਫ ਤੇ ਸਿਰਫ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਬਿੱਲ ਲੈ ਕੇ ਆ ਰਹੇ ਆ। ਔਰ ਇਹਦਾ ਮਤਲਬ ਇਹੀ ਹੈ, ਜਿਸ ਤਰ੍ਹਾਂ ਜੀਓ ਵਾਲਿਆਂ ਨੇ ਪਹਿਲਾਂ ਫ੍ਰੀ ਦੇਤਾ ਇੰਟਰਨੈਟ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਖਤਮ ਕਰਕੇ ਆਪਣੇ ਮਨਮਰਜ਼ੀ ਦੇ ਰੇਟ ਲਾਈ ਜਾਂਦੇ ਆ। ਇਸੇ ਤਰ੍ਹਾਂ ਹੀ ਇਹਨਾਂ ਨੇ 1-2 ਸਾਲ ਹੋ ਸਕਦਾ ਕੋਈ ਜਾਇਜ਼ ਫਸਲਾਂ ਦੇ ਰੇਟ ਦੇ ਕੇ ਸਾਨੂੰ ਅੱਖਾਂ ਪੂੰਝ ਦੇਣ, ਔਰ ਉਸ ਤੋਂ ਬਾਅਦ ਮਨਮਰਜ਼ੀ ਦੇ ਰੇਟ ਲਾ ਕੇ ਕਿਸਾਨ ਨੂੰ ਬਿਲਕੁਲ ਖਤਮ ਕਰਨਗੇ। ਤੇ ਕਿਸਾਨ ਆਪਣੇ ਖੇਤਾਂ ਦੇ ਵਿੱਚ, ਜਿਸ ਤਰ੍ਹਾਂ ਅਸਾਮ ਦੇ ਵਿੱਚ ਹੋਇਆ ਸੀ, ਅਸਾਮ ਦੀਆਂ ਜਿਹੜੇ ਚਾਹ ਦੇ ਬਾਗ ਸੀਗੇ ਉਹ ਹੌਲੀ-ਹੌਲੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਮਜ਼ਦੂਰ ਬਣ ਕੇ ਰਹਿ ਗਏ ਸੀ। ਇਸੇ ਤਰ੍ਹਾਂ ਹੀ ਇਹ ਸਿਸਟਮ ਜਿਹੜਾ ਅਮਰੀਕਾ ਦੇ ਵਿੱਚ ਵੀ ਫੇਲ ਹੋਇਆ ਸੀ। ਅਮਰੀਕਾ ਦੇ ਵਿੱਚ ਵੀ ਜਦੋਂ ਖੁੱਲੀ ਮਾਰਕੀਟ ਕਰਤੀ ਸੀ ਤੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਉੱਥੇ ਦਿਹਾੜੀ ਕਰਨੀ ਸ਼ੁਰੂ ਕਰਤੀ ਸੀ, ਔਰ ਉਹ ਸੇਮ ਹੀ ਸਾਡਾ ਪੰਜਾਬ ਦੇ ਵਿੱਚ ਹੋਣ ਵਾਲਾ ਹੈ। ਔਰ ਉਹਦੇ ਨਾਲ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਆਮਦਨ ਹੈ ਮਾਰਕੀਟਿੰਗ ਦੀ, ਉਹ ਬਿਲਕੁਲ ਖਤਮ ਹੋ ਜਾਊਗੀ। ਜਿਹੜਾ ਸਾਡਾ ਭਾਈਚਾਰਾ ਸੀ ਆੜ੍ਹਤੀਆਂ ਦਾ, ਕਿਸਾਨਾਂ ਦਾ, ਉਹ ਖਤਮ ਹੋ ਜਾਊਗਾ। ਔਰ ਪੂਰੇ ਸਮਾਜ ਤੇ ਇਸ ਗੱਲ ਦਾ ਅਸਰ ਪੈਣ ਵਾਲਾ, ਸਮਾਜ ਟੁੱਟਣ ਦੀ ਗੱਲ ਹੋਣ ਵਾਲੀ ਹੈ। ਕਿਉਂਕਿ ਜਿਹੜੇ ਆੜ੍ਹਤੀਆਂ ਦੇ ਪੈਸੇ ਦੇਣੇ ਲੋਕਾਂ ਨੇ, ਉਹ ਹੁਣ ਕਹਿਣਗੇ ਹੁਣ ਤਾਂ ਆੜ੍ਹਤੀਆਂ ਤੱਕ ਲੋੜ ਹੀ ਨਹੀਂ, ਨੱਪ ਜਾਓ ਜੀ। ਠੀਕ ਹੈ ਜੀ, ਇਹ ਇੱਕ ਤਰ੍ਹਾਂ ਨਾਲ ਵੱਡਾ ਖਲਾਰਾ ਪੈਣ ਵਾਲੀ ਗੱਲ ਹੈ। ਔਰ ਇਸ ਚੀਜ਼ ਦੀ ਲੋੜ ਨਹੀਂ ਸੀ ਬਿਲਕੁਲ, ਕਿਉਂਕਿ ਬੜਾ ਵਧੀਆ ਚੱਲ ਰਿਹਾ ਸੀ। ਔਰ ਜੇ ਚਾਹੀਦਾ ਤਾਂ ਇਹ ਸੀ ਕਿ ਜੇ ਓਪਨ ਮਾਰਕੀਟ ਬਣਾਉਣੀ ਹੈ ਤਾਂ MSP ਬਣੀ ਰਵੇ, ਸਾਡਾ ਮਾਰਕੀਟਿੰਗ ਸਿਸਟਮ ਬਣਿਆ ਰਵੇ, ਤੇ ਉਸ ਤੋਂ ਬਾਅਦ ਓਪਨ ਮਾਰਕੀਟ ਬਣਾ ਦੇਣ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਾਂਗਾ ਕਿ ਇਹ ਕੀ ਹੈ, ਇਹਨਾਂ ਨੇ ਜਿਵੇਂ ਫਸਲ ਖਰੀਦ ਕੇ ਵੱਡੇ ਘਰਾਣਿਆਂ ਨੇ ਆਪਣੀ ਸਟੋਰ ਕਰਕੇ ਰੱਖ ਲਈ, ਉਸ ਤੋਂ ਬਾਅਦ ਜਿਸ ਤਰ੍ਹਾਂ ਗੰਢਿਆਂ ਦਾ ਹੁੰਦਾ ਜਾਂ ਆਲੂਆਂ ਦਾ ਹੁੰਦਾ, 2 ਰੁਪਏ ਕਿਲੋ ਖਰੀਦਿਆ ਤੇ 100 ਰੁਪਏ ਕਿਲੋ ਤੱਕ ਵੇਚਿਆ ਉਹਨਾਂ ਨੇ। ਇਹ ਮਾਰਕੀਟਿੰਗ ਸਿਸਟਮ, ਕਿਉਂਕਿ ਜਿਹੜੇ ਸਾਡੇ ਹਿੰਦੁਸਤਾਨ ਨੂੰ ਚਲਾਉਣ ਵਾਲੇ ਵੱਡੇ ਕੋਈ 25-30 ਘਰਾਣੇ, ਉਹਨਾਂ ਕੋਲੇ ਸਾਰਾ ਪੈਸਾ, ਉਹ ਸਾਰਾ ਪੈਸਾ ਕਿਸੇ ਇੱਕ ਚੀਜ਼ ਤੇ ਲਾ ਦਿੰਦੇ। ਜਿਸ ਤਰ੍ਹਾਂ ਪਿੱਛੇ ਜੇ ਰਾਜਸਥਾਨ ਦੇ ਵਿੱਚ ਗਵਾਰੇ ਦਾ ਹੋਇਆ ਸੀ, ਗਵਾਰੇ ਦੇ ਰੇਟ ਇੱਕਦਮ ਚੱਕ ਕੇ ਅਸਮਾਨੀ ਪਹੁੰਚਾਤੇ। ਔਰ ਉਹ ਇਹ ਨਹੀਂ ਸੀਗਾ ਵੀ ਗਵਾਰੇ ਦੀ ਲੋੜ ਬਹੁਤ ਸੀ, ਲੋੜ ਉਸ ਬਿਜ਼ਨਸਮੈਨ ਦੀ, ਉਹਨਾਂ ਘਰਾਣਿਆਂ ਦੀ ਸੀ। ਉਹਨਾਂ ਨੇ ਸਸਤੇ ਭਾਅ 'ਤੇ ਪਹਿਲਾਂ ਰਾਜਸਥਾਨ ਦੇ ਵਿੱਚ ਜ਼ਮੀਨ ਖਰੀਦ ਲਈ, ਉਸ ਤੋਂ ਬਾਅਦ ਮਹਿੰਗੇ ਭਾਅ 'ਚ ਥੋੜ੍ਹਾ ਜਿਹਾ ਗਵਾਰਾ ਖਰੀਦਿਆ। ਲੋਕਾਂ ਨੇ ਕਿਹਾ ਵੀ ਗਵਾਰਾ ਬੜਾ ਜੀ, ਗਵਾਰਾ ਬੜਾ ਮਹਿੰਗਾ। ਉਸ ਤੋਂ ਬਾਅਦ ਕਿਸੇ ਨੇ ਗਵਾਰੇ ਨੂੰ ਪੁੱਛਿਆ ਨਹੀਂ, ਉਹ ਆਪਦੀ ਜ਼ਮੀਨ ਵੀ ਵੇਚ ਗਏ ਤੇ ਜਿਹੜਾ ਉਹਨਾਂ ਨੇ ਖਰੀਦੀ ਸੀ ਉਹ ਬੀਜ ਦੇ ਰੂਪ 'ਚ ਵੇਚ ਗਏ। ਇਹ ਇਸ ਤਰ੍ਹਾਂ ਇੱਕ ਲੁੱਟ ਵਾਲੀ ਮਾਰਕੀਟਿੰਗ ਨੂੰ ਖਤਮ ਕਰਕੇ ਇੱਕ ਲੁੱਟ ਵਾਲੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਜਿਹੜੇ ਹੈਗੇ ਧਰਨਾ ਪ੍ਰਦਰਸ਼ਨ ਜਿਹੜਾ ਕਰਦੇ, ਤੁਸੀਂ ਇੱਥੇ ਨਾ ਕਰੋ, ਤੁਸੀਂ ਸੈਂਟਰ 'ਚ ਕਰੋ, ਮੈਂ ਵੀ ਤੁਹਾਡੇ ਨਾਲ ਚੱਲੂਗਾ। ਕੀ ਗੱਲ ਇੱਥੇ ਕਿਉਂ ਨਹੀਂ ਉਹ ਨਾਲ ਬਹਿੰਦੇਗੇ? ਨਹੀਂ, ਬਿਲਕੁਲ ਨਾਲ ਹੈ, ਗਏ ਆ ਗਵਰਨਰ ਸਾਹਿਬ ਨੂੰ ਦੇ ਕੇ ਆਏ ਮੰਗ ਪੱਤਰ। ਇੱਥੇ ਵੀ ਆਪਣੇ ਹੁਣ ਅਸੀਂ ਰੱਖੇ, ਕੱਲ੍ਹ ਨੂੰ ਸਾਰੇ ਪੂਰੇ ਪੰਜਾਬ ਦੇ ਵਿੱਚ ਧਰਨੇ ਰੱਖੇ, ਪਿੰਡਾਂ ਦੇ ਵਿੱਚ ਰੱਖੇ, ਹਰ ਇੱਕ ਪਿੰਡ ਦੇ ਵਿੱਚ ਪੰਚਾਇਤ ਨੂੰ ਕਿਹਾ, ਕਿਉਂਕਿ ਕਰੋਨਾ ਮਹਾਮਾਰੀ ਕਰਕੇ ਇਕੱਠ ਨਹੀਂ ਕਰਨਾ ਵੱਡਾ, ਇਸ ਕਰਕੇ ਇੱਕ ਥਾਂ ਤੇ ਨਹੀਂ, ਹਰ ਇੱਕ ਪਿੰਡ ਪੱਧਰ ਤੇ, ਬਲਾਕ ਪੱਧਰ ਤੇ, ਔਰ ਹਰ ਇੱਕ ਵਿਧਾਨ ਸਭਾ ਦੇ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਲਿਮਟਿਡ ਬੰਦੇ ਰੱਖ ਕੇ ਅਸੀਂ ਕੱਲ੍ਹ ਨੂੰ ਪ੍ਰਦਰਸ਼ਨ ਕਰਨੇ। ਤੁਸੀਂ ਆਪਦੇ ਲੈਵਲ ਤੇ ਕਰਦੇ ਜਾਂ ਤੁਹਾਨੂੰ ਪਿੱਛੋਂ ਡਾਇਰੈਕਸ਼ਨ ਆਈਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਤੁਸੀਂ ਧਰਨੇ ਦਿਓ ਜਾਂ ਕਿਸ ਤਰ੍ਹਾਂ? ਨਹੀਂ, ਪਾਰਟੀ ਸਾਡੀ ਜਥੇਬੰਦੀ ਦਾ ਫੈਸਲਾ ਹੈ। ਜਥੇਬੰਦ ਕੈਪਟਨ ਅਮਰਿੰਦਰ ਸਿੰਘ ਸਾਡੇ ਜਥੇਬੰਦੀ ਵੱਲੋਂ ਲਾਏ ਹੋਏ ਮੁੱਖ ਮੰਤਰੀ ਹੈ, ਉਹ ਸਾਡੀ ਪਾਰਟੀ ਦਾ ਫੈਸਲਾ ਹੈ। ਅਸੀਂ ਪੂਰਾ ਕੇਂਦਰ ਪੱਧਰ ਤੇ ਵੀ ਸਾਡੇ ਸੋਨੀਆ ਗਾਂਧੀ ਜੀ, ਪ੍ਰਿੰਕਾ ਗਾਂਧੀ ਜੀ, ਰਾਹੁਲ ਗਾਂਧੀ ਜੀ, ਉਹ ਵੀ ਆਪਣੇ ਪੱਧਰ ਤੇ ਸਾਰੇ ਲੱਗੇ ਹੋਏ ਆ। ਔਰ ਪੂਰੇ ਆਲ ਇੰਡੀਆ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ, ਰਾਜ ਸਭਾ 'ਚ ਵੀ ਔਰ ਲੋਕ ਸਭਾ 'ਚ ਵੀ। ਕੁਲਤਾਰ ਸਿੰਘ ਸੰਧਮਾ, ਆਮ ਆਦਮੀ ਪਾਰਟੀ MLA, ਤੁਸੀਂ ਕੀ ਦੇਖਦੇ ਹੋ, ਕਿਸ ਤਰ੍ਹਾਂ ਤੁਹਾਨੂੰ ਕੀ ਲੱਗ ਰਿਹਾ? ਦੇਖੋ ਜੀ, ਇਹ ਕਾਲਾ ਕਾਨੂੰਨ ਹੈ। ਜਿਹੜਾ ਰਜੀਮ ਅਮਰੀਕਾ ਦੇ ਵਿੱਚ ਫੇਲ ਆ, ਜਿੱਥੇ ਅੱਜ ਤੋਂ 7 ਦਹਾਕੇ ਪਹਿਲਾਂ ਅਮਰੀਕਾ ਦੇ ਵਿੱਚ ਆਹ ਹੀ ਕਾਨੂੰਨ ਲਿਆਂਦਾ ਗਿਆ ਸੀ ਤੇ ਉੱਥੇ ਕਿਸਾਨਾਂ ਨੇ ਆਪਦੀਆਂ ਪੈਲੀਆਂ ਵੇਚਣੀਆਂ ਸ਼ੁਰੂ ਕਰਤੀਆਂ। ਇੱਥੇ 80% ਲੋਕ ਸਾਡੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਖੇਤੀ ਤੇ ਨਿਰਭਰ ਹੈ। ਉੱਥੇ ਅੱਜ 7 ਦਹਾਕਿਆਂ ਦੇ ਵਿੱਚ ਅਮਰੀਕਾ ਦੇ ਵਿੱਚ 1-2% ਰਹਿ ਗਏ, ਔਰ ਉਹ ਵੀ ਸਸਟੇਨ ਤਾਂ ਕਰ ਰਹੇ ਵੀ ਉਹਨਾਂ ਨੂੰ $700, $800 ਡਾਲਰ ਪਰ ਹਾਊਸ ਹੋਲਡ ਹੁਣ ਉਹਨਾਂ ਨੂੰ ਸਬਸਿਡੀ ਮਿਲਦੀ ਆ, ਤੇ ਇੱਥੇ ਮਿਲਦੀ ਸਾਨੂੰ 200। ਠੀਕ ਹੈ ਜੀ, ਉੱਥੇ ਵੀ ਆਤਮ ਹੱਤਿਆ ਕਰ ਰਹੇ ਆ। ਚਲੋ ਤੁਸੀਂ ਮਾਰੋ ਗੋਲੀ ਅਮਰੀਕਾ ਨੂੰ, ਵੈਸੇ ਤਾਂ ਮਾਡਲ ਅਮਰੀਕਾ ਦਾ ਲੈ ਕੇ ਆਏ ਆ, ਕਿਉਂਕਿ ਉੱਥੇ ਵਾਲਮਾਰਟ, ਵੱਡੇ ਜਿਹੜੇ ਸਾਰੇ ਉੱਥੋਂ ਚੱਲਿਆ ਹੋਇਆ ਸਾਰਾ ਸਿਸਟਮ, ਜਿਹੜਾ ਟਰੰਪ ਨੂੰ ਉਹਨੂੰ ਫਾਈਨਾਂਸ ਕਰਦੀਆਂ ਇਹ ਵੱਡੀਆਂ ਕਾਰਪੋਰੇਸ਼ਨਸ ਕਰਦੀਆਂ, ਉਹੋ ਹੀ ਸਿਸਟਮ ਮੋਦੀ ਸਾਹਿਬ ਇੱਥੇ ਲੈ ਕੇ ਆਏ ਆ। ਫਿਰ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਇਹ ਅੰਬਾਨੀ, ਅਡਾਨੀ ਇਹਨਾਂ ਨੂੰ ਲਿਆਉਣ ਕਰਨ ਵਾਸਤੇ ਕਰ ਰਹੇ ਆ। ਤੁਸੀਂ ਦੇਖੋ, ਚਲੋ ਆਪਾਂ ਇਹ ਆਰਡੀਨੈਂਸ ਦੀ ਗੱਲ ਤਾਂ ਬਾਅਦ 'ਚ ਕਰਾਂਗੇ। ਮੇਰੇ ਖਿਆਲ ਇੱਥੇ ਜਿੰਨੇ ਅਸੀਂ ਸਾਥੀ ਖੜੇ, ਕਈਆਂ ਦੇ ਪੜ੍ਹੇ ਹੀ ਨਹੀਂ ਹੋਣੇ ਆਰਡੀਨੈਂਸ ਹੈ ਕੀ, ਤੇ ਆਪਾਂ ਉਹਨਾਂ ਦੇ ਹੱਕ 'ਚ ਬੋਲੀ ਜਾਂਦੇ, ਕਈ ਉਹਦੇ ਖਿਲਾਫ ਬੋਲੀ ਜਾਂਦੇ ਆ। ਠੀਕ ਹੈ ਨਾ ਜੀ। ਔਰ ਜਿਹੜੇ ਬੰਦੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ, ਉਹਨਾਂ ਨੂੰ ਇਹ ਭੈਣ ਜੀ ਨੇ ਪੁੱਛ ਲਓ ਵੀ ਕਿੰਨੇ ਕਿਲੋ ਕਣਕ ਪੈਂਦੀ ਹੈ ਜੀ ਬੀਜ 1 ਕਿੱਲੇ ਦੀ? ਨਹੀਂ ਪਤਾ ਨਾ, ਆਪਾਂ ਨੂੰ ਪਤਾ ਨਹੀਂ ਹੈ। ਮਤਲਬ ਆਪਾਂ ਮਤਲਬ ਸਿਰਫ ਇੱਕ ਗੱਲ ਆ ਗਈ, ਬਸ ਊਂ ਹੀ ਕਿਸੇ ਗੱਲ ਨੂੰ ਕਰੀ ਜਾਂਦੇ ਆ। 6% ਸਿਰਫ ਕਿਸਾਨ
ਹਿੰਦੁਸਤਾਨ ਦੇ MSP ਦਾ ਫਾਇਦਾ ਲੈਂਦੇ ਸੀ। 94% 'ਚ ਉਹੀ ਰਜੀਮ ਚੱਲਦਾ ਜਿੱਥੇ ਪਹਿਲਾਂ ਸੀ। ਜਿਹੜਾ ਇਹਨਾਂ ਨੇ ਹੁਣ ਕਾਨੂੰਨ ਬਣਾਇਆ ਨਾ ਜੀ, ਇਹ 94% ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਆ, ਉਹ ਜਿਹੜੇ ਨਵਾਂ ਕਾਨੂੰਨ ਇਹਨਾਂ ਨੇ ਬਣਾਇਆ ਉਹਦੇ ਅਧੀਨ ਹੀ ਆਏ ਹੋਏ ਆ, ਤੇ ਉਹ ਆਤਮ ਹੱਤਿਆ ਕਿਉਂ ਕਰੀ ਜਾਂਦੇ ਆ ਵੀ? ਜੇ ਇੰਨਾ ਹੀ ਚੰਗਾ ਕਾਨੂੰਨ ਹੈ ਇਹ, ਤੇ ਫਿਰ ਹਿੰਦੁਸਤਾਨ ਦੇ ਵਿੱਚ ਤੁਸੀਂ ਛੱਡ ਦਿਓ ਪੰਜਾਬ ਤੇ ਹਰਿਆਣੇ ਨੂੰ, ਇੱਥੇ 6% ਹੈ, ਇੱਥੇ MSP ਦਾ ਬੜਾ ਮਾੜਾ ਕਾਨੂੰਨ ਹੈ ਜੀ ਇਹ। ਵੈਸੇ ਇੱਕ ਬੜਾ ਵੱਡਾ ਝੂਠ ਹੈ ਇਹ ਵੀ ਕਿਸਾਨ ਨੂੰ ਕਿਤੇ ਵੀ ਜਾ ਕੇ ਵੇਚ ਲੂਗਾ। ਇਹ ਕਿਤੇ ਜੀ ਇਹ ਤਾਂ ਅਸੀਂ ਪਹਿਲਾਂ ਹੀ ਵੇਚਦੇ ਸੀ, ਸਾਡੇ ਤਾਂ ਕਿਸਾਨ ਦਿੱਲੀ ਜਾ ਕੇ ਵੇਚ ਆਉਂਦੇ ਸਬਜ਼ੀ। ਅੱਜ ਤੱਕ ਕਿਸੇ ਨੂੰ ਰੋਕਿਆ? ਕਿਸੇ ਨੂੰ ਰੋਕਿਆ ਬਈ? ਨਹੀਂ ਰੋਕਿਆ, ਕੋਈ ਨਹੀਂ ਰੋਕਦਾ। ਇਹ ਸਿਰਫ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਹੈ ਜੀ। ਕੋਈ ਟੈਕਸ ਟੁਕਸ ਕੋਈ ਐਵੇਂ ਇਹ ਗੱਲਾਂ, ਉਹ 1% ਹੈ ਜੀ ਟੈਕਸ, ਕੁਝ ਵੀ ਨਹੀਂ ਹੈ 1%। ਉਹ ਐਵੇਂ ਇਹ ਗੱਲਾਂ ਹੈ, ਕਿਸੇ ਨੂੰ ਕੋਈ ਨਹੀਂ ਰੋਕ ਰਿਹਾ। ਇਹ ਸਿਰਫ ਤੇ ਸਿਰਫ ਅੰਬਾਨੀਆਂ ਅਡਾਨੀਆਂ ਨੂੰ, ਜਿਹੜੇ ਵੱਡੇ ਜਿਨ੍ਹਾਂ ਤੋਂ ਇਹ ਜਹਾਜ਼ ਲੈਂਦੇ ਆ ਜੀ, ਜਿਨ੍ਹਾਂ ਨੂੰ ਇਹਨਾਂ ਨੇ ਆ BSNL ਵੇਚਿਆ, ਜਿਨ੍ਹਾਂ ਨੂੰ ਇਹਨਾਂ ਨੇ ਰਾਫੇਲ ਦੇ ਕੰਟਰੈਕਟ ਦਿੱਤੇ ਆ, ਇਹ ਸਾਰਾ ਉਹਨਾਂ ਨੂੰ ਹੀ ਦੇਣਾ। ਤੇ ਆ ਤੇਲ ਹੈ, ਰਿਲਾਇੰਸ ਪਹਿਲਾਂ ਬੰਦ ਪਈ ਸੀ, ਜਦੋਂ BJP ਸਰਕਾਰ ਆ ਗਈ ਰਿਲਾਇੰਸ ਚੱਲ ਪਏ, ਰਿਲਾਇੰਸ ਦੇ ਪੰਪ ਚੱਲ ਪਏ। ਤੇ ਅੱਜ ਰੇਟ ਕੀ ਹੈ ਤੇਲ ਦਾ ਦੱਸਿਓ? ਜਿੰਨੀ ਤੇਜ਼ੀ ਨਾਲ ਇਹਨਾਂ ਦੀ ਸਰਕਾਰ 'ਚ ਵਧਿਆ, 70 ਸਾਲਾਂ 'ਚ ਨਹੀਂ ਵਧਿਆ ਸੀ ਉਹਨਾਂ ਤੇਲ। ਤੇ BJP ਦੇ ਸੀਨੀਅਰ ਲੀਡਰ ਤਾਂ ਕਹਿੰਦੇ ਆ ਵੀ ਜਿਹੜਾ ਕਾਨੂੰਨ ਹੈ ਬਹੁਤ ਵਧੀਆ ਹੈ, ਪਰ ਅਸੀਂ ਸਮਝਾ ਨਹੀਂ ਸਕੇ ਚੰਗੀ ਤਰ੍ਹਾਂ ਜ਼ਿਮੀਂਦਾਰਾਂ ਨੂੰ। ਮੱਤ ਮਾਰੀ ਗਈ ਯਾਰ ਜ਼ਿਮੀਂਦਾਰ। ਜੇ ਜ਼ਿਮੀਂਦਾਰ ਨੂੰ 1 ਰੁਪਈਏ ਦਾ ਫਾਇਦਾ ਹੁੰਦਾ, ਜ਼ਿਮੀਂਦਾਰ ਦਾ ਛਾਲਾ ਮਾਰੇ। ਜ਼ਿਮੀਂਦਾਰ ਨੂੰ ਦੀਂਦਾ ਵੀ ਅੱਗੇ ਬਣਨਾ ਹੀ ਕੱਖ ਨਹੀਂ ਯਾਰ। 2 ਕਿੱਲਿਆਂ ਵਾਲਾ ਜ਼ਿਮੀਂਦਾਰ ਆ, 2 ਕਿੱਲਿਆਂ ਵਾਲਾ ਜ਼ਿਮੀਂਦਾਰ ਕਿੱਥੇ ਬੰਬੇ ਲੈ ਜਾਊਗਾ ਆਪਦੀ ਫਸਲ? ਚਲੋ ਤੁਹਾਡੇ ਗੱਲ ਦਾ ਜਵਾਬ ਅਸੀਂ ਇੱਕ ਮਿੰਟ, ਮੇਰੀ ਗੱਲ ਨੂੰ ਪੂਰੀ ਹੋ ਜਾਣ ਦਿਓ ਨਾ। ਇਹ ਕਾਨੂੰਨ ਇਹਨਾਂ ਨੇ APMC ਐਕਟ 2006 ਦੇ ਵਿੱਚ ਉੱਥੋਂ ਬੰਦ ਕਰਤਾ ਸੀ ਬਿਹਾਰ ਦੇ ਵਿੱਚ। ਬਿਹਾਰ ਵਾਲੇ ਲੋਕ ਹਜੇ ਆਪਦੀ ਜ਼ਮੀਨਾਂ ਵੇਚ ਗਏ। ਇਹ ਪੰਜਾਬ ਯੂਨੀਵਰਸਿਟੀ ਦੀ ਸਟੱਡੀ ਆ। ਮੈਂ ਦੱਸ ਦਿੰਦਾ ਕਿਵੇਂ ਲੈ ਕੇ। ਇੱਕ ਮਿੰਟ, ਪੰਜਾਬ ਯੂਨੀਵਰਸਿਟੀ ਦੀ ਸਟੱਡੀ ਆ ਕਿ 10 ਕਿੱਲੇ ਤੋਂ ਘੱਟ ਵਾਲੇ ਸਾਰੇ ਵੇਚ ਕੇ ਪੈਲੀ ਪੈਲੀਆਂ ਵਿਕਦੀਆਂ ਉੱਥੇ। ਸੋ ਸਾਰਾ ਕੁਝ ਸਾਹਮਣੇ ਪਿਆ ਜੀ। ਅੱਛਾ, ਫੇਰ ਇਹ ਕਹਿੰਦੇ ਵੀ ਤੁਹਾਡਾ ਕੋਈ ਵੀ ਬੰਦਾ ਆ ਕੇ ਖਰੀਦ ਸਕਦਾ। ਇਹ ਹੈ ਤਾਂ ਖਰੀਦਦਾਰ ਵਾਸਤੇ, ਵੱਡੇ ਵਪਾਰੀਆਂ ਵਾਸਤੇ ਇਹਨਾਂ ਨੇ ਕਾਨੂੰਨ ਬਣਾਇਆ ਵੀ ਆਪਦਾ ਆਧਾਰ ਕਾਰਡ ਲਿਆਓ, ਕੋਈ ਲੋੜ ਨਹੀਂ ਹੋਰ ਕਿਸੇ ਚੀਜ਼ ਦੀ। ਠੀਕ ਹੈ ਜੀ, ਕੋਈ ਟੈਕਸ ਨਹੀਂ ਲੱਗਣਾ, ਕੁਝ ਨਹੀਂ ਲੱਗਣਾ। ਜੇ ਰੌਲਾ ਪੈ ਗਿਆ ਤਾਂ SDM ਕੋਲੇ ਦਰਖਾਸਤ ਦੇਣੀ ਹੈ, ਕ੍ਰਿਮੀਨਲ ਕੰਪਲੇਂਟ ਨਹੀਂ ਹੋ ਸਕਦੀ। SDM ਕਿਹਦੀ ਸੁਣੂਗਾ ਬਈ? SDM ਤਾਂ ਮੁੱਖ ਮੰਤਰੀ ਦੀ ਸੁਣਦਾ। ਫਿਰ ਕਿਸਾਨ ਦੀ ਸੁਣੋ, ਮੁੱਖ ਮੰਤਰੀ ਕਿਸਾਨ ਦੇ ਅੱਗੇ ਬੜੇ ਕਿਸਾਨਾਂ ਦੀ ਸੁਣੀਆਂ ਜਾਂਦੀਆਂ ਜੀ। 20 ਸਾਲ ਹੋ ਗਏ ਗਰਦੌਰੀਆਂ ਨਹੀਂ ਸੁਣੀਆਂ। ਤੁਹਾਡੀ ਗੱਲ ਦਾ ਜਵਾਬ ਉਹਨਾਂ ਦਾ ਲੈਣੇ, ਕੀ ਜਵਾਬ ਦੇਣਾ ਚਾਹੁੰਦੇ ਸੀ ਗੱਲ ਦਾ? ਦੇਖੋ, ਮੈਂ ਪਹਿਲਾਂ ਨਾ ਇਸ ਗੱਲ ਤੇ ਗੱਲ ਕਰਨੀ। ਜਿਹੜਾ MLA ਸਾਹਿਬ ਨੇ ਸਭ ਤੋਂ ਪਹਿਲਾਂ ਸਾਡੇ ਸੀਨੀਅਰ ਲੀਡਰ ਨੂੰ ਸਵਾਲ ਕੀਤਾ ਕਣਕ ਕਿੰਨੀ। ਮੈਂ MLA ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕੱਪੜਾ ਕਿਸ ਭਾਅ ਆਉਂਦਾ? ਤੁਹਾਨੂੰ ਪਤਾ ਇਹਦੇ ਬਾਰੇ? ਮੈਂ ਕਿਸਾਨ ਪੁੱਤਰ ਆ, ਮੈਨੂੰ ਪੁੱਛੋ, ਮੈਂ ਦੱਸਦਾ 40 ਕਿਲੋ ਕਣਕ ਪੈਂਦੀ ਹੈ। ਮੈਂ ਜਵਾਬ ਦਿੰਦਾ ਇਸ ਗੱਲ ਦਾ। ਮੈਂ ਦੱਸਦਾ ਕਿਸ ਤਰੀਕੇ ਨਾਲ ਜਿਹੜੀ ਫਸਲ ਆ ਸੀ 2 ਕਿੱਲਿਆਂ ਵਾਲਾ ਜ਼ਿਮੀਂਦਾਰ। ਤੁਸੀਂ ਪਹਿਲਾਂ ਜਿਹੜੀ ਬਿਹਾਰ ਦੇ ਵਿੱਚ FPO ਬਣਾਉਣ ਦੀ ਪ੍ਰਥਾ ਨਹੀਂ ਸੀ, ਹੁਣ ਨਵੇਂ ਆਰਡੀਨੈਂਸ 'ਚ ਸਾਨੂੰ ਮਿਲ ਗਈ। 2-2 ਕਿੱਲਿਆਂ ਵਾਲੇ ਜ਼ਿਮੀਂਦਾਰ, ਆਪਾਂ 300 ਜ਼ਿਮੀਂਦਾਰ ਇਕੱਠੇ ਹੁੰਦੇ ਆ। ਤੂੰ ਕਿਹੜੇ ਬਿਹਾਰ ਦੀ ਤੁਸੀਂ ਗੱਲ ਕਰਦੇ ਆ? ਮੈਂ ਕਹਿੰਦਾ ਆਪਾਂ ਅਮਰੀਕਾ ਕੈਨੇਡਾ ਲੈ ਕੇ ਜਾਵਾਂਗੇ। ਵਿਵਸਥਾ ਇਹ ਇੱਕ ਇਹਦਾ ਮਜ਼ਾਕ ਕਿਉਂ ਬਣਾਇਆ ਹੋਇਆ? ਕਿੰਨੇ ਝੂਠ ਮਾਰੇ। ਸਭ ਤੋਂ ਪਹਿਲਾਂ ਝੂਠ ਮਾਰਿਆ ਜਦੋਂ ਇਹ ਸ਼ੁਰੂ ਹੋਇਆ, ਮਤਲਬ ਆਮ ਆਦਮੀ ਪਾਰਟੀ ਨੇ, ਵਿਰੋਧੀਆਂ ਨੇ, ਸਾਰਿਆਂ ਨੇ ਸਭ ਤੋਂ ਪਹਿਲਾਂ ਝੂਠ ਮਾਰਿਆ ਜੀ MSP ਖਤਮ ਹੋ ਗਈ, MSP ਖਤਮ ਹੋ ਗਈ। ਬੜਾ ਸਾਰੇ ਲੋਕ ਨਾਲ ਜੁੜੇ। ਮੈਂ ਵੀ ਉਸ ਵੇਲੇ ਗੱਲ ਕਹੀ, ਯਾਰ MSP ਨਹੀਂ ਖਤਮ ਹੋਣੀ ਚਾਹੀਦੀ, ਇਹ ਤਾਂ ਸਾਡਾ ਮਤਲਬ ਜਿੰਦ ਜਾਨ ਹੈ। ਕੱਲ ਬਿਆਨ ਆ ਗਿਆ ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ ਦਾ, ਔਰ ਉਹ ਜਿਹੜਾ ਗੱਲ ਕਰਦੇ ਆਪਾਂ ਉਹ ਪੜ੍ਹਨ ਵਾਲੀ ਪੰਜਾਬੀ ਦੇ ਵਿੱਚ ਅਵੇਲੇਬਲ ਆ। ਮੇਰੇ ਕੋਲੇ PDF ਹੈ, ਸਭ ਨੂੰ ਦੇ ਦਿੰਦਾ। ਉਹਦੇ 'ਚ ਸਪਸ਼ਟ ਲਿਖਿਆ ਵਿਵਸਥਾ MSP ਹੈਗੀ। ਫਿਰ ਕਹਿੰਦੇ ਜੀ ਉਦੋਂ ਅਗਲਾ ਜਦੋਂ ਪਤਾ ਲੱਗਿਆ ਵੀ ਲੋਕਾਂ ਦਾ ਜਿਹੜਾ ਸਾਥ ਆ ਉਹ ਮਿਲਣਾ ਘਟ ਗਿਆ, ਦੂਜਾ ਝੂਠ, ਮੰਡੀਆਂ ਬੰਦ, ਮੰਡੀਆਂ ਬੰਦ। ਮੰਡੀਆਂ ਭਾਈ ਜਦੋਂ ਪਤਾ ਲੱਗਾ APMC ਮੰਡੀ ਵਿਵਸਥਾ ਉਵੇਂ ਰਹਿਣੀ ਹੈ, ਉਹਦੇ 'ਚ ਫੇਰ ਸਾਥ ਘਟ ਗਿਆ। ਫਿਰ ਹੁਣ ਕਹਿੰਦੇ ਜੀ ਮੰਡੀ ਵਿਵਸਥਾ ਦੇ ਨਾਲ ਇੱਕ ਪੈਰਲਲ ਆ ਗਈ, ਇਹ ਲੁੱਟ ਕੇ ਲੈ ਜੂ। ਇਹ ਵੀ ਝੂਠ ਸਾਬਤ ਹੋਣਾ ਹੈ। ਇਹ ਸਭ ਕਹਾਣੀਆਂ ਬਣਾ ਕੇ ਵੀ ਐਦਾਂ ਉੱਥੇ ਆਏ ਹੋ ਗਿਆ ਸੀ, ਅਮਰੀਕਾ 'ਚ ਫੇਲ ਸੀ। ਤੁਸੀਂ ਜਿੰਨੇ ਵੀ ਅਮਰੀਕਾ, ਆਸਟ੍ਰੇਲੀਆ ਦੇ ਕਿਸਾਨਾਂ ਨਾਲ ਵੀ ਰਾਤ ਗੱਲ ਹੋਈ ਹੈ, ਉਹ ਕਹਿੰਦੇ ਜੀ ਸਾਡੀ ਫਸਲ ਵਾਹਨ ਦੇ ਵਿੱਚ ਪਹਿਲਾਂ ਵਿਕ ਜਾਂਦੀ ਹੈ, ਪਹਿਲਾਂ ਨਿਰਧਾਰਿਤ ਕਰਦੇ ਹਾਂ ਅਸੀਂ ਵੀ ਆਹ ਫਸਲ ਬੀਜਣੀ ਆ ਤੇ ਆਹ ਬੰਦਾ ਖਰੀਦੂਗਾ, ਅਸੀਂ ਇੰਨੇ ਸੌਖੇ। ਔਰ ਸਾਡੇ ਪੰਜਾਬੀ ਕਹਿੰਦੇ ਆ ਯਾਰ ਇਹੋ ਜੀ ਵਿਵਸਥਾ। ਫਿਰ ਕਿਸਾਨ ਕਿਉਂ ਪੁਤਲੇ ਫੂਕੀ ਜਾਂਦੇ ਆ? ਕੀ ਗੱਲ ਹੈ ਕਿਸਾਨਾਂ ਨੂੰ? ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਔਰ ਪ੍ਰੋਪਰ ਗੁੰਮਰਾਹ ਕਰ ਰਹੀਆਂ। ਇਹ ਸਾਰੇ ਝੂਠ ਸਾਹਮਣੇ ਆ ਗਿਆ। ਮੈਂ ਤੁਹਾਨੂੰ ਦੱਸਦਾ ਪਹਿਲਾਂ ਵਿਰੋਧੀ ਪਾਰਟੀ ਗੁੰਮਰਾਹ ਕਰ ਰਹੀ ਆ, ਪਰ ਸੜਕਾਂ ਤੇ ਤਾਂ ਕਿਸਾਨ ਫਿਰਦੇ ਆ। ਵਿਰੋਧੀ ਤਾਂ ਚਲੋ ਬੋਲਦੇ ਆ, ਪਰ ਸੜਕਾਂ ਤੇ ਕਿਸਾਨ ਫਿਰਦੇ ਆ ਨਾ। ਜਿਵੇਂ ਜਿਵੇਂ ਕਿਸਾਨਾਂ ਨੂੰ ਸਮਝ ਆਊਗੀ, ਸਾਡੀ ਪਾਰਟੀ ਲੋਕਾਂ 'ਚ ਜਾ ਰਹੀ ਹੈ। ਅਸੀਂ ਵੀ ਕਿਸਾਨ ਮਿੱਤਰ ਆ, ਸਾਰੇ ਕਿਸਾਨ ਆ। ਖੁਦ ਮੈਂ ਤੂੜੀ ਵਾਲੀ ਮਸ਼ੀਨ ਚਲਾਉਂਦਾ ਰਿਹਾ, ਮੈਨੂੰ ਪਤਾ ਮੰਡੀ ਦੇ ਵਿੱਚ ਕੀ ਹੁੰਦਾ। ਮੈਂ ਮੰਡੀ 'ਚ ਕਣਕ ਲੈ ਕੇ ਕਈ ਮਹੀਨੇ ਬੈਠਾ ਰਿਹਾ, ਔਰ ਸਾਡੀ ਕਣਕ ਝੋਨਾ ਰੁਲਦਾ ਰਿਹਾ ਮੰਡੀਆਂ ਦੇ ਵਿੱਚ। ਮੰਡੀਆਂ 'ਚ ਕੀ ਲੁੱਟ ਖਸੁੱਟ ਹੁੰਦੀ ਹੈ। ਆਪਾਂ SDM ਦੀ ਗੱਲ ਕਰਦੇ ਹਾਂ, ਆਪਾਂ ਜਿਹੜਾ ਮਾਰਕੀਟ ਮੰਡੀ ਬੋਰਡ ਦਾ ਜਿਹੜਾ ਲਾਉਣੇ ਆ ਚੇਅਰਮੈਨ, ਉਹ ਮੌਜੂਦਾ ਪਾਰਟੀ ਦਾ ਲੱਗਦਾ। ਤੇ ਕੀ ਉਹਨੇ ਕਿਸਾਨਾਂ ਦਾ ਭਲਾ ਕਰਤਾ ਬਈ?
ਉਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਨਵੀਂ ਵਿਵਸਥਾ ਪੈਰਲਲ ਚੱਲ ਰਹੀ ਹੈ, ਉਹਨੂੰ ਜਦੋਂ ਆਪਾਂ ਇਹ ਉਹੀ ਗੱਲ ਆ ਜਦੋਂ ਭਾਖੜਾ ਆਈ ਸੀ ਸਾਰੇ ਕਹਿੰਦੇ ਜੀ ਫੋਕਾ ਪਾਣੀ ਦੇਤਾ ਜੀ ਜੱਟਾਂ ਨੂੰ। ਫਿਰ ਜਦੋਂ ਜ਼ਿਮੀਂਦਾਰਾਂ ਨੂੰ ਲਿਮਟਾਂ ਮਿਲੀਆਂ ਉਦੋਂ ਵੀ ਇਹਨਾਂ ਨੇ ਰੌਲਾ ਪਾਇਆ ਸੀਗਾ, ਕਹਿੰਦੇ ਵੀ ਜ਼ਿਮੀਂਦਾਰ ਨੂੰ ਲਿਮਟ ਅੱਡ ਦੇਤੀ ਬੈਂਕ ਨੇ। ਉਦੋਂ ਨਾਲੇ ਪ੍ਰਧਾਨ ਮੰਤਰੀ ਉਦੋਂ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਸੀ, ਮੇਰੇ ਫਾਦਰ ਸਾਹਿਬ ਪਹਿਲੇ ਬੰਦੇ ਸੀ ਇਹ ਸਾਰੇ ਇਲਾਕੇ 'ਚੋਂ ਲਿਮਟ ਲੈ ਕੇ ਆਉਣ ਵਾਲੇ, ਉਹਨਾਂ ਦੀ ਹਜੇ ਵੀ ਤਸਵੀਰ ਲੱਗੀ। ਇਹ ਕਹਿੰਦੇ ਜੀ ਇਹ ਜੱਟ ਤੇ ਆੜਤੀਏ ਦਾ ਰਿਸ਼ਤਾ ਟੁੱਟ ਜੂਗਾ, ਕਿੱਥੇ ਅੱਜ ਵੀ ਬਣਿਆ ਹੋਇਆ, ਉਵੇਂ ਬਣਿਆ ਹੀ ਰਹਿਣਾ ਹੈ। ਇਹ ਭਰਮ ਫੈਲਾਇਆ ਜਾ ਰਿਹਾ, ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੂਗਾ, ਲੋਕ ਪੰਜਾਬੀ 'ਚ ਇਹਦੀਆਂ ਪੜ੍ਹਨਗੇ ਸਾਰੀਆਂ ਪ੍ਰਤੀਲਿਪੀਆਂ, ਉਵੇਂ ਉਵੇਂ ਵਿਰੋਧੀ ਪਾਰਟੀਆਂ ਦੇ ਮੂੰਹ ਆਪੇ ਬੰਦ ਹੋ ਜਾਣਗੇ। ਤੁਸੀਂ ਕਹਿੰਦੇ ਅਸੀਂ ਸਮਝਾਵਾਂਗੇ, ਪਰ ਤੁਸੀਂ ਪਹਿਲਾਂ ਸਮਝਾ ਕੇ ਫਿਰ ਕਾਨੂੰਨ ਹੀ ਫਿਰ ਬਣਾਉਂਦੇ, ਫਿਰ ਪਹਿਲਾਂ ਕਿ ਕਾਨੂੰਨ ਬਣਾਤਾ, ਪਹਿਲਾਂ ਸਮਝਾ ਦਿੰਦੇ ਫਿਰ ਕਾਨੂੰਨ ਬਣਾ ਦਿੰਦੇ। ਦੇਖੋ ਕਾਨੂੰਨ ਬਣਾਉਣ ਦੀ ਇੱਕ ਪ੍ਰਕਿਰਿਆ ਹੈ, ਉਹਦੇ 'ਚ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ, ਫਾਈਨਾਂਸ ਮਿਨਿਸਟਰ ਵੀ ਆਏ, ਆਪਣੇ ਵੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਉਸ ਕਮੇਟੀ 'ਚ ਗਏ। ਚਲੋ ਬਾਅਦ ਦੇ ਵਿੱਚ ਜੋ ਉਹਨਾਂ ਨੇ ਕਹਿਤਾ ਉਹ ਰਾਜਨੀਤੀ ਹੁੰਦੀ ਹੈ, ਤੋ ਪ੍ਰੋਪਰ ਜੋ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਮੁੱਖ ਮੰਤਰੀ ਜਿੱਥੇ ਵੱਧ ਖੇਤੀ ਹੁੰਦੀ ਹੈ ਉਹਨਾਂ ਮੁੱਖ ਮੰਤਰੀਆਂ ਦੀ ਸਲਾਹ ਲੈ ਕੇ ਫੇਰ ਕਾਨੂੰਨ ਹੈ। ਔਰ ਰੌਲਾ ਰੱਪਾ ਜਿਹੜਾ ਹੈਗਾ ਪਹਿਲਾਂ ਝੂਠ ਤੋਂ ਸ਼ੁਰੂ ਹੋਇਆ, ਇਹ ਸਾਰੇ ਸਪਸ਼ਟ ਹੈ। ਐਮਐਸਪੀ ਤੋਂ ਰੌਲਾ ਸ਼ੁਰੂ ਹੋਇਆ, ਕਹਿੰਦੇ ਸੀ ਐਮਐਸਪੀ ਗਈ ਔਰ ਸਪਸ਼ਟ ਅੱਜ ਕੋਈ ਬੰਦਾ, ਅੱਜ ਐਮਐਲਏ ਸਾਹਿਬ ਕਹਿ ਰਹੇ ਨੇ, ਮੈਨੂੰ ਬਾਈ ਜੀ ਕਹਿ ਰਹੇ ਸਿੱਖਾਂ ਵਾਲਾ ਸਾਹਿਬ ਐਮਐਸਪੀ ਹੈ ਆਪਣੇ ਨਰਮੇ ਦੀ ਐਮਐਸਪੀ ਮਿਲ ਜਾਂਦੀ ਆ। ਮੈਂ ਬਿਲਕੁਲ ਐਮਐਲਏ ਸਾਹਿਬ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜੀਆਂ ਚੀਜ਼ਾਂ ਨੂੰ ਸਰਕਾਰ ਨਹੀਂ ਖਰੀਦਦੀ ਪਹਿਲਾਂ ਤਾਂ ਇਹ ਸਾਰੇ ਆਹੀ ਤਾਂ ਬਿਮਾਰੀ ਹੈ ਇੱਥੇ, ਸਰਕਾਰੀ ਖਰੀਦ ਹੀ ਬੰਦ ਹੋ ਜਾਣੀ ਹੈ। ਮਹਾਰਾਜ ਬੰਦ ਹੋ ਜਾਣੀ ਨਹੀਂ ਹੈਗੀ, ਅੱਜ ਹੈਗੀ ਹੈ। ਜਿਹੜੀ ਚੀਜ਼ ਦੀ ਸਰਕਾਰੀ ਖਰੀਦ ਹੈ ਉਹ ਚੀਜ਼ ਦੀ ਐਮਐਸਪੀ ਜਿਹੜੀ ਹੈਗੀ ਹੈ ਸਾਨੂੰ ਮਿਲ ਰਹੀ ਹੈ, ਤੇ ਜਿਹੜੀ ਦੀ ਨਹੀਂ ਐਮਐਸਪੀ ਦਿੱਤੀ ਕਿਹਨੇ? ਮੋਦੀ ਸਾਹਿਬ ਨੇ ਦਿੱਤੀ ਐਮਐਸਪੀ। ਅੱਜ ਤੋਂ ਪਹਿਲਾਂ ਕਿਹੜੀ ਐਮਐਸਪੀ ਮੰਡੀ 'ਚ? ਜੇ ਤੁਹਾਡੇ ਉਦੋਂ ਪਹਿਲਾਂ ਐਮਐਸਪੀ ਮੈਂ ਤਾਂ ਪਹਿਲੀ ਵਾਰ ਕਿਹਨੇ ਦਿੱਤੀ ਮੈਨੂੰ ਦੱਸੋ? ਅੱਜ ਤੋਂ ਪਹਿਲਾਂ ਐਮਐਸਪੀ ਕਿੱਥੇ ਐਮਐਸਪੀ ਸੀ? ਗੱਲ ਇਹ ਆ ਜੀ 1850 ਰੁਪਿਆ ਰੇਟ ਆ ਜੀ ਮੱਕੀ ਦਾ, 600 ਰੁਪਏ ਨੂੰ ਮੱਕੀ ਖਰੀਦ ਰਹੇ ਆ ਜੀ, ਉੱਥੇ ਐਮਐਸਪੀ ਕਿੱਥੇ ਹੈ ਜੀ? ਦੱਸਣ ਸਾਨੂੰ ਜੀ। ਹਾਂ ਬਿਲਕੁਲ ਹਾਂਜੀ ਦੇਖੋ ਜੇ ਐਮਐਸਪੀ ਘੱਟ ਤੇ ਜਿਹੜਾ ਵਿਕਦਾ, ਹੁਣ ਦੇਖੋ ਇੱਥੇ ਸਰਕਾਰ, ਇੱਥੇ ਪਤਾ ਲੱਗਦਾ ਵੀ ਜਿਹੜੀ ਸਰਕਾਰ ਸੈਂਟਰ ਸਰਕਾਰ ਨਾਲ ਨਹੀਂ ਕਮਿਊਨੀਕੇਟਡ ਤੇ ਉੱਥੇ ਕਿਵੇਂ ਗੁੰਮਰਾਹ ਕੀਤਾ ਜਾਂਦਾ। ਠੀਕ ਹੈ ਜੀ, 14,000 ਕਰੋੜ ਉਹਨਾਂ ਬੰਦਿਆਂ ਲਈ ਰੱਖਿਆ ਹੋਇਆ ਜਿਹੜੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਮਾਲ ਵਿਕਿਆ। ਰਾਜ ਸਰਕਾਰ ਦੀ ਜ਼ਿੰਮੇਵਾਰੀ, ਮੈਂ ਵਿਵਸਥਾ ਦੇ ਹੱਕ 'ਚ ਨਹੀਂ, ਹਾਲਾਂਕਿ ਮੈਂ ਵੀ ਇਸ ਗੱਲ ਲਈ ਕਿਹਾ, ਮੈਂ ਵੀ ਕਹਿਣਾ ਹੈ ਕਿ ਉਹਨੂੰ ਖਤਮ ਕਰਕੇ ਵਪਾਰੀ ਨੂੰ ਇਸ ਗੱਲ ਲਈ ਕਿਹਾ ਜਾਵੇ ਵੀ ਘੱਟੋ ਘੱਟ ਐਮਐਸਪੀ ਦੇ ਖਰੀਦੇ। ਪਰ ਇਹ ਵਿਵਸਥਾ ਹੈ ਕਿ ਰਾਜ ਸਰਕਾਰ ਜਾਵੇ, ਜਿਨ੍ਹਾਂ ਦੀ ਘੱਟ ਵਿਕੀ ਆ ਉਹ 14,000 ਕਰੋੜ ਚੋਂ ਪੈਸੇ ਲਿਆ ਕੇ ਦੇਵੇ, ਪਰ ਪੰਜਾਬ ਸਰਕਾਰ ਸੁੱਤੀ ਪਈ ਹੈ, ਉਹ ਚੋਂ ਪੈਸੇ ਲਿਆ ਕੇ ਨਹੀਂ ਦਿੰਦੀ। ਦੇਵੇ ਪੈਸੇ ਉਹ ਸਾਰੇ ਜ਼ਿਮੀਂਦਾਰਾਂ ਨੂੰ, ਉਹਨਾਂ ਦਾ ਹੱਕ ਦਿਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਔਰ ਵਿਰੋਧੀ ਧਿਰ ਜਿਹੜੀ ਹੈਗੀ ਉਹ ਨਾਲ ਰਲੀ ਹੋਈ, ਉਹ ਸਿਰਫ ਮੋਦੀ ਨੂੰ ਗਾਲਾਂ ਕੱਢਣ ਦੇ ਬੈਠੇ ਆ। 15 ਲੱਖ ਮਿਲ ਗਿਆ, ਗੱਲ ਨਹੀਂ ਕਰਦੇ, 15 ਲੱਖ ਮਿਲ ਗਿਆ, ਬਸ ਆ ਇੱਕ ਜੁਮਲਿਆਂ ਦੀ ਗੱਲ। 15 ਲੱਖ ਬਿਲਕੁਲ ਮੇਰੀ ਗੱਲ ਸੁਣੋ, 15 ਲੱਖ ਵੀ ਮਿਲ ਗਿਆ ਇਹਨੂੰ, ਆਪਣੇ ਢਾਲੀਵਾਲ ਸਾਹਿਬ ਮੇਰੇ ਛੋਟੇ ਵੀਰ ਨੂੰ, ਇਹਦੇ ਕੋਲੇ ਹਾਂਜੀ ਪੈਟਰੋਲ ਵੀ 32 ਰੁਪਏ ਲੀਟਰ ਹੋ ਗਿਆ, ਉਹਦੇ ਕਾਲਾ ਧਨ ਵੀ ਵਾਪਸ ਆ ਗਿਆ, ਸਾਰਾ ਕੁਝ ਹੋ ਗਿਆ। ਕੁਝ ਮੇਰੀ ਗੱਲ ਸੁਣੋ ਯਾਰ, ਗੱਲ ਸੁਣੋ ਮੇਰੀ, ਇੱਕ ਮਿੰਟ ਮੈਂ ਗੱਲ ਕਰਦਾ ਤੁਹਾਨੂੰ ਪੰਜਾਬੀ 'ਚ। ਮੈਂ ਵੀ ਐਮਐਸਪੀ ਦਾ ਇਹਨੂੰ ਨਸ਼ਾ ਚੜ ਗਿਆ 15 ਲੱਖ ਦਾ, ਹੋਰ ਕੋਈ ਗੱਲ ਨਹੀਂ। ਸਾਡੇ ਕੋਲ ਨਹੀਂ ਆਇਆ, ਸਾਡੇ ਕੋਲ ਬੁੜੀਆਂ ਦੇ ਕਢਾ ਕੇ ਲੈ ਗਏ, ਜਿਹੜੇ 2-3 ਹਜ਼ਾਰ ਰੁਪਏ ਲੁਕੋ ਕੇ ਰੱਖਿਆ ਬੁੜੀਆਂ ਦਾ ਖਾਤੇ ਖਿਲਾ ਕੇ। ਇਹਨਾਂ ਲੋਕਾਂ ਨੇ ਜਿਹਦੀ ਗੱਲ ਕੀਤੀ ਵੀ ਉਹਨੂੰ ਬਚਾਵਾਂਗੇ, ਉਸੇ ਨੂੰ ਮਾਰਿਆ। ਚੋਰ ਵੀ ਭਜਾ ਦੇ ਮਤਲਬ ਚੋਰ ਵੀ ਭਜਾਤੇ, ਸਾਰਾ ਕੁਝ ਕਮਾਲ ਹੀ ਕਰਤੀ ਯਾਰ। ਐਡਾ ਕਾਲਾ ਕਾਨੂੰਨ, ਉਹ ਯਾਰ ਜਿਹਦੇ ਵਾਸਤੇ ਬਣਾਇਆ ਤੁਸੀਂ ਉਹਨੂੰ ਪੁੱਛ ਤਾਂ ਲਓ। ਮੰਨਦੇ ਆ ਵੀ ਚੱਲ ਇਹਨਾਂ ਦੇ ਹੱਕ 'ਚ ਹੋਊਗਾ ਕਿਸਾਨਾਂ ਦੇ, ਕਿਸੇ ਇੱਕ ਕਿਸਾਨ ਨੂੰ ਪੁੱਛਿਆ ਇਹਨਾਂ ਨੇ? ਅੱਛਾ ਚਲੋ ਐਮਐਸਪੀ ਦੀ ਗੱਲ ਕਰਦੇ ਵੀ ਹੈਗੀ ਆ, ਤੇ ਫਿਰ ਇੱਕ ਲਾਈਨ ਵਿੱਚ ਪਾ ਦੇਣ, ਉਹਦੇ ਇੱਕ ਲਾਈਨ ਹੀ ਲਿਖਣੀ ਹੈ ਵੀ ਐਮਐਸਪੀ ਤੋਂ ਘੱਟ ਕੋਈ ਨਹੀਂ ਖਰੀਦ ਸਕਦਾ। ਖਤਮ ਹੋਈ, ਤੁਸੀਂ ਫੇਰ ਗੱਲ ਕਰਿਓ। ਫੇਰ ਉਹੀ ਗੱਲ ਜੀ, ਤੇ ਗੱਲ ਖਤਮ, ਉਹ ਖਤਮ ਹੀ ਹੈ ਭੈਣ ਜੀ। ਉਹ ਭੈਣ ਜੀ ਮੇਰੀ ਸੁਣੋ ਗੱਲ, ਆ ਨਰਮਾ ਵਿਕੀ ਜਾਂਦਾ 4,000 ਨੂੰ ਵਿਕੀ ਜਾਂਦਾ, 5,000 ਐਮਐਸਪੀ ਉਹਦੀ। ਨਹੀਂ ਤਾਂ ਪੈਸਾ ਲੈ ਕੇ ਦਿਓ, 14,000 ਕਿਹਨੇ ਦੇਣਾ? ਇਹ ਤੁਸੀਂ ਗਰੰਟੀ ਦੇਣੀ ਸਰਕਾਰ ਨੇ। ਕਮਾਲ ਦੀ ਗੱਲ ਹੈ, ਲੋਕਾਂ ਜੱਟਾਂ ਲੁੱਟੀ ਜਾਂਦੇ ਆ। ਇਹ ਕੱਲਾ ਜੱਟ ਨਹੀਂ ਮਰਨਾ, ਨਾ ਜੀ ਨਾ, ਕੱਲਾ ਜੱਟ ਨਹੀਂ ਮਰਨਾ, ਇਹਦੇ ਨਾਲ ਬਾਣੀਆਂ ਵੀ ਮਰੂ, ਇਹਦੇ ਨਾਲ ਗਰੀਬ ਵੀ ਮਰੂ, ਪੰਜਾਬ ਦਾ ਅੱਧਾ ਰਹਿ ਜਾਣਾ। ਕੰਪਲੇਂਟ ਕੀ ਸੁਣਨਾ? ਸਵਾਮੀਨਾਥਨ ਰਿਪੋਰਟ ਲਾਗੂ ਹੋਈ ਨੂੰ ਕਿੰਨਾ ਚਿਰ ਹੋ ਗਿਆ ਜੀ? ਅੱਜ ਤੱਕ ਦੱਸੋ ਕਿਹੜੇ ਛੋਟੇ ਕਿਸਾਨ ਨੂੰ ਕੋਈ ਟਰੈਕਟਰ ਮਿਲਦਾ? ਸੋਸਾਇਟੀ ਦੇ ਵਿੱਚ ਇੱਕ ਟਰੈਕਟਰ ਹੈ, ਕਿੰਨੇ ਕਿਸਾਨ ਵਾਹੁਣਗੇ ਜੀ ਉਹਨੂੰ? ਕੋਈ ਨਹੀਂ ਵਾਹੂਗਾ ਜੀ। ਇੱਕ ਕਿਸਾਨ ਲੈ ਜੂਗਾ ਤੇ ਦੂਜਾ ਫਸਲ ਤੇ ਉਹਨੂੰ ਰੌਣੀ ਸੁੱਕ ਜਾਂਦੀ ਹੈ, ਕੀ ਕਰੂਗਾ ਜੀ ਬੰਦਾ? ਮਤਲਬ ਅਸੀਂ ਇਸ ਚੀਜ਼ ਦਾ ਸਖਤ ਵਿਰੋਧ ਕਰਾਂਗੇ। ਸਾਡਾ ਸੰਵਿਧਾਨ ਚੱਲ ਰਿਹਾ, ਸਾਡਾ ਦੇਸ਼ ਚੱਲ ਰਿਹਾ, ਕਰਾਂਗੇ ਜੀ। ਆਰਡੀਨੈਂਸ ਦਾ ਵਿਰੋਧ ਕਰਦੇ ਹਾਂ ਅਸੀਂ, ਰੋਜ਼ ਨਵੇਂ ਕਾਨੂੰਨ ਬਣਾਉਣ ਦੀ ਲੋੜ ਕੀ? ਜਦੋਂ ਕਿ ਸਾਡਾ ਦੇਸ਼ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਾਂ, ਕਿਸਾਨ ਹੈ, ਕਿਸਾਨਾਂ ਦੇ ਵਧੀਆ ਢੰਗ ਨਾਲ ਚੱਲ ਰਹੀ ਹੈ। ਸਾਡੀ ਖੇਤੀ ਨੀਤੀ, ਦੇਸ਼ ਤਰੱਕੀ ਕਰ ਰਿਹਾ 70 ਸਾਲ ਤੋਂ। ਕਿੱਥੇ ਸਾਡੀ, ਜਦੋਂ ਅਸੀਂ ਸ਼ੁਰੂਆਤ ਕੀਤੀ ਹੈ, ਦੇਸ਼ ਆਜ਼ਾਦ ਹੋਇਆ, ਸਾਡੇ ਕੋਲ ਖਾਣ ਵਾਸਤੇ ਕਣਕ ਨਹੀਂ ਸੀ, ਤੇ ਅੱਜ ਸਾਡੇ ਕੋਲ ਕਣਕ ਇੰਨੀ ਹੋ ਗਈ। ਉਦੋਂ ਅਮਰੀਕਾ ਤੋਂ ਮੰਗਾਉਂਦੇ ਸੀ ਕਣਕ ਅਸੀਂ।
ਅੱਜ ਕਣਕ ਇੰਨੀ ਹੋ ਗਈ ਵੀ ਅਸੀਂ ਉਹਦਾ ਐਕਸਪੋਰਟ ਵੀ ਕਰਦੇ ਹਾਂ। ਰਤਨ ਮਿੱਠੀ ਜੀ ਚੱਲ ਹੋਰ ਗੱਲ ਛੱਡ ਦੁਨੀਆ ਦੇ ਵਿੱਚ ਕਿਤੇ ਵੀ ਐਸਾ ਮਾਡਲ ਨਹੀਂ ਸੀ ਦੁਨੀਆ ਦੇ ਵਿੱਚ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਮਾਡਲ ਸੀਗਾ MSP ਦਾ ਕਿਸਾਨ ਨੂੰ ਨਿਰਧਾਰਤ ਮੁੱਲ ਦੇਣਾ। ਤੁਸੀਂ ਹੈਗਾ ਉਹ ਯਾਰ ਤੁਸੀਂ ਫੇਰ ਉਹੀ ਗੱਲ ਕਰਦੇ ਫਿਰ ਉਹਦੇ ਚ ਲਾਈਨ ਪਾ ਦਿਓ ਇੱਕ ਹੈਗਾ ਇਹ ਤਾਂ ਕੋਈ ਹੈ ਨਹੀਂ ਹੈ ਤੁਸੀਂ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ 15 ਲੱਖ ਰੁਪਈਆ ਆ ਗਿਆ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕਾਲਾ ਧਨ ਆ ਗਿਆ MSP ਲਾਗੂ ਕਰਦੇ ਨੇ ਨਹੀਂ ਉਸੇ ਤਰ੍ਹਾਂ ਕੋਈ ਇਤਰਾਜ਼ ਨਹੀਂ। ਇੱਕ ਮਿੰਟ ਜੀ MSP ਤੋਂ ਵੱਧ ਕੋਈ ਖਰੀਦੇ ਤਾਂ ਖਰੀਦੇ। ਇੱਕ ਮਿੰਟ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਪਾ ਕੇ ਦਿੱਤਾ ਸੀ ਵੀ ਅਸੀਂ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਤੁਹਾਨੂੰ ਭਾਅ ਦੇਵਾਂਗੇ ਭਾਅ ਤਾਂ ਕੀ ਦੇਣਾ ਸੀ ਸਾਡੀ MSP ਦਾ ਰਜੀਮ ਹੀ ਖਤਮ ਕਰ ਦੇਣਾ ਇਹਨਾਂ ਨੇ ਕਮਾਲ। ਹੁਣ ਮੇਰੀ ਸੁਣੋ ਗੱਲ ਜਿਹੜੀ ਦੁਕਾਨ MSP ਕਿੱਥੇ ਮਿਲਣੀ ਹੈ ਮੰਡੀ 'ਚ ਲੱਗਣਾ 8.5% ਟੈਕਸ ਬਾਹਰ ਟੈਕਸ ਨਹੀਂ ਲੱਗਣਾ ਕੋਈ ਕਿਸਾਨਾਂ ਨੂੰ ਭਾਅ ਮਿਲੂਗਾ ਵੱਧ 2 ਸਾਲ ਵੱਧ ਭਾਅ ਦੇਣਾ ਇਹਨਾਂ ਨੇ ਜਿਹੜਾ 8.5% ਬੱਚਤ ਹੋਊਗੀ। ਮੁੜ ਕੇ ਤੁਹਾਡੀਆਂ ਬੰਦ ਮੰਡੀਆਂ ਜਦੋਂ ਮੰਡੀਆਂ ਬੰਦ ਜਿਵੇਂ ਸਬਜ਼ੀ ਵਾਲੇ ਬਹਿ ਕੇ 4 ਵਪਾਰੀ ਏਕਾ ਕਰ ਲੈਂਦੇ ਨਾ ਵੀ ਇਦੋਂ ਵੱਧ ਆਪਾਂ ਲੈਣਾ ਨਹੀਂ ਇਹ ਪ੍ਰਿਸਕ੍ਰਿਪਸ਼ਨ ਉਹ ਯਾਰ 80 ਰੁਪਏ ਦੇ ਗੁੱਲ ਮੱਕੀ ਦੇ ਗੁੱਲ ਪ੍ਰੋਜੈਕਸ਼ਨ ਮੱਕੀ ਦੇ ਗੁੱਲ 80 ਰੁਪਏ ਪ੍ਰੋਜੈਕਸ਼ਨ ਨਹੀਂ ਦਿਸ ਇਜ਼ ਫੈਕਟ ਜਾ ਕੇ ਵੇਖੋ 80 ਰੁਪਏ ਦਾ ਗੁੱਲ ਮਿਲਦਾ ਤੇ ਮੱਕੀ ਲੈਂਦੇ ਆ ਕਿੰਨੇ 1000 ਰੁਪਏ 1850 MSP ਉਹਦੀ ਗਾਰੰਟੀ ਦਾ ਦਿਓ ਸਾਨੂੰ ਕੋਈ ਉਹ ਯਾਰ ਐਡਾ ਵੱਡਾ ਕਾਨੂੰਨ ਬਣਾ ਦੋ ਉਹਦੇ ਵਿੱਚ ਇੱਕ ਲਾਈਨ ਨਹੀਂ ਪੈ ਸਕਦੇ ਤੁਸੀਂ 800 ਰੁਪਏ ਲਿਆਓ ਜੇ ਇਮਾਨਦਾਰ ਹੈ ਤੁਸੀਂ ਇਮਾਨਦਾਰ ਹੈ ਤੁਸੀਂ ਬਿਲਕੁਲ ਇਮਾਨਦਾਰ ਤੁਸੀਂ ਇਮਾਨਦਾਰ ਆ ਅੰਬਾਨੀ ਵਾਸਤੇ ਅਡਾਨੀ ਵਾਸਤੇ ਰਿਲਾਇੰਸ ਵਾਸਤੇ ਦੂਜਿਆਂ ਤੇ ਸਿਰਫ ਕਿਸੇ ਕਿਸਾਨ ਵਾਸਤੇ ਕਿਸੇ ਗਰੀਬ ਵਾਸਤੇ ਤੁਸੀਂ ਇਮਾਨਦਾਰ ਨਹੀਂ। ਹਰੇਕ ਸਕੀਮ ਦੇ ਵਿੱਚ ਠੱਗੀ ਆਯੁਸ਼ਮਾਨ ਸਕੀਮ ਦੇ ਵਿੱਚ ਠੱਗੀ ਮਾਰੀ ਜਾਂਦੇ ਆ 800 ਰੁਪਏ ਕਹਿੰਦੇ ਵੀ ਜੇ ਕਿਸੇ ਬੰਦੇ ਦੇ ਦੋਨੇ ਟੁੱਟ ਜਾਣ ਨਾ ਚੂਲੇ ਤੇ ਪਹਿਲਾਂ ਇੱਕ ਦਾ ਆਪਰੇਸ਼ਨ ਹੋਊਗਾ ਦੂਜੇ ਦਾ ਆਪਰੇਸ਼ਨ ਹੀ ਨਹੀਂ ਹੋਣਾ ਮਤਲਬ ਕਮਾਲ ਦੀ ਗੱਲ ਲਿਆਂਦੀ ਕਿ ਠੱਗੀ ਮਾਰਨ ਵਾਸਤੇ ਹਰੇਕ ਪਾਸੇ ਠੱਗੀ ਮਤਲਬ ਇਹ ਠੱਗ ਪ੍ਰਧਾਨ ਮੰਤਰੀ ਆ ਇਹ ਠੱਗ ਪਾਰਟੀ ਆ ਇਹਨੇ ਪੰਜਾਬ ਤੇ ਹਰਿਆਣੇ ਦਾ ਇਹਨਾਂ ਨੇ ਕਚੂਮਰ ਕੱਢ ਦੇਣਾ ਇਹਨਾਂ ਨੇ ਮਾਰ ਦੇਣਾ ਉਹ ਮਹਾਰਾਜ ਸਾਡੇ ਅੱਗੇ ਤੁਸੀਂ ਬੁਨਿਆਦ ਹੀ ਝੂਠ ਤੇ ਇਹਨਾਂ ਦੀ ਜਦੋਂ ਇਸ ਪਾਰਟੀ ਦੀ ਜਿਹੜੀ ਬੁਨਿਆਦ ਹੈ ਉਹ ਟਿਕੀ ਹੋਈ ਝੂਠ ਤੇ ਆ। ਮੈਂ ਇੱਕ ਗੱਲ ਕਹਿਣੀ ਚਾਹਣਾ ਤੁਸੀਂ ਦੇਖੋ ਇਦੋਂ ਪਹਿਲਾਂ ਮੈਂ ਵੀ ਜਦੋਂ ਨਾ ਜਾਂਦੇ ਹੁੰਦੇ ਸੀ ਆਪਾਂ ਲੜਨ ਵਾਸਤੇ ਕਿਸਾਨ ਜਥੇਬੰਦੀਆਂ ਸੀ ਕਹਿੰਦੇ ਸੀ ਇੱਕ ਪੈਨ ਵਾਲਾ ਆਪਦੀ ਪੈਨ ਦੀ ਫਸਲ ਦੀ ਜਿਹੜੀ ਕੀਮਤ ਹੈ ਉਹ ਆਪ ਨਿਰਧਾਰਿਤ ਕਰਦਾ ਜੱਟ ਨਹੀਂ ਕਰ ਸਕਦਾ। ਅੱਜ ਮੋਦੀ ਨੇ ਦੇਤਾ ਉਹਨੂੰ ਬਾਈ ਜੀ ਇਹ ਕਾਨੂੰਨ ਬਣਾ ਕੇ ਜੱਟ ਆਪਦੀ ਫਸਲ ਦਾ ਮੁੱਲ ਆਪ ਨਿਰਧਾਰਿਤ ਕਰੂਗਾ। ਕਿਉਂ ਰੌਲਾ ਪਾਇਆ ਇਹਨੂੰ ਵੈਲਕਮ ਕਰੋ ਪਹਿਲਾਂ ਕੰਪਿਊਟਰ ਪੁੱਠਾ ਕੰਮ ਕਰੀ ਜਾਂਦੇ ਆਪਾਂ ਕੀ ਕਰਨਾ ਹੈ ਪਹਿਲਾਂ ਢਾਲੀਵਾਲ ਸਾਹਿਬ ਜ਼ਿਮੀਂਦਾਰ ਕਿਉਂ ਸੋ ਸਾਡੇ ਨਾਲ ਲੋਕ ਜਨ ਸ਼ਕਤੀ ਪਾਰਟੀ ਦੇ ਯੁਵਾ ਪ੍ਰਧਾਨ ਗੁਰਲਾਲ ਲਾਲੀ ਜੀ ਕਿਵੇਂ ਦੇਖਦੇ ਹੋ ਤੁਸੀਂ? ਆ ਤੁਹਾਡੇ ਸਾਹਮਣੇ ਇਹਨਾਂ ਦੀ ਕੋੜ ਤੁਸੀਂ ਦੇਖ ਰਹੇ ਹੋ ਇਹ ਆਪਸ ਵਿੱਚ ਕੋੜ ਕਰੀ ਜਾਂਦੇ ਕਿਉਂਕਿ ਇਹਨਾਂ ਨੂੰ ਪਤਾ ਵੀ ਅਬ ਚਿੜੀਆ ਅਬ ਪਛਤਾਏ ਕਿਆ ਬਣੇ ਜਬ ਚਿੜੀਆ ਚੁੱਗੀ ਖੇਤ। ਇਹ ਚਿੜੀਆ ਖੇਤ ਚੁੱਗ ਗਈ ਹੈ। ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਆ। ਇਹਨਾਂ ਨੇ ਸਾਰਿਆਂ ਨੇ ਇਹ ਮਿਲ ਕੇ ਗੇਮ ਬਣਾਈ ਹੋਈ ਆ। ਸਾਲ ਡੇਢ ਸਾਲ ਦਾ ਪੂਰਾ ਪ੍ਰੋਸੈਸ ਚੱਲਿਆ। ਕਾਂਗਰਸ ਪਾਰਟੀ ਨੇ ਆਪਦੀ ਜਿਹੜੀ ਬੁੱਕਲ ਦੇ ਵਿੱਚ ਗੁੜ ਭੰਨਿਆ ਹੈਗਾ। ਅਕਾਲੀ ਦਲ ਨੇ ਪੂਰੀ ਉਹਨੂੰ ਸਹਿਮਤੀ ਦਿੱਤੀ ਹੋਈ ਆ ਔਰ ਭਾਰਤੀ ਜਨਤਾ ਪਾਰਟੀ ਦੇ ਝੋਲੀ ਦੇ ਵਿੱਚ ਸਾਰੇ ਜਾਣੇ ਵੜੇ ਹੋਏ ਆ। ਇਹ ਕਿਸਾਨਾਂ ਦੇ ਕੋਈ ਹਤੈਸੀ ਨਹੀਂ ਹੈਗੇਗੇ। ਇਹਨਾਂ ਨੇ ਸਾਰੇ ਨੇ ਰਲ ਮਿਲ ਕੇ ਕਿਸਾਨਾਂ ਦਾ ਕਜੂਮਰ ਕੱਢਿਆ। ਜਿਹੜੇ ਗੱਲ ਇਹ ਕਰਦੇ ਆ ਮੈਂ ਮਤਲਬ 100% ਕਿਸਾਨਾਂ ਦੇ ਨਾਲ ਸਹਿਮਤ ਆ ਕਿਉਂਕਿ ਭਾਈ ਸਾਹਿਬ ਨੇ ਸਾਡੇ MLA ਸਾਹਿਬ ਨੇ ਇੱਕ ਐਗਜ਼ਾਮਪਲ ਦਿੱਤੀ ਬਿਹਾਰ ਦੇ ਵਿੱਚ ਅੱਜ ਝੋਨੇ ਦਾ ਰੇਟ 1000 ਰੁਪਈਆ ਹੀ ਆ। ਉੱਥੇ 2000 ਰੁਪਈਆ MSP ਰੇਟ ਨਹੀਂ ਹੈਗਾ। ਇਹ ਗੱਲ ਮਤਲਬ ਕਿਤੇ ਨਾ ਕਿਤੇ ਜੇ ਆਪਾਂ ਕੋਟਕਪੂਰਾ ਪੂਰੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਪ੍ਰਾਈਵੇਟ ਸਕੂਲ ਦੇਖ ਲਓ ਪ੍ਰਾਈਵੇਟ ਸਕੂਲ ਲੱਗੇ ਆ ਜਾਂ ਸਰਕਾਰੀ ਸਕੂਲ ਲੱਗੇ ਹੈਗੇ ਆ। ਜਿੰਨਾ ਵੀ ਪ੍ਰਾਈਵੇਟ ਸੈਕਟਰ ਬਣਿਆ ਹੈਗਾ ਉਹ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਉੱਪਰ ਜਾ ਰਿਹਾ ਔਰ ਜਿਹੜੀਆਂ ਸਰਕਾਰੀ ਜਿੰਨੇ ਵੀ ਵਿਵਸਥਾਵਾਂ ਸੀ ਸਾਰੀਆਂ ਦੇ ਸਾਰੀਆਂ ਢਹਿ ਢੇਰੀ ਹੁੰਦੀਆਂ ਜਾ ਰਹੀਆਂ। ਉਹਨਾਂ ਦੀਆਂ ਇਮਾਰਤਾਂ ਖੰਡਰ ਬਣਦੀਆਂ ਜਾ ਰਹੀਆਂ। ਸਭ ਕੁਝ ਖੰਡਰ ਬਣਦਾ ਜਾ ਰਿਹਾ ਹੈਗਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਹਰਿਆਣੇ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਲੋਕ ਹੈਗੇ ਆ ਇਹ ਕਾਲੇ ਕਾਨੂੰਨ ਦੇ ਖਿਲਾਫ ਹੈਗੇ ਆ। ਅਸੀਂ ਕਿਸਾਨਾਂ ਦੇ ਨਾਲ ਹੈਗੇ ਆ ਕਿਉਂਕਿ ਕਿਸਾਨ ਜਿਹੜਾ ਜੈ ਜਵਾਨ ਤੇ ਕਿਸਾਨ ਦਾ ਨਾਰਾ ਹਮੇਸ਼ਾ ਤੋਂ ਲੱਗਦਾ ਰਿਹਾ ਕਿਉਂਕਿ ਉਹ ਅੰਨਦਾਤਾ ਹੈਗਾ। ਜੇਕਰ ਇਹ ਪਾਰਟੀਆਂ ਦੋਨੋਂ ਪਾਰਟੀਆਂ ਜਿਹੜੀ ਇੱਕ ਤੀਜੀ ਸਾਡੀ ਪਾਰਟੀ ਹੈ ਜਿਹਦੇ ਵਿੱਚ ਭਗਵੰਤ ਮਾਨ ਜੀ ਨੇ ਵੀ ਵਾਕਆਊਟ ਕਰਕੇ ਆਏ ਹੈਗੇ ਉਹਨਾਂ ਨੇ ਵੀ ਕਿਸਾਨਾਂ ਦੀ ਮਤਲਬ ਹੱਕ ਦੇ ਵਿੱਚ ਨਾਰਾ ਨਹੀਂ ਮਾਰਿਆ ਆਮ ਆਦਮੀ ਪਾਰਟੀ ਨੇ। ਇਹ ਤਿੰਨੇ ਦੇ ਤਿੰਨੇ ਰਲ ਮਿਲ ਕੇ 1.5 ਸਾਲ ਤੋਂ ਲੋਕਾਂ ਨੂੰ ਇੱਧਰ ਇਸ ਸਾਈਡ ਤੇ ਲੋਕਡਾਊਨ ਸੀਗਾ ਔਰ ਦੂਜੇ ਸਾਈਡ ਤੇ ਇਹਨਾਂ ਦੀ ਖਿਚੜੀ ਪੱਕ ਰਹੀ ਸੀ। ਇਹ ਕਿਸਾਨ ਅੱਜ ਸੜਕਾਂ ਤੇ ਬੈਠੇ ਆ। ਕਿਸਾਨ ਅੱਜ ਧਰਨੇ ਲਗਾ ਰਹੇ ਹੈਗੇ ਆ। ਇਹ ਸਿਰਫ ਉੱਤੇ ਰੋਟੀਆਂ ਸੇਕ ਰਹੇ ਹੈਗੇ। ਇਹ ਜਿਹੜਾ ਕਾਲਾ ਕਾਨੂੰਨ ਲੈ ਕੇ ਆਂਦਾ ਹੈਗਾ ਇਹ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਬਗੈਰ ਲਿਆਂਦਾ। ਜੇਕਰ ਕਿਸਾਨਾਂ ਦੀ ਕਿਸਾਨ ਯੂਨੀਅਨ ਨਾ ਹੁੰਦੀ ਇੰਨੀਆਂ ਯੂਨੀਅਨਾਂ ਕਿਸਾਨਾਂ ਦੀਆਂ ਬਣੀਆਂ ਹੋਈਆਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਮੈਂ ਕਹਿੰਦਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਅੱਜ ਜੋ ਅਸਤੀਫਾ ਦੇ ਰਿਹਾ ਉਸੇ ਦਿਨ ਕਿਸਾਨ ਯੂਨੀਅਨ ਨਾਲ ਮਤਲਬ ਕਿ ਕਮਿਟ ਕਰਦੇ ਬੈਠਕ ਕਰਕੇ ਫੈਸਲਾ ਦਿੰਦੇ ਉਹਨਾਂ ਦੇ ਨਾਲ ਸਹਿਮਤੀ ਦਿੰਦੇ ਤਾਂ ਉਹ ਇਕੱਲੇ ਪੈਨ ਨਾਲ ਸਾਈਨ ਕਰਕੇ ਆਉਣ ਦੇ ਨਾਲ ਇਹ ਸਹਿਮਤੀ ਨਹੀਂ ਹੁੰਦੀਗੀ। ਮੈਂ
ਇਸ ਗੱਲ ਤੋਂ ਮਤਲਬ ਕਿ ਹਮੇਸ਼ਾ ਹੀ ਇਹ ਤਾਂ ਮੁੱਕਰ ਰਹੇ ਗਏ। ਹੁਣ ਇਹ ਤਾਂ ਮੁੱਕਰਨਾ ਪਾਰਟੀਆਂ ਦਾ ਕੰਮ ਹੁੰਦਾ, ਇਹ ਆਪਦੇ ਸਵਾਲਾਂ ਤੋਂ ਆਪ ਹੀ ਮੁੱਕਰਦੇ ਆ। ਔਰ ਮੈਂ ਆਪਣੀ ਪਾਰਟੀ ਦੇ ਵੱਲੋਂ ਅਸੀਂ ਪੁਰਜੋਰ ਇਸ ਕਾਨੂੰਨ ਦੀ ਜਿਹੜਾ ਨਿੰਦਾ ਕਰਦੇ ਆ ਔਰ ਕਿਸਾਨਾਂ ਦੇ ਨਾਲ ਖੜੇ ਹੈਗੇ, ਕਿਉਂਕਿ ਕਿਸਾਨ ਅੰਨਦਾਤਾ ਜੇ ਉਹਦੇ ਕੋਲੇ ਕੁਛ ਉਹਦੀ ਜੇਬ 'ਚ ਹੋਊਗਾ ਤਾਂ ਅਸੀਂ ਤਾਂ ਹੀ ਇੱਕ ਚੈਨ ਦੀ ਨੀਂਦ ਜਿਹੜੀ ਹੈਗੀ ਆ ਸੌਂ ਸਕਦੇ, ਢਿੱਡ ਭਰ ਕੇ ਸੌਂ ਸਕਦੇ ਆ। ਜੇ ਕਿਸਾਨਾਂ ਨਾਲ ਜਿਹੜੇ ਲੋਕ ਧੋਖਾ ਕਰਦੇ ਹੈਗੇ ਆ, ਅੱਜ ਉਹਨਾਂ ਰਾਜਨੀਤਿਕ ਪਾਰਟੀਆਂ ਜਦੋਂ ਜਾਣਗੇ ਨਾ, ਪਿੰਡਾਂ ਦੇ ਵਿੱਚ, ਮਹੱਲਿਆਂ ਦੇ ਵਿੱਚ ਜਾਣਗੇ, ਵਾਰਡਾਂ ਦੇ ਵਿੱਚ, ਇਹ ਲੋਕ ਇਹਨਾਂ ਨੂੰ 2022 ਦੇ ਇਲੈਕਸ਼ਨ 'ਚ ਸਾਰਿਆਂ ਨੂੰ ਸਬਕ ਸਿਖਾਉਣਗੇ ਵੀ ਇਹ ਕਿਵੇਂ ਇਹਨਾਂ ਨੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਧਰੋਹ ਕੀਤਾ। ਕੀ ਕਹੋਗੇ ਕਿ ਤੁਹਾਨੂੰ 2022 ਦੇ ਵਿੱਚ ਲੋਕ ਖਾਸ ਕਰਕੇ ਪਿੰਡਾਂ ਦੇ ਵਿੱਚ ਵੀ ਉਹ ਕਹਿ ਰਹੇ ਆ ਵੀ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ, ਜ਼ਿਮੀਂਦਾਰ ਕਹਿ ਰਹੇ ਆ, ਜਿਹੜੇ ਪ੍ਰੋਟੈਸਟ ਕਰਦੇ ਉਹ ਵੀ ਕਹਿ ਰਹੇ ਆ, ਅੱਜ ਵੀ ਮੈਂ ਖਬਰ ਕੀਤੀ ਸੀ ਉਹ ਵੀ ਗੱਲ ਕਹਿ ਕੇ ਗਏ ਆ। ਲੱਗਦਾ ਤੁਹਾਨੂੰ ਇਸ ਤਰ੍ਹਾਂ ਦਾ ਟਾਈਮ ਆਊਗਾ? ਦੇਖੋ, ਇਸ ਤਰ੍ਹਾਂ ਦਾ ਕੁਝ ਵੀ ਹੋਣ ਵਾਲਾ ਨਹੀਂ। ਇਹ ਅੱਜ ਠੀਕ ਹੈ, ਜੋ ਵੀ ਆਪਦਾ ਸਾਰੀਆਂ ਪਾਰਟੀਆਂ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਔਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਜਿਵੇਂ ਜਿਵੇਂ ਕਿਸਾਨ ਨੂੰ ਪਤਾ ਲੱਗੂਗਾ ਕਿ ਇਹ ਬਿੱਲ ਮੇਰੇ ਹੱਕ 'ਚ ਹੈ, ਪਤਾ ਲੱਗ ਜਾਣਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਰਮਵਾਰ ਝੂਠ ਸਾਬਤ ਹੋ ਗਏ, ਉਵੇਂ ਜਿਵੇਂ ਜਿਵੇਂ ਉਹਨੂੰ ਪਤਾ ਲੱਗੀ ਜਾਣਾ ਉਹਨਾਂ ਨੇ ਪਿੱਛੇ ਹਟੀ ਜਾਣਾ। ਇਹਨਾਂ ਧਾਲੀਵਾਲ ਤੇ ਸਾਹਿਬ ਉਸ ਦਿਨ ਇਹ ਗੱਲ ਸਾਹਮਣੇ ਆ ਜਾਣੀ। ਦੁਗਣੀਆਂ ਚੋਣਾਂ ਜਦੋਂ ਕਾਨੂੰਨ ਪਾਸ ਹੋ ਗਿਆ, ਹੁਣ ਉਹਨਾਂ ਦੇ ਸਮਝ ਆਵੇ ਜਾਂ ਨਾ ਆਵੇ, ਮੋਦੀ ਜੀ ਦੁਗਣੀਆਂ ਵੋਟਾਂ ਨਾਲ ਜਿੱਤੇ ਆ। ਵੋਟਾਂ ਦੀ ਗੱਲ ਹੋਰ ਆ, ਪਰ ਨੋਟਬੰਦੀ ਨੇ ਫਾਇਦਾ ਨਹੀਂ ਕੀਤਾ। ਕਿਸਾਨਾਂ ਨੇ ਮੰਡੀ 'ਚ ਫਸਲ ਨਹੀਂ ਲੈ ਕੇ ਆਉਣੀ। ਕਿਸਾਨ ਕਿਉਂਕਿ ਜਿਹੜਾ ਉੱਥੇ ਇੱਥੋਂ ਦੇ ਅਧਿਕਾਰੀ ਹੈਗੇ ਆ, ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਹੈਗੇ ਆ, ਉਹਨਾਂ ਨੇ ਆਉਣਾ ਨਹੀਂ, ਉਹਨਾਂ ਨੇ ਫਸਲ ਚੱਕਣੀ ਨਹੀਂ। ਪ੍ਰਾਈਵੇਟ ਬੰਦੇ ਨੂੰ ਮੌਕਾ ਮਿਲ ਜੂਗਾ ਔਰ ਗਰੀਬ ਜਿਹੜਾ ਕਿਸਾਨ ਹੈਗਾ ਉਹ ਮਜਬੂਰੀ ਦੇ ਵਿੱਚ ਜਿੰਨਾ ਉਹਨੂੰ ਰੇਟ ਮਿਲੂਗਾ ਉਹ ਵੇਚੂਗਾ। ਕਿਉਂਕਿ ਇਹਨਾਂ ਨੇ ਤਾਂ ਇੱਕ ਪਲਾਨ ਕੀਤਾ ਹੋਇਆ ਨਾ ਕਿਸਾਨਾਂ ਦੇ ਨਾਲ, ਕਿਸਾਨਾਂ ਨੂੰ ਮਾਰਨ ਦਾ ਪਲਾਨ ਕੀਤਾ ਹੋਇਆ। ਇਹ ਜਿਹੜੀਆਂ ਤਨਾਟ ਪਾਰਟੀਆਂ, ਜਿਹੜੀਆਂ 10 20 15 ਘਰਾਣੇ ਜਿਹੜੇ ਹੈਗੇ ਆ, ਉਹਨਾਂ ਨੂੰ ਇਹ ਸਿੱਧਾ ਸਿੱਧਾ ਲਾਭ ਦਿੰਦਾ। ਇਹ ਡਿਸੀਜਨ ਲਿਆ ਗਿਆ। ਇਹ ਕੋਈ ਮਤਲਬ ਕਿਸਾਨ ਵਿਰੋਧੀ ਫੈਸਲਾ ਹੈਗਾ, ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਹੈਗਾ। ਰਤਨ ਮਿੱਠੂ ਜੀ, ਤੁਸੀਂ ਹਰੇਕ ਮੁੱਦੇ ਤੇ ਲਿਖਦੇ ਰਹੇ ਹੋ, ਹੁਣ ਤੁਸੀਂ ਕਿਵੇਂ ਦੇਖਦੇ ਪਏ ਹੋ? ਦੇਖੋ, ਮੈਂ ਕਿਸੇ ਪਾਰਟੀ ਵੱਲੋਂ ਨਹੀਂ ਰਿਪਰੈਜ਼ੈਂਟ ਕਰ ਰਿਹਾ। ਮੈਂ ਇੱਕ ਆਪਦੀ ਜੋ ਇੱਕ ਕੌਲਮਾ ਨਿਫਟ ਦੀ ਆਈਫ ਨਾਲੇ ਸਾਰੇ ਕਿਸੇ ਨੂੰ ਦੇਖ ਰਿਹਾ। ਮੈਂ ਫਿਰ ਉਸ ਐਂਗਲ ਤੋਂ ਇਸ ਮੁੱਦੇ ਦੇ ਉੱਤੇ ਬੋਲੂੰਗਾ। ਮੈਂ ਮਾਫੀ ਚਾਹੁੰਦਾ ਵੀ ਕਿਸੇ ਨੂੰ ਅਗਰ ਕੋਈ ਕੌੜੀ ਠੰਡੀ ਲੱਗੇ। ਮੈਂ ਪਹਿਲੀ ਗੱਲ, ਮਾਨਯੋਗ ਨਰਿੰਦਰ ਮੋਦੀ ਜੀ ਦਾ ਬਤੌਰ ਪ੍ਰਧਾਨ ਮੰਤਰੀ, ਉਹ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਹੈ, ਮੈਂ ਉਹਨਾਂ ਨੂੰ ਕਿਸੇ ਪਾਰਟੀ ਨਾਲ ਅਟੈਚ ਕਰਕੇ ਨਹੀਂ ਸੰਬੋਧਨ ਕਰੂੰਗਾ। ਉਹ ਮੁਲਕ ਦੇ ਪ੍ਰਧਾਨ ਮੰਤਰੀ ਹੈ। ਉਹ ਆਪਦੀ ਸਮਝ, ਆਪਦੇ ਸਮੈਤੀਆਂ ਦੀ ਸਮਝ ਦੇ ਮੁਤਾਬਕ ਜਿੰਨੇ ਵੀ ਫੈਸਲੇ ਲੈ ਰਹੇ ਆ, ਉਹ ਆਪਦੇ ਸਮਝ ਮੁਤਾਬਕ ਮੁਲਕ ਦੇ ਭਲੇ ਲਈ ਫੈਸਲੇ ਲੈ ਰਹੇ ਆ। ਕੋਈ ਦੋ ਸ਼ੱਕ ਨਹੀਂ, ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਕਈ ਫੈਸਲੇ ਮੌਕੇ ਤੋਂ ਪਹਿਲਾਂ ਨਜ਼ਰ ਨਹੀਂ ਆ ਰਹੇ ਹੁੰਦੇ, ਜਿਨ੍ਹਾਂ ਦੇ ਉੱਤੇ ਕਨਫਲਿਕਟੇਸ਼ਨ ਜਾਂ ਕੰਟਰਾਡਿਕਸ਼ਨ ਹੁੰਦੀਆਂ ਔਰ ਸਾਰੀਆਂ ਪਾਰਟੀਆਂ ਉਹਦੇ 'ਤੇ ਆਪਦਾ ਨਜ਼ਰੀਆ ਰੱਖਦੀਆਂ। ਮੈਂ ਤਾਜ਼ਾ ਉਦਾਹਰਨ ਦੇ ਦਿੰਦਾ, ਧਾਰਾ 370 ਹੈ ਜਾਂ ਜੰਮੂ ਕਸ਼ਮੀਰ ਦਾ ਮਾਮਲਾ ਹੈ, ਉਹਦੇ ਤੇ 370 ਨੂੰ ਲੈ ਕੇ ਕਿੰਨੀ ਸਿਆਸਤ ਹੋਈ ਵੀ ਜਦੋਂ ਟੁੱਟ ਗਿਆ ਪਤਾ ਨਹੀਂ ਕੀ ਹੋਊਗਾ। ਉਹ ਫੈਸਲਾ ਬਿਹਤਰੀ ਵਾਸਤੇ ਜੰਮੂ ਕਸ਼ਮੀਰ ਦੀ ਸਾਬਤ ਹੋਇਆ ਔਰ ਹੋ ਰਿਹਾ। ਉਹ ਮੁਲਕ ਪੂਰੇ ਮੁਲਕ ਨਾਲ ਜੁੜਿਆ, ਪਹਿਲਾਂ ਵਾਕਈ ਟੁੱਟਿਆ ਹੋਇਆ ਸੀ। ਮੈਂ ਰੱਬ ਅੱਗੇ ਇਹੀ ਪ੍ਰਾਰਥਨਾ ਕਰੂੰਗਾ ਵੀ ਜਿੰਨੇ ਵੀ ਇੱਦਾਂ ਦੇ ਐਕਟ ਆ ਰਹੇ ਹੈ, ਇਹਨਾਂ ਦੀ ਸੂਝਵਾਨ ਟੀਮ ਲਿਆ ਰਹੀ ਹੈ, ਉਹ ਲੋਕਾਂ ਦੇ ਭਲੇ 'ਚ ਨਿਕਲਣ। ਲੇਕਿਨ 2-4 ਗੱਲਾਂ, ਮੈਂ ਰਾਜਨੀਤੀ ਦੇ ਤਾਂ ਬਿਲਕੁਲ ਨਹੀਂ ਜਾਣਾ, ਉਹ ਮੇਰੀ ਸਮਝ ਤੋਂ ਪਰਾਂ ਹੋ ਰਹੀ। ਮੈਂ ਉਹਦਾ ਅੱਜ ਆਰਟੀਕਲ ਵੀ ਲਿਖ ਰਿਹਾ ਸੀਗਾ ਬਈ ਅਗਰ ਇਹ ਇੰਨਾ ਹੀ ਅੱਛਾ ਕਾਨੂੰਨ ਹੈ ਔਰ ਪਰਮਾਤਮਾ ਕਰੇ ਨਿਕਲੇ, ਤੇ ਇੰਨੀ ਜਲਦਬਾਜ਼ੀ GST ਦੀ ਤਰ੍ਹਾਂ ਕਿਉਂ ਹੈ? ਕਿਸਾਨ ਜਥੇਬੰਦੀਆਂ, ਆਫਟਰ ਆਲ ਲੋਕਾਂ ਦੇ ਡੈਮੋਗ੍ਰਾਫੀ, ਇਹ ਮੁੱਦੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ, ਲੋਕਾਂ ਦੇ ਓਪੀਨੀਅਨ ਆਉਂਦੇ, ਇੱਕ ਜਰਨਲ ਰਾਏ ਬਣਦੀ। ਅਗਰ ਕੋਈ ਉਹਨਾਂ ਦੇ ਸ਼ੰਕੇ ਸ਼ਿਕਵੇ ਜਾਂ ਕੋਈ ਅਮੈਂਡਮੈਂਟਸ ਹੈਗੀਆਂ, ਜੇ ਮੈਂ ਰਾਜਗੱਦੀ ਤੇ ਬੈਠ ਕੇ 100 ਡਿਸੀਜਨ ਲਵਾਂਗਾ ਤੇ ਘੱਟੋ ਘੱਟ ਹੱਕ ਦਾ ਬਣਦਾ ਵੀ 5 ਮੇਰੇ ਗਲਤ ਨਿਕਲਣ, ਨਹੀਂ ਇੱਕ ਤਾਂ ਗਲਤ ਨਿਕਲੂਗਾ ਹੀ। ਤੇ ਇੱਕ ਗਲਤ ਨੂੰ ਵੀ ਰੈਕਟੀਫਾਈ ਕਰਨ ਦੀ ਜਿਹਨੂੰ ਕਹਿੰਦੇ ਗੁੰਜਾਇਸ਼ ਹੈਗੀ ਹੈ, ਜਦੋਂ ਅਸੀਂ ਲੋਕਾਂ ਨਾਲ ਓਪਨ ਡਿਬੇਟ ਕਰਾਂਗੇ। ਇਹਦੇ ਵਿੱਚ ਅੱਜ ਅਕਾਲੀ ਦਲ ਕਹਿ ਰਿਹਾ ਹੈ, ਮੈਨੂੰ ਚੰਗਾ ਨਹੀਂ ਲੱਗ ਰਿਹਾ ਵੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਇੱਥੇ ਹੈ ਨਹੀਂ। ਜੇ ਹੋਵੇ ਤਾਂ ਫਿਰ ਸਾਹਮਣੇ। ਅੱਛਾ ਸੌਰੀ, ਮਾਫ ਕਰਨਾ, ਕੱਲਾ ਕਿਸਾਨ ਅਕਾਲੀ ਦਲ ਆ। ਠੀਕ ਹੈ, ਚਲੋ ਓਕੇ। ਵੀ ਇਹ ਕਹੀ ਜਾਂਦੇ ਆ ਵੀ ਇੰਨੀ ਦੇਰ ਤੋਂ ਮੈਡਮ ਹਰਸਿਮਰਤ ਜੀ, ਮੈਂ ਉਹਨਾਂ ਦੀ ਪੂਰਨ ਰਿਸਪੈਕਟ ਨਾਲ ਉਹਨਾਂ ਦਾ ਨਾਂ ਲਿਆ, ਵੀ ਉਹ ਇੰਨੀ ਦੇਰ ਤੋਂ ਮੰਤਰੀ ਮੰਡਲ ਦੇ ਵਿੱਚ, ਮੈਨੂੰ ਵੀ ਪ੍ਰੋਸੈਸ ਸਾਰਾ ਪਤਾ, ਪਹਿਲਾਂ ਡਰਾਫਟਿੰਗ ਹੁੰਦੀ ਹੈ, ਉਹਦੀ ਕਮੇਟੀ ਬਣਦੀ ਹੈ ਪਾਰਲੀਮੈਂਟੇਰੀਅਨ, ਉਸ ਤੋਂ ਬਾਅਦ ਕੈਬਨਿਟ ਦੀ ਸਬ ਕਮੇਟੀ 'ਚ ਜਾਂਦਾ, ਫਿਰ ਫੁੱਲ ਕੈਬਨਿਟ 'ਚ ਜਾਂਦਾ, ਕੋਈ ਵੀ ਲਾਅ ਬਣਦਾ। ਅਗਰ ਉਹ ਪਲੀਜ਼ ਭਾਈ ਸਾਹਿਬ ਇੱਦਾਂ ਨਾ ਕਰੋ ਪਲੀਜ਼। ਤਾਂ ਜੇ ਇੰਨੀ ਦੇਰ ਤਾਂ ਇਹ ਕੁਛ ਚੱਲ ਰਿਹਾ ਸੀਗਾ
ਇਟ ਇਜ਼ ਨਾਟ ਅ ਓਵਰਨਾਈਟ ਪ੍ਰੋਸੈਸ, ਰਾਤੋਂ ਰਾਤ ਨਹੀਂ ਹੁੰਦਾ ਕੁਛ। ਤਾਂ ਉਹ ਆਪਦੀ ਗੱਲ ਨੂੰ ਆਪਦੀਆਂ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹਮਾਇਤੀ ਜਥੇਬੰਦੀ ਹਾਂ, ਉਹ ਆਪਦੀ ਗੱਲ ਨੂੰ ਕਿਸਾਨਾਂ ਦੇ ਵਿੱਚ ਓਪਨਲੀ ਲੈ ਕੇ ਆਉਂਦੇ, ਓਪਨਲੀ, ਅੰਦਰ ਖਾਤੇ ਨਹੀਂ, ਓਪਨਲੀ। ਭਾਈ ਸਾਹਿਬ ਹੁਣੇ ਕਹਿ ਰਹੇ ਸੀਗੇ ਵੀ ਮੰਡੀਕਰਨ ਬੋਰਡ ਦਾ ਚੇਅਰਮੈਨ ਉਹ ਫਿਰ ਰਾਜਨੀਤਿਕ ਪਾਰਟੀ ਦਾ ਲਾਇਆ ਜਾਂਦਾ, ਤੇ ਪਿਛਲੀ ਅਕਾਲੀ ਦਲ ਦੀ ਗਵਰਨਮੈਂਟ 'ਚ ਤਾਂ ਲੱਖੋਵਾਲ ਜੀ ਸੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੀ। ਜਿੱਦੇ ਉਹ ਚੇਅਰ ਤੋਂ ਬੈਠੇ, ਮੈਨੂੰ ਉਦੋਂ ਬਾਅਦ ਉਹਨਾਂ ਦੀ ਕੋਈ ਐਕਟੀਵਿਟੀ ਨਜ਼ਰ ਨਹੀਂ ਆਈ ਜਿਹੜੀ ਕਿਸਾਨਾਂ ਦੇ ਹਿੱਤ 'ਚ ਹੋਈ ਹੋਵੇ। ਕਿਸਾਨਾਂ ਨੇ ਆਪਦੀ, ਪੰਜਾਬੀ 'ਚ ਕਹਿੰਦੇ ਆਪਦੀ ਅੱਗ ਆਪ ਵਲ ਕੇ ਸਿੱਖੀ। ਤੀਜੀ ਗੱਲ, ਭੈਣ ਜੀ ਕਹਿ ਰਹੇ ਸੀ ਵੀ ਜਦ ਇਹ ਵਾਵ ਰੌਲਾ ਪਾਇਆ ਜਾ ਰਿਹਾ, ਮੈਂ ਕਹਿੰਦਾ ਪਰਮਾਤਮਾ ਕਰੇ ਵਾਵ ਰੌਲਾ ਨਿਕਲੇ। ਇਹ ਅੱਜ ਕੰਪਿਊਟਰ ਦੀ ਉਦਾਹਰਨ ਦੇ ਰਹੇ ਹੈ ਵੀ ਜਿੱਦੇ ਕੰਪਿਊਟਰ ਆਇਆ ਉਹਦੇ ਕਿਹਾ ਜਾ ਰਿਹਾ ਸੀ ਜੀ 10 ਬੰਦਿਆਂ ਦੀ ਜੌਬ ਇਕੱਲਾ ਕੰਪਿਊਟਰ ਸੰਭਾਲੂ, 9 ਬੰਦੇ ਬੇਰੁਜ਼ਗਾਰ ਹੋ ਜਾਣਗੇ। ਉਹ ਗੱਲ ਦਾ ਵਿਰੋਧ ਤਾਂ ਸਾਰਿਆਂ ਨਾਲੋਂ ਪਹਿਲਾਂ ਕਰਨ ਵਾਲੀ ਭਾਰਤੀ ਜਨਤਾ ਪਾਰਟੀ, ਬੀਜੇਪੀ ਨੇ ਸੀ। ਸਭ ਨਾਲੋਂ ਪਹਿਲਾਂ ਉਸ ਮੁੱਦੇ ਦਾ, ਉਸ ਕੰਪਿਊਟਰੀਕਰਨ ਦਾ, ਉਸ ਸੈਲਰ ਫੋਨ ਦਾ, ਉਹ ਸਾਰੇ ਕਾਹੇ ਦਾ ਵਿਰੋਧ ਤਾਂ ਕੀਤਾ ਬੀਜੇਪੀ ਨੇ ਸੀ। ਮੈਂ ਮੋਦੀ ਜੀ ਦਾ ਨਾਂ ਨਹੀਂ ਲੈ ਰਿਹਾ, ਮੈਂ ਫੇਰ ਕਹਿ ਰਿਹਾ, ਮੈਂ ਇਸ ਚੀਜ਼ ਨੂੰ ਦੋ ਅਲੱਗ-ਅਲੱਗ ਚੀਜ਼ਾਂ 'ਚ ਦੇਖ ਰਿਹਾ। ਉਸ ਚੀਜ਼ ਨੂੰ ਤਾਂ ਸਭ ਨਾਲੋਂ ਵੱਧ, ਮੈਂ ਤੀਜੀ ਵਾਰੀ ਰਿਪੀਟ ਕਰ ਰਿਹਾ, ਸਭ ਨਾਲੋਂ ਵੱਧ ਵਿਰੋਧ ਔਨ ਦਾ ਰਿਕਾਰਡ ਹੈ ਪ੍ਰਾਈਵੇਟਾਈਜੇਸ਼ਨ ਦਾ, ਬੈਂਕਾਂ ਦੇ ਪ੍ਰਾਈਵੇਟ ਦਾ, ਸਾਰੇ ਦਾ, FDI ਦਾ, ਸਾਰੇ ਕਿਸੇ ਦਾ ਵਿਰੋਧ ਬੀਜੇਪੀ ਨੇ ਕੀਤਾ ਔਰ ਔਨ ਰਿਕਾਰਡ ਕੀਤਾ। FDM ਕਿੱਥੇ ਇਹ ਗੱਲ ਲੁਕੀ ਹੈ? ਜਿਹੜੀ ਵੀ ਪੋਸਟ, ਮੈਂ ਵੀ ਰੂਲਿੰਗ ਪਾਰਟੀ 'ਚ ਰਿਹਾ, ਮੈਂ ਨਹੀਂ ਮੁੱਕਰਦਾ ਇਹਨਾਂ ਗੱਲਾਂ ਨੂੰ। ਜਿਹੜੀ ਵੀ ਪੋਸਟ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਹੈਗਾ, ਉਹ ਆਫੀਸਰ ਕਦੇ ਆਪਦੀ ਗੌਰਮੈਂਟ ਦੇ ਅਗੇਂਸਟ ਨਹੀਂ, ਔਰ ਮੈਨੂੰ ਕੋਈ ਸ਼ਿਕਵਾ ਨਹੀਂ ਇਸ ਗੱਲ ਦਾ। ਕੱਲ ਅਕਾਲੀ ਦਲ ਸੀ, ਉਹਨੇ ਆਪਦੀਆਂ ਚਮਦੀਆਂ ਚਲਾਈਆਂ, ਅੱਜ ਕਾਂਗਰਸ ਵਾਲੇ ਉਹ ਆਪਦੀਆਂ ਚਮਦੀਆਂ ਚਲਾ ਰਹੇ। ਇਹ ਤਾਂ ਇੱਕ ਪੱਪੜ ਬਣ ਕੇ ਰਹਿ ਗਿਆ ਸਿਸਟਮ। ਤੀਜੀ, ਹੁਣ ਮੈਂ ਜਿਹੜੇ ਅਸਲ ਮੁੱਦੇ ਤੇ ਆਵਾਂ, ਇਹ ਕਹਿ ਰਹੇ ਕਿ MSP ਹੋ ਗਿਆ। ਮੈਂ ਕਹਿੰਦਾ ਬੜੀ ਅੱਛੀ ਗੱਲ ਹੈ, MSP ਬਰਕਰਾਰ ਰਹੂਗਾ, ਮੈਂ ਯਕੀਨ ਕਰਦਾ ਇਸ ਗੱਲ ਦੇ ਉੱਤੇ। ਲੇਕਿਨ ਕਿਆ MSP ਦੇ ਨਾਲ ਜਿੰਨੀ ਪ੍ਰੋਡਕਸ਼ਨ ਹੋਣ ਜਾ ਰਹੀ ਹੈ, ਉਹ ਤਾਂ ਸਾਰਾ ਕੁਝ ਗਵਰਨਮੈਂਟ ਕੋਲੇ ਔਨ ਰਿਕਾਰਡ ਹੈ ਕਿ ਕਿੰਨੇ ਲੱਖ ਮੀਟ੍ਰਿਕ ਟਨ ਝੋਨਾ ਪੈਦਾ ਹੋਣਾ। ਕਿਆ ਉਨੇ ਮੀਟ੍ਰਿਕ ਟਨ ਝੋਨੇ ਨੂੰ ਉਸ MSP ਤੇ ਖਰੀਦਣ ਲਈ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਤੇ ਸਟੇਟ ਗਵਰਨਮੈਂਟ ਨੂੰ ਜਿਹੜਾ ਫੰਡ ਦਿੱਤਾ ਜਾਂਦਾ ਉਸ ਕ੍ਰੌਪ ਨੂੰ ਖਰੀਦਣ ਲਈ, ਫਸਲ ਨੂੰ, ਉਹ ਵੀ ਸੰਵਿਧਾਨਕ ਹੱਕ ਹੈ ਵੀ ਉਹ ਕਨਸਟੀਟਿਊਸ਼ਨਲੀ, ਉਹ ਕਾਨੂੰਨ ਦੇ ਦਾਇਰੇ 'ਚ ਆਊਗਾ ਵੀ ਉਹਨਾਂ ਹੋਊਗਾ ਹੀ ਹੋਊਗਾ। ਮੈਂ ਕਹਿੰਦਾ ਦੋ ਕੰਪੀਟੀਟਰ ਅਸੀਂ ਕਹਿੰਦੇ ਜੀ, ਕੰਪੀਟੀਟਰ ਨਾਲ ਖੜਾ ਕਰਤਾ ਹੋ ਗਿਆ। ਲੇਕਿਨ ਜਦੋਂ ਮੈਂ ਖਰੀਦਾਂਗਾ ਹੀ ਨਹੀਂ, ਮੈਂ ਇਕੱਲਾ ਬੋਰਡ ਲਾ ਕੇ ਬਹਿ ਜਾ ਵੀ 500 ਰੁਪਈਆ ਮੇਰਾ ਪਰਚੇਜ ਰੇਟ ਹੈ ਜੀ, ਤੇ ਹੁਣ ਕਹਾਂ ਨਾ ਤਾਂ ਮੇਰੇ ਕੋਲੇ ਬੋਰੀਆਂ ਜੀ, ਨਾ ਮੇਰੇ ਕੋਲੇ ਚੱਕਰ ਨੂੰ ਹੈ ਜੀ, ਨਾ ਮੇਰੇ ਕੋਲੇ ਪੈਸੇ ਦੇਣ ਨੂੰ ਹੈ ਜੀ, ਤੇ ਤੁਸੀਂ ਕਿੰਨੀ ਦੇਰ ਵੇਟ ਕਰੋਗੇ? ਤੀਜੀ ਗੱਲ ਮੇਰੀ ਥੋੜੀ ਜੀ, ਮੈਂ ਇਸੇ ਕਰਕੇ ਪਹਿਲਾਂ ਟਾਈਮ ਨਹੀਂ ਲਿੱਤਾ ਵੀ ਸਾਰਿਆਂ ਦਾ ਟਾਈਮ ਮਿਲ। ਤੀਸਰੀ ਗੱਲ, ਭੈਣ ਜੀ ਔਰ ਮੇਰੇ ਮਾਨਯੋਗ ਭਾਈ ਸਾਹਿਬ ਗੱਲ ਕਹਿ ਰਹੇ ਸੀਗੇ ਵੀ 8.5% ਮੰਡੀ ਦੇ ਵਿੱਚ ਜਦੋਂ ਆ ਗਈ, ਮੈਨੂੰ ਜ਼ਿਆਦਾ ਨਹੀਂ ਪਤਾ, ਮੈਂ ਕਿਸੇ ਫਿਗਰ 'ਚ ਗਲਤ ਹੋ ਸਕਦਾ, ਵੀ ਉਹਦੇ ਉੱਤੇ ਟੈਕਸ ਪੈਣਾ। ਤੇ ਦੂਜੇ ਪਾਸੇ ਅਸੀਂ ਉਸ ਬਿੱਲ ਦੇ ਵਿੱਚ ਪ੍ਰਾਈਵੇਟ ਪਰਸਨ ਨੂੰ ਓਪਨ ਵਿਦਆਊਟ ਮੰਡੀਕਰਨ ਪਰਚੇਜ ਦੀ ਪਰਮਿਸ਼ਨ ਦੇ ਰਹੇ ਹਾਂ, ਤੇ 8% ਦਾ ਛੱਡੋ 2% ਦੇ ਗੈਪ ਤੇ ਤਾਂ ਲੋਕੀ ਉੱਤੇ ਥੱਲੇ ਹੋ ਜਾਂਦੇ। ਉਹਦੀ ਕੀ ਮਜਬੂਰੀ ਹੈ ਪ੍ਰਾਈਵੇਟ ਖਰੀਦਣ ਵਾਲੇ ਦੀ ਕਿ ਮੰਡੀ ਦੇ ਵਿੱਚੋਂ ਹੀ ਖਰੀਦੂਗਾ? ਸਪੋਜ਼ ਕਰੋ ਇੱਕ ਫਸਲ ਦਾ ਰੇਟ 1000 ਰੁਪਈਆ ਮੈਂ MSP ਡਿਕਲੇਅਰ ਕਰਤਾ, ਅਗਰ ਮੈਂ ਉਹੀ ਫਸਲ ਮੰਡੀ ਦੇ ਵਿੱਚੋਂ ਜਾ ਕੇ ਪਰਚੇਜ ਕਰਦਾ, ਮੈਨੂੰ 1085 ਰੁਪਏ ਦੀ ਪੇ ਕਰੂਗੀ। ਮੈਂ ਕੁਲਤਾਰ ਸਿੰਘ ਜੀ ਨੂੰ ਕਹਿੰਦਾ ਜੀ ਵੀ ਤੁਹਾਡੀ ਫਸਲ ਮੈਂ ਸਿੱਧੀ ਖੇਤ ਤੋਂ ਚੱਕੂਗਾ ਤੇ ਤੁਹਾਨੂੰ ਤਾਂ 1000 ਰੁਪਏ ਦੀ ਪੈਸੇ ਮਿਲਣੇ, ਮੈਂ ਤੁਹਾਨੂੰ 1030 ਦੇ ਦਿੱਤੇ, ਤੇ ਕੁਲਤਾਰ ਸਿੰਘ ਜੀ ਤਾਂ ਮੈਨੂੰ ਵੇਚਣਗੇ 30 ਰੁਪਏ। ਕੁਲਤਾਰ ਸਿੰਘ ਜੀ ਕਹਿੰਦਾ ਯਾਰ ਮੈਨੂੰ ਕੀ ਲਾਲਾ ਕੁਛ ਲੈ ਗਿਆ, 30 ਰੁਪਏ ਦਾ ਇਹਨਾਂ ਨੂੰ ਫਾਇਦਾ ਹੋ ਗਿਆ, ਮੈਂ ਆਪਦੇ 55 ਬਚਾ ਗਿਆ, ਮੈਂ ਮੰਡੀ 'ਚ ਕਿਉਂ ਜਾਊਂਗਾ? ਤੀਜੀ ਗੱਲ, ਮੈਂ ਕਹਿੰਦਾ ਮੈਂ ਵਿਰੋਧ ਨਹੀਂ ਕਰ ਰਿਹਾ, ਸਮਝੋ, ਮੈਂ ਕਹਿੰਦਾ ਜਿਹੜੇ ਸ਼ੰਕੇ ਖੜੇ ਹੋ ਰਹੇ ਆ, ਕਿਉਂਕਿ GST ਦੇ ਵਿੱਚ ਵੀ ਸ਼ੰਕੇ ਖੜੇ ਹੋਏ ਸੀ, ਉਹਦੇ 'ਚ ਵੀ ਇਸੇ ਤਰ੍ਹਾਂ ਜਲਦਬਾਜ਼ੀ ਹੋਈ ਸੀ, ਜਿਹੜੇ ਅੱਜ ਤੱਕ ਮਾਫ ਕਰਨਾ ਲਾਲੀ ਜੀ, ਮਾਫ ਕਰ, ਉਸ ਤੋਂ ਬਾਅਦ 45 ਤੋਂ ਵੱਧ GST ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ 1 by 1 ਰੈਕਟੀਫਾਈ ਕੀਤਾ ਗਿਆ, ਔਰ ਜਿਹੜਾ ਦੌਰ ਅੱਜ ਤੱਕ ਚੱਲ ਰਿਹਾ। ਲੇਕਿਨ ਇਨ ਬਿਟਵੀਨ ਜਿਹੜੇ ਸਫਰ ਕਰ ਗਏ, ਜਿਹੜੇ ਸ਼ਹੀਦੀਆਂ ਪਾ ਗਏ ਪੰਜਾਬੀ 'ਚ ਮੈਂ ਕਹਾਂ, ਉਹ ਤਾਂ ਕਿਸੇ ਗਿਣਤੀ 'ਚ ਆਏ ਹੀ ਨਹੀਂ। ਪੰਜਾਬ ਦੇ ਵਿੱਚ ਜਿੰਨੀ ਵੀ ਫਸਲ ਹੈਗੀ ਹੈ, ਇਹ ਜ਼ਿਆਦਾਤਰ 2 ਸੂਬਿਆਂ ਦਾ ਮੈਟਰ ਹੈ, ਪੰਜਾਬ ਤੇ ਹਰਿਆਣਾ। ਕੋਕੋਨਟ ਹੈ, ਨਾਰੀਅਲ ਹੈ, ਸਾਊਥ ਦੇ ਵਿੱਚ ਪੈਦਾ ਹੁੰਦਾ, ਹੋਰ ਇੱਦਾਂ ਦੀਆਂ ਬਹੁਤ ਹੈ, ਕੇਲਾ ਕੇਰਲਾ 'ਚ ਪੈਦਾ ਹੁੰਦਾ, ਉਹ ਸਾਡੇ ਕੋਲੇ ਆਉਂਦਾ, ਉਹ ਆਪਦੇ ਰੇਟ ਤੇ ਵੇਚਦਾ। ਵੇਚਣ ਲਈ ਤਾਂ ਅਸੀਂ ਹੁਣ ਵੀ ਇੰਡੀਪੈਂਡੈਂਟ ਹੈ, ਚਾਹੇ ਝੋਨਾ ਕੇਰਲਾ ਲਿਜਾ ਕੇ ਵੇਚ ਲਈਏ। ਤੇ ਇੱਕ ਸੈਕਿੰਡ ਮਾਫ ਕਰਨਾ, ਮੈਂ ਥੋੜਾ ਜਿਹਾ ਲੰਬਾ ਲੈ ਜਾਂਦਾ ਗੱਲ ਨੂੰ। ਅਗਰ ਇਹ ਚੀਜ਼ਾਂ ਪਹਿਲਾਂ ਰੈਕਟੀਫਾਈ ਹੋ ਜਾਂਦੀਆਂ,
ਦੂਜੀ ਗੱਲ, ਅਗਰ ਮਾਨਯੋਗ MLA ਸਾਹਿਬ ਨੇ ਕੁਝ ਗੱਲਾਂ ਨਾਲ ਜੋੜਨ ਲਈ ਕਿਹਾ, ਮੈਂ ਕਹਿ ਰਿਹਾ ਤੁਸੀਂ ਨਾਲ ਪਰਚੇਜਿੰਗ ਸ਼ੋਰ ਕਰ ਦਿਓ ਹਾਂ ਪਰਚੇਜਿੰਗ ਜ਼ਰੂਰ ਕਰਦੇ, ਬਿਲਕੁਲ ਠੀਕ। ਵੀ MFP ਦੇ ਉੱਤੇ ਪਰਚੇਜਿੰਗ ਮਿਲੂਗੀ, ਬਿਲਕੁਲ। ਕੀਤੀ ਜਾਊਗੀ, ਚਾਹੇ ਉਹ ਪ੍ਰਾਈਵੇਟ ਬੰਦਾ ਕਰੇ ਚਾਹੇ ਉਹ ਗਵਰਨਮੈਂਟ ਕਰੇ। ਦੂਜੀ ਗੱਲ, 70 ਸਾਲ ਤਾਂ ਨਹੀਂ, ਚਲੋ ਮੈਂ ਕਹਿੰਦਾ ਪਰ 40-45 ਸਾਲ ਤੋਂ ਜਦੋਂ ਦੀ ਓਵਰ ਪ੍ਰੋਡਕਸ਼ਨ ਐਗਰੀਕਲਚਰ ਦੀ ਸਿੱਖਾਂ ਵਾਲਾ ਜੀ ਇਹਨੂੰ ਗੱਲ ਨੂੰ ਮੇਰੀ ਨੂੰ ਸੋਧ ਕਰ ਦੇਣ ਜੇ ਕਿਤੇ ਉਹ ਫਰਕ ਹੋਵੇ। ਓਨੈਸਟਲੀ ਕਹਿ ਰਿਹਾ, ਮੈਂ ਵੈਸੇ ਨਹੀਂ ਕਹਿ ਰਿਹਾ ਲਾ ਕੇ। 45 ਸਾਲ ਤੋਂ ਜਦੋਂ ਤੋਂ ਸਾਡੀ ਓਵਰ ਪ੍ਰੋਡਕਸ਼ਨ ਪੈਦਾ ਹੋਣੀ ਸ਼ੁਰੂ ਹੋਈ ਹੈ, ਸਾਡਾ ਅਨਾਜ ਓਪਨ ਗੋਦਾਮਾਂ 'ਚ ਫੜਦਾ। ਜ਼ਮੀਂਦਾਰ ਵੇਚ ਕੇ ਪੈਸੇ ਲੈ ਲਏ ਉਹਨੇ, ਅਫਸਰਾਂ ਨੇ ਆਪਦਾ ਘਾਲਾ ਮਲਾ ਕਰ ਲਿਆ। ਹੁਣ ਓਪਨ ਸਟਰੰਥ 'ਚ ਜਿਹੜਾ ਸਟਾਕ ਪਿਆ ਫੜ ਗਿਆ, ਉਹ ਕਿਹਦਾ ਫੜ ਗਿਆ? ਐਟਲਿਸਟ ਸਾਡਾ ਫੜ ਗਿਆ, ਚਾਹੇ ਵਪਾਰੀ ਹੈ, ਚਾਹੇ ਆਮ ਆਦਮੀ ਹੈ, ਚਾਹੇ ਅਸੀਂ ਜ਼ਮੀਂਦਾਰ। ਉਹਦਾ ਜੇ ਪੈਸਾ ਬਚਦਾ ਤਾਂ ਸਾਨੂੰ ਫਾਇਦਾ ਹੋਣਾ, ਜੇ ਨੁਕਸਾਨ ਹੋਣਾ ਤਾਂ ਸਾਨੂੰ ਨੁਕਸਾਨ। ਉਹ ਚੀਜ਼ਾਂ ਰੋਕਣ ਲਈ ਅਗਰ ਗੌਰਮੈਂਟ ਇਦਾਂ ਦੇ ਸਟੈਪ ਲੈ ਰਹੀ ਹੈ ਤਾਂ ਇਟਸ ਐਪਰੀਸ਼ੀਏਟੇਬਲ, ਬਟ ਇਹਦੇ ਨਾਲ MFP ਦੇ ਉੱਤੇ ਫਸਲ ਦਾ ਚੱਕਿਆ ਜਾਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ। ਔਰ ਉਦੋਂ ਬਾਅਦ ਉਹਦੀ ਫੇਲ ਹੈ ਜਿਹੜੀ, ਉਹ ਇਹ ਨਹੀਂ ਵੀ ਮੈਂ ਜੇ 90% ਫਸਲ ਪਰਚੇਜ ਕਰਕੇ ਲੈ ਗਿਆ ਤੇ 10% ਸਟੇਟ ਗੌਰਮੈਂਟ ਦੀ ਤਾਂ ਵਿਕ ਜਾਣੀ ਹੈ ਤਿੰਨਾਂ ਦਿਨਾਂ 'ਚ। ਤੇ ਉਦੋਂ ਬਾਅਦ ਇਹ ਨਹੀਂ ਵੀ ਮੈਂ ਆਪਦੀ ਮੁੜ ਕੇ ਮੈਂ ਆਪਦਾ ਸਟਾਕ ਆਪਦੀ ਮਰਜ਼ੀ ਦੇ ਵੇਚਾਂ, ਕਿਉਂਕਿ ਇਹਦੇ ਵਿੱਚ ਉਹ ਕਿਹੜਾ ਹੁੰਦਾ ਜੀ ਐਕਟ ਆਪਣਾ ਅਸੈਂਸ਼ੀਅਲ ਕਮੋਡਿਟੀ ਐਕਟ, EC ਐਕਟ, ਉਹ ਵੀ ਅਮੈਂਡਮੈਂਟ ਕਰਤੀ EC ਐਕਟ, ਉਹਦੇ 'ਚ ਵੀ ਅਮੈਂਡਮੈਂਟ ਹੋਈ ਹੈ। ਅੱਗੇ ਅਸੀਂ ਸਾਡੇ ਅੰਦਰ ਮੰਨ ਲਓ ਅਗਰ ਸਟਾਕ ਪਿਆ ਹੈ, ਅਸੀਂ ਨਹੀਂ ਰੀਜ਼ਨੇਬਲ ਰੇਟ ਤੇ ਵੇਚ ਰਹੇ, ਸਾਡੇ ਤੇ ਆ ਕੇ ਫੂਡ ਗ੍ਰੇਡ AFFO ਆ ਕੇ ਕਾਰਵਾਈ ਕਰ ਸਕਦਾ। ਚਲੋ ਅਸੀਂ ਤੁਹਾਡੇ ਸਵਾਲਾਂ ਅਸੀਂ ਇਹਨਾਂ ਦਾ ਜਵਾਬ ਲੈਣੇ ਆ। ਸਾਡੇ ਨਾਲ ਅਕਾਲੀ ਦਲ ਦੇ ਕੁਝ ਸੀਨੀਅਰ ਵਰਕਰ ਹੈਗੇ, ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਪਹਿਲਾਂ ਤਾਂ ਇਹਨਾਂ ਨੂੰ ਦੱਸਣਾ ਚਾਹੁੰਦਾ ਜੀ ਵੀ ਅਕਾਲੀ ਦਲ ਦੇ ਤੁਸੀਂ ਕਹਿ ਰਹੇ ਸੀ ਵੀ ਕੋਈ ਬੰਦਾ ਨਹੀਂ ਆਇਆ ਹੈਗਾ। ਇੱਥੇ ਅਕਾਲੀ ਦਲ ਦੇ IT ਦੇ ਪ੍ਰਧਾਨ ਵੀ ਖੜੇ ਆ, ਯੂਥ ਪ੍ਰਧਾਨ ਵੀ ਖੜੇ ਆ, ਸਰਕਲ ਪ੍ਰਧਾਨ ਵੀ ਖੜੇ ਆ। ਦੂਜੀ ਗੱਲ, ਇੱਥੇ ਕਿਸਾਨ ਵੀ ਖੜੇ ਆ, ਵਪਾਰੀ ਵੀ ਖੜਾ, ਇੱਕ ਮਜ਼ਦੂਰ ਵੀ ਖੜਾ ਜੀ, ਜੋ ਆਪਦੀ ਪਾਰਟੀ ਦੇ ਬਾਰੇ ਦੱਸੂਗਾ। ਹੁਣ ਤੁਸੀਂ ਦੱਸੋ ਵੀ ਕੀ ਪੁੱਛਣਾ ਚਾਹੁੰਦੇ ਆ, ਉਹਦੇ ਬਾਰੇ ਅਸੀਂ ਜਵਾਬ ਦੇਵਾਂਗੇ। ਕੀ ਤੁਹਾਨੂੰ ਕੀ ਲੱਗਦਾ? ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਜਿਹੜਾ ਹਰਸਿਮਰਤ ਕੌਰ ਨੇ ਆਪਣਾ ਅਸਤੀਫਾ ਦਿੱਤਾ, ਤੁਹਾਨੂੰ ਲੱਗਦਾ ਨਹੀਂ ਇਹ ਆਰ ਜਾਂ ਪਾਰ ਹੋ ਜਾਊਗਾ? ਹਾਂਜੀ, ਕੀ ਲੱਗਦਾ ਤੁਹਾਨੂੰ? ਦੱਸੋ ਫਿਰ। ਜਿਹੜਾ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ, ਕਿਸਾਨਾਂ ਦੇ ਹੱਕ 'ਚ ਦਿੱਤਾ, ਕਿਸਾਨਾਂ ਦੇ ਪੱਖੀ ਦਿੱਤਾ, ਅਸੀਂ ਚਾਹੁੰਦੇ ਹਾਂ ਨਹੀਂ 2022 ਨੂੰ ਦੇਖੀਏ, ਇਹ ਆਰ ਜਾਂ ਪਾਰ ਵੀ ਹੋ ਸਕਦਾ ਸ਼ਾਇਦ। ਉਹ ਤਾਂ ਵੇਖੋ, ਜੇ ਕਿਸਾਨਾਂ ਦਾ ਮੁੱਦਾ ਹੈ, ਕਿਸਾਨਾਂ ਨਾਲ ਖੜੇ ਆ, ਆਰ ਪਾਰ ਦਾ ਵੀ ਹੋ ਵੀ ਸਕਦਾ, ਕੋਈ ਵੱਡੀ ਗੱਲ ਵੀ ਨਹੀਂ, ਕਿਸਾਨਾਂ ਦੇ ਨਾਲ ਆ। ਅਸੀਂ ਚਾਹੁੰਦੇ ਹਾਂ ਕਿ ਸਾਡੀ ਭਾਈਵਾਲ ਪਾਰਟੀ ਕਾਂਗਰਸ ਆ, ਇਹਨਾਂ ਨੇ 7 ਮੈਂਬਰੀ ਨੇ ਕਮੇਟੀ ਬਣੀ ਸੀ, ਸਭ ਤੋਂ ਪਹਿਲਾਂ ਇਹ ਉੱਥੇ ਜਾ ਕੇ ਸਹਿਮਤੀ ਦੇ ਕੇ ਆਏ ਆ, ਠੀਕ ਹੈ। ਇਹਨਾਂ ਨੇ ਤਾਂ ਸਹਿਮਤੀ ਦੇ ਕੇ ਆਰਡੀਨੈਂਸ ਨੂੰ ਜਾਰੀ ਕਰਵਾਤਾ। ਹੁਣ ਤੱਕ ਬੀਬਾ ਜੀ ਨੇ ਚਲੋ ਅਸਤੀਫਾ ਦੇਤਾ। ਇਹਨਾਂ ਨੇ ਇੱਕ ਵਾਰੀ ਕਿਸੇ ਇਹਨਾਂ ਦੇ ਪਾਰਟੀ ਦੇ ਬੰਦੇ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਆਰਡੀਨੈਂਸ ਕਿਉਂ ਲਾਗੂ ਕਰ ਰਹੇ ਆ, ਕਿਸ ਗੱਲ ਤੋਂ ਲਾਗੂ ਕਰ ਰਹੇ ਆ। ਅਸੀਂ ਚਾਹੁੰਦੇ ਆ ਵੀ ਇਹ ਵੀ ਅਸਤੀਫੇ ਦੇਣ। ਫਿਰ ਜੇ ਕਿਸਾਨਾਂ ਦੇ ਪੱਖੀ ਆ ਇਹ ਅਸਤੀਫੇ ਦੇਣ। ਪਾਰਲੀਮੈਂਟ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਬੋਲੇ, ਕੱਲੇ ਕਿਸਾਨਾਂ ਦੇ ਹੱਕ 'ਚ ਬੋਲੇ ਆ। ਉਹ ਭਗਵੰਤ ਮਾਨ ਜੀ ਉੱਥੇ ਬੋਲਦੇ ਰਹੇ। ਭਗਵੰਤ ਮਾਨ ਜੀ ਨੇ ਜਿੰਨਾ ਬੋਲੇ ਸਾਰਾ ਬਾਦਲਾਂ ਖਿਲਾਫ ਹੀ ਬੋਲੇ, ਸਿਰਫ ਅਕਾਲੀ ਦਲ ਬਾਰੇ ਅਕਾਲੀ ਦਲ ਬਾਰੇ ਹੀ ਬੋਲੇ। ਕਿਸਾਨਾਂ ਪੱਖੀ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਬਿਲਕੁਲ ਹੀ ਨਹੀਂ ਗੱਲ ਕੀਤੀ। ਬਾਕੀ ਰਹੀ ਗੱਲ, ਅਸੀਂ ਬੀਬਾ ਜੀ ਦੇ ਨਾਲ ਹੈ, ਸਮਰਥਨ ਵੀ ਕਰਾਂਗੇ, ਆਰਡੀਨੈਂਸ ਦਾ ਵਿਰੋਧ ਕਰਾਂਗੇ, ਆਰਡੀਨੈਂਸ ਦੇ ਅਸੀਂ ਨਹੀਂ ਹੱਕ ਦੇ ਵਿੱਚ। ਬਸ ਸਾਡੇ ਜੋ ਸਭ ਤੋਂ ਪਹਿਲਾਂ ਪ੍ਰੋਟੈਸਟ ਜਦੋਂ ਕਰਨ ਲੱਗਿਆ ਜ਼ਿਮੀਂਦਾਰ, ਤੇ ਉਦੋਂ ਤਾਂ ਹਰਸਿਮਰਤ ਕੌਰ ਨੇ ਤਾਂ ਇਹੀ ਕਿਹਾ ਸੀ ਵੀ ਠੀਕ ਹੈ ਤੁਹਾਡੇ ਹੱਕ ਦੇ ਵਿੱਚ, ਤੁਹਾਡੇ ਹੱਕ ਦੇ ਵਿੱਚ। ਇੱਕ ਮਿੰਟ ਗਾ ਹਰਸਿਮਰਤ ਜੀ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ BJP ਨੂੰ, ਤੋਮਰ ਸਾਹਿਬ ਨੂੰ, JP ਨੱਡਾ ਸਾਹਿਬ ਦੇ ਨਾਲ ਮੀਟਿੰਗ ਕਰਕੇ ਵਿਸ਼ਵਾਸ ਵਿੱਚ ਲੈਣ ਵਾਸਤੇ ਕਿਹਾ ਸੀ ਵੀ ਇਹ ਕਾਨੂੰਨ ਕਿਸਾਨਾਂ ਦੇ ਹੱਕ 'ਚ ਹੈ ਜਾਂ ਨਹੀਂ। ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਹ ਹੱਕ ਵਿੱਚ ਹੈ, ਤਾਂ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਸਮਝਾਇਆ ਸੀ ਵੀ ਇਹ ਹੱਕ ਦੇ ਵਿੱਚ ਹੈ। ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਅਕਾਲੀ ਦਲ ਦੇ ਕਿਸੇ ਵੀ ਬੀਬਾ ਹਰਸਿਮਰਤ, ਸੁਖਬੀਰ ਬਾਦਲ ਜੀ ਨੂੰ ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਪਤਾ ਲੱਗਾ ਵੀ ਸਾਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ, ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ। ਜਿਵੇਂ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਇੱਥੇ ਕੋਈ ਵੋਟਿੰਗ ਨਹੀਂ ਹੋਈ, ਉੱਥੇ ਵੋਟਿੰਗ ਹੋਈ ਹੈ, ਹੱਥ ਖੜੇ ਕਰਕੇ ਹੋਈ ਹੈ, ਉਹ ਉਦੋਂ ਪਹਿਲਾਂ ਹੀ ਨਿਕਲਿਆ ਹੈ, ਠੀਕ ਹੈ ਜੀ। ਰਹੀ ਗੱਲ ਕਾਂਗਰਸ ਦੀ, ਕਾਂਗਰਸ ਦੇ ਕਿਸੇ ਵੀ MP ਨੇ ਉੱਥੇ ਅਸਤੀਫੇ ਦੀ ਗੱਲ ਨਹੀਂ ਕੀਤੀ ਜਾਂ ਕੋਈ ਵਿਰੋਧ 'ਚ ਨਹੀਂ ਬੋਲਿਆ। ਅਸੀਂ ਇਸ ਦੇ ਹੱਕ ਵਿੱਚ ਬੀਬਾ ਜੀ ਨੇ ਅਸਤੀਫਾ ਦੇ ਕੇ ਕਿਸਾਨੀ ਇਹਦਾ ਮਤਲਬ ਵੀ ਹਰਸਿਮਰਤ ਨੂੰ ਵੀ ਉਦੋਂ ਨਹੀਂ ਸਮਝ ਸਕੇ, ਉਹ ਵੀ ਨਹੀਂ ਸਮਝ ਸਕੇ। BJP ਨੇ ਵਿਸ਼ਵਾਸ ਵਿੱਚ ਲਿਆ ਸੀ, ਦੇਖੋ ਜੀ, BJP ਨੇ ਵਿਸ਼ਵਾਸ ਵਿੱਚ ਲਿਆ ਸੀ ਵੀ ਅਸੀਂ ਕਿਸਾਨਾਂ ਨੂੰ ਇਹ ਸਹੀ ਹੱਕ 'ਚ, ਪਰ ਜਦੋਂ ਬਾਅਦ 'ਚ ਕਿਸਾਨ ਯੂਨੀਅਨ ਦੇ ਨਾਲ ਮੀਟਿੰਗ ਕੀਤੀ, ਉਹਨਾਂ ਨੇ BJP ਨੂੰ ਬੀਬਾ ਜੀ ਤੋਂ ਜਾਂ ਸੁਖਬੀਰ ਬਾਦਲ ਜੀ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ, ਇਹਨੂੰ ਜਾਰੀ ਕਰਨ ਵਾਸਤੇ ਚੱਲ ਪਏ, ਉਹਨਾਂ ਨੇ ਅਸਤੀਫਾ ਦੇ ਦਿੱਤਾ।
ਬਾਕੀ ਬੀਜੇਪੀ ਕੋਲੇ ਨੰਬਰਾਂ ਦੀ ਖੇਡ ਸੀ, ਇਹ ਮਨਜ਼ੂਰ ਹੋ ਹੀ ਜਾਣਾ ਸੀ। ਇਹਨਾਂ ਪਾਰਟੀਆਂ ਦਾ ਥੋਪਿਆ ਗਿਆ। ਇਹਦਾ ਜਵਾਬ ਹੀ ਸੰਧਵਾ ਸਾਹਿਬ ਤੋਂ ਲੈਣੇ ਆ। ਸੰਧਵਾ ਸਾਹਿਬ, ਕਿਸੇ ਐਮਪੀ ਨੇ ਵਿਰੋਧ ਨਹੀਂ ਕੀਤਾ ਜੀ, ਇਹ ਥੋਪਿਆ ਗਿਆ। ਅਕਾਲੀ ਦਲ ਦਾ ਕਹਿੰਦੇ ਇੱਕ ਬੰਦਾ ਸੀਗਾ ਜੀ, ਬੀਬਾ ਜੀ ਸੀ। ਉਹਨਾਂ ਨੇ ਸਾਈਨ ਕਰਤੇ, ਮਤਲਬ ਕਿ ਮੈਂਬਰ ਆਫ ਪਾਰਲੀਮੈਂਟ, ਉਹ ਕਿੰਨੇ ਵਾਰੀ ਮੈਂਬਰ ਆਫ ਪਾਰਲੀਮੈਂਟ ਬਣ ਗਏ ਆ, ਮੁੱਖ ਮੰਤਰੀ ਉਹ ਪੰਜਾਬ ਦੇ ਵਿੱਚ, ਕਿੰਨੀ ਵੱਡੀ ਉਹਨਾਂ ਦੀ ਰਾਜਨੀਤੀ, ਕਿੱਡਾ ਵੱਡਾ ਉਹਨਾਂ ਦਾ ਪਰਿਵਾਰ ਆ, ਔਰ ਉਹਨਾਂ ਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਾ ਵੀ ਇਹ ਕਿਸਾਨਾਂ ਦੇ ਹੱਕ ਵਿੱਚ ਆ ਕਾਨੂੰਨ, ਕਿ ਕਿਸਾਨਾਂ ਦੇ ਅੰਗੇਜ਼ ਨੂੰ ਜਾ ਰਿਹਾ। ਬਸ ਕਿਸੇ ਨੇ ਕਹਿਤਾ ਤੇ ਆਪਾਂ ਸਾਈਨ ਕਰਕੇ ਆ ਗਏ, ਇਹਦਾ ਮਤਲਬ ਬੀਬਾ ਜੀ ਨੇ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਸੁਨੀਲ ਜੀ। ਸਾਡੇ ਪਾਰਲੀਮੈਂਟ ਦੇ ਵਿੱਚ ਸਾਡੇ ਪ੍ਰਧਾਨ ਜੀ ਤੇ ਬੀਬਾ ਜੀ ਦੋ ਬੰਦੇ ਆ, ਦੋ ਬੰਦਿਆਂ ਨੂੰ ਤਾਂ ਪਤਾ ਨਹੀਂ, ਤੇ ਜਿਹੜੇ ਤੁਹਾਡੇ ਕਿੰਨੇ ਆ 122 ਕਿੰਨੇ ਆ ਅਕਾਲੀ ਦਲ ਦੇ, ਬੀਜੇਪੀ ਦੇ, ਕਾਂਗਰਸ ਦੇ, ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਆਰਡੀਨੈਂਸ ਜੇ ਵਿਰੋਧ ਕੀਤਾ। ਦੱਸੋ ਕਿਸੇ ਬੰਦੇ ਨੇ ਕੋਈ ਵਿਰੋਧ ਨਹੀਂ ਕੀਤਾ ਜੀ, ਤੁਸੀਂ ਤਾਂ ਬਾਦਲ ਸਾਹਿਬ ਬੋਲ ਰਹੇ ਆ ਕੱਲਾ। ਸਿੱਖਾਲਾ ਸਾਹਿਬ, ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਣਾ ਵੀ ਤੁਸੀਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣੀ ਸੀ, ਤੁਸੀਂ ਮਨਪ੍ਰੀਤ ਨੂੰ ਭੇਜ ਕੇ ਉਹ ਚ ਸਹਿਮਤੀ ਕਿਉਂ ਦੇ ਕਹਿੰਦੀ, ਇਸ ਗੱਲ ਤੇ ਜਵਾਬ ਦਿਓ। ਕਿਸੇ ਕਿਸਮ ਦੀ ਕੋਈ ਸਹਿਮਤੀ ਨਹੀਂ ਦਿੱਤੀ, ਸਿਰਫ ਇਹ ਹੁੰਦੀ ਹੈ ਜਿਵੇਂ ਹੁਣ ਆਪਾਂ ਇੱਥੇ ਬੈਠੇ ਆਂ, ਆਪਾਂ ਡਿਸਕਸ ਕਰਦੇ ਆਂ, ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਮੇਰੀ ਸਹਿਮਤੀ ਥੋੜੀ ਹੋਗੀ, ਕਿਸੇ ਕਿਸਮ ਦੀ ਕੋਈ ਸਹਿਮਤੀ ਨਹੀਂ। ਕੋਈ ਗੱਲ ਆਲ ਪਾਰਟੀ ਮੀਟਿੰਗ ਬੁਲਾਈ ਆ, ਪੰਜਾਬ ਦੀ ਆਲ ਪਾਰਟੀ ਮੀਟਿੰਗ, ਸੁਨੀਲ ਬਾਦਲ ਕਹਿ ਕੇ ਆਇਆ ਆਲ ਪਾਰਟੀ ਮੀਟਿੰਗ ਜਿਹੜੀ ਇਹਨਾਂ ਨੇ 6 ਹਾਈ ਪਾਵਰ ਕਮੇਟੀ ਬਣਾਈ ਸੀ 6 ਮੁੱਖ ਮੰਤਰੀਆਂ ਦੀ, ਉਹਦੇ ਇੱਕ ਮਿੰਟ ਉਹਦੇ ਵਿੱਚ ਮਨਪ੍ਰੀਤ ਬਾਦਲ ਨੂੰ ਭੇਜਿਆ ਗਿਆ। ਇੱਕ ਮਿੰਟ ਜੀ ਲਾਲੀ ਜੀ, 2 ਮਿੰਟ, ਅਸੀਂ ਬੋਲੇ ਨਹੀਂ, ਅਸੀਂ ਬੋਲੇ ਨਹੀਂ। ਸੰਧਵਾ ਸਾਹਿਬ ਪੁੱਛਦਾ ਕੀ ਦੱਸਣਾ ਤੁਸੀਂ? ਸੁਨੀਲ ਜੀ, ਵੈਸੇ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਨਾਲ ਧਰੋ ਕਮਾ ਕੇ ਆਏ ਆ ਉੱਥੇ, ਇਹ ਗੱਲ ਔਨ ਰਿਕਾਰਡ ਹੈ। ਪਾਰਲੀਮੈਂਟ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੱਲ ਕਹੀ ਹੈ ਵੀ ਉਦੋਂ ਤਾਂ ਇਹ ਸਹਿਮਤੀ ਦੇ ਗਏ, ਉਹ ਇਹਨਾਂ ਨੇ ਧਰੋ ਕਮਾਇਆ, ਅੱਜ ਦਾ ਨਹੀਂਗਾ, ਬਹੁਤ ਦਿਨ ਤੱਕ। ਪਰ ਮੈਂ ਤਾਂ ਇਹ ਪੁੱਛਣਾ ਚਾਹਣਾ ਵੀ ਸਾਡੇ ਸਤਿਕਾਰਯੋਗ ਜਿਹੜੇ ਬੀਬਾ ਜੀ ਆ, ਉਹਨਾਂ ਨੂੰ ਕੱਲ ਰਾਜਦੀਪ ਨੇ ਪੁੱਛਿਆ, ਰਾਜਦੀਪ ਸਰਦਾਈ ਨੇ, ਵੀ ਤੁਸੀਂ ਇਸ ਕਾਨੂੰਨ ਦੇ ਖਿਲਾਫ ਕਿਉਂ? ਉਹ ਕਹਿੰਦੀ ਮੈਂ ਖਿਲਾਫ ਨਹੀਂ ਗੀ, ਕਿਸਾਨ ਖਿਲਾਫ ਹੈ। ਉਹਦਾ ਹੱਲੇ ਵੀ ਨਹੀਂ ਕਹਿੰਦੇ ਵੀ ਮੈਂ ਇਹਦੇ ਖਿਲਾਫ ਹਾਂ। ਇਹ ਬੀਬਾ ਜੀ ਨੇ ਔਨ ਰਿਕਾਰਡ ਗੋਲਡੀ ਜੀ ਇੱਕ ਗੱਲ ਦਾ ਜਵਾਬ ਦੇ ਦਿਓ। ਇਹਨਾਂ ਦਾ ਜਿਹੜੇ ਕਾਂਗਰਸ ਪਾਰਟੀ ਦੇ ਆਪਣੇ ਬਾਈ ਸਿੱਖਾਂ ਵਾਲਾ ਸਾਹਿਬ ਖੜੇ ਆ, ਇਹਨਾਂ ਨੂੰ ਤਾਂ ਪਤਾ ਨਹੀਂ ਵੀ ਸਾਡੇ ਕੈਪਟਨ ਸਾਹਿਬ ਉੱਥੇ ਸਹਿਮਤੀ ਦੇ ਕੇ ਆ। ਇਹਨਾਂ ਦੀ ਬੀ ਟੀਮ ਨੂੰ ਦੱਸੀ ਜਾ ਰਹੇ ਆ, ਬੀ ਟੀਮ ਦੱਸੀ ਜਾ ਰਹੀ ਇਹਨਾਂ ਦੀ ਵੀ ਇਹ ਸਹਿਮਤੀ ਦਿੱਤੀ ਸੀ, ਚਲੋ ਗਲਤੀ ਮੰਨਦੇ ਆ। ਦੱਸੋ ਇਹਦੇ ਚ ਕੀ ਆ? ਰਲੇ ਨਹੀਂ ਤਾਂ ਹੋਰ ਕੈਪਟਨ ਸਾਹਿਬ ਕਹਿ ਰਹੇ ਆ ਜੇ ਦਿੱਲੀ ਧਰਨਾ ਲੱਗਦਾ ਤਾਂ ਅਸੀਂ ਸਹਿਮਤੀ ਮਤਲਬ ਨਾਲ ਚੱਲਾਂਗੇ, ਪੰਜਾਬ ਦੇ ਵਿੱਚ ਨਹੀਂ। ਪੰਜਾਬ ਦੇ ਵਿੱਚ ਆਪਣੀ ਪਾਰਟੀ ਲੈਵਲ ਤੇ ਪਿੰਡ ਧਰਨੇ ਦੇਣ ਵਾਸਤੇ ਤਿਆਰ ਹੈ ਕਿ ਉਦੋਂ ਕਰੋਨਾ ਨਹੀਂ ਹੁੰਦਾ। ਮਤਲਬ ਰਾਜਨੀਤੀ ਕਰ ਰਹੇ ਆ ਇਹ ਲੋਕ, ਕਿਸਾਨਾਂ ਵਾਸਤੇ ਕੋਈ ਨਹੀਂ। ਕਾਂਗਰਸ ਆਮ ਪਾਰਟੀ ਰਾਜਨੀਤੀ ਤੇ ਕਿਸਾਨਾਂ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ। ਇਹਨਾਂ ਦਾ ਹੱਕ ਬਣਦਾ ਸੀ ਸਾਰੀ ਪਾਰਟੀਆਂ ਰਲ ਕੇ ਵਿਰੋਧ ਕਰਦੀਆਂ, ਪਰ ਇਹਨਾਂ ਨੇ ਉਲਟਾ ਬਾਦਲ ਸਰਕਾਰ ਨੂੰ ਘੇਰਾ ਜਾਣ ਕੇ। ਕਦੇ ਵੀ ਗਏ, ਕੱਲ ਧਰਨਾ ਲਾਉਣ ਗਏ ਆ ਬਾਦਲ ਸਰਕਾਰ ਦੇ ਪਿੰਡ ਗਏ ਆ, ਇਹ ਕੈਪਟਨ ਕਿਉਂ ਨਹੀਂ ਗਏ? ਪਟਿਆਲੇ ਕਿਉਂ ਨਹੀਂ ਗਏ? ਪਾਰਟੀਆਂ ਨੇ ਵਿਰੋਧ ਕੀਤਾ ਆਪਣੀ ਜਿਹੜੀ ਉਹ ਬਾਦਲ ਦਾ ਸੰਧਵਾ ਸਾਹਿਬ ਤੁਹਾਡੇ ਕੋਲ ਆਣਾ ਇੱਕ ਮੇਰਾ ਸਵਾਲ ਹੈ, ਤੁਹਾਡੇ ਕੋਲ ਆਣਾ ਸੰਧਵਾ ਸਾਹਿਬ, ਤੁਸੀਂ ਇਹ ਦੱਸੋ ਜੇ ਤੁਸੀਂ ਰਾਜਨੀਤੀ ਦੀ ਗੱਲ ਕਰਦੇ, ਤੁਸੀਂ ਰਾਜਨੀਤੀ ਨਹੀਂ ਹੈਗੀ, ਪਰ ਰਾਜਨੀਤੀ ਨੂੰ ਵੇਖ ਕੇ ਤਾਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ 2022 ਨੂੰ ਵੇਖਦੇ ਆ। ਉਹਨਾਂ ਨੇ ਅਸਤੀਫਾ ਦਿੱਤਾ, ਇਹਨੂੰ ਰਾਜਨੀਤੀ ਦੇ ਨਾਲ ਜੋੜਨਾ ਇਹ ਤੁਹਾਡੀ ਮਰਜ਼ੀ ਹੈ, ਪਰ ਉਹਨਾਂ ਨੇ ਕਿਸਾਨੀ ਪੱਖ ਦੇ ਵਿੱਚ ਅਸਤੀਫਾ ਦਿੱਤਾ, ਨਹੀਂ ਏਡੀ ਵੱਡੀ ਗੱਲ ਸੀ। ਜੇ ਰਾਜਨੀਤੀ ਵਾਸਤੇ ਫਿਰ ਕੈਪਟਨ ਸਰਕਾਰ ਅਸਤੀਫਾ ਦੇ ਦੇਵੇ, ਭਗਵੰਤ ਮਾਨ ਅਸਤੀਫਾ ਦੇ ਦੇਵੇ, ਠੀਕ ਹੈ ਜੀ। ਇਹ ਵਿਰੋਧ ਕਿਸ ਤਰ੍ਹਾਂ ਦਰਜ ਕਰਾਇਆ ਜਾ ਸਕਦਾ? ਅਸਤੀਫੇ ਨਾਲ ਹੀ ਕਰਾਇਆ ਜਾ ਸਕਦਾ ਸੀ, ਹੋਰ ਕੁਝ ਨਹੀਂ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਨੇ ਬਿਆਨ ਦਿੱਤਾ ਕਿੰਨੇ ਹਜ਼ਾਰ ਕੱਟਿਆ ਕਿਸਾਨਾਂ ਲਈ, ਪੰਜਾਬ ਲਈ, ਪੰਜਾਬ ਦੇ ਗਰੀਬਾਂ ਲਈ। ਅੱਜ ਉਹੀ ਕਦਮ ਨਕਸ਼ੇ ਕਦਮ ਚੱਲਦੇ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਨੇ, ਸ਼੍ਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਹੁਤ ਵੱਡੀ ਕੁਰਬਾਨੀ ਕੀਤੀ ਆ, ਜਿਹਨੇ ਕੇਂਦਰੀ ਮੰਤਰੀ ਦਾ ਅਹੁਦਾ ਤਿਆਗਦਾ ਅੱਜ ਸਿਰਫ ਪੰਜਾਬ ਦੇ ਕਿਸਾਨਾਂ ਲਈ। ਸੰਧਵਾ ਸਾਹਿਬ ਨਾਲ ਗੱਲ ਕਰਦੇ ਹਾਂ। ਹੁਣ ਆਪਾਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਵੀ ਬੀਬਾ ਜੀ ਨੇ ਅਸਤੀਫਾ ਦੇਤਾ, ਭਗਵੰਤ ਮਾਨ ਜੀ ਕਦੋਂ ਅਸਤੀਫਾ ਦੇਣਗੇ? ਇਹ ਐਮਐਲਏ ਸਾਹਿਬ ਦੱਸ ਦਿਓ ਤੁਸੀਂ। ਇੱਕ ਗੱਲ ਹੋਰ ਹੈ, ਜਿੰਨਾ ਚਿਰ ਇੱਕ ਮਿੰਟ ਸੁਨੀਲ ਜੀ ਇੱਕ ਮਿੰਟ ਹੀ, ਜਿੰਨਾ ਚਿਰ ਤਾਂ ਬੀਬਾ ਜੀ ਨੇ ਅਸਤੀਫਾ ਨਹੀਂ ਦਿੱਤਾ ਉਹਨਾਂ ਚਿਰ ਤਾਂ ਕੇਜਰੀਵਾਲ ਸਾਹਿਬ ਬੋਲੇ ਨਹੀਂ। ਜਦੋਂ ਕੇਜਰੀਵਾਲ ਬੀਬਾ ਜੀ ਨੇ ਅਸਤੀਫਾ ਦਿੱਤਾ ਉਦੋਂ ਕੇਜਰੀਵਾਲ ਸਾਹਿਬ ਨੂੰ ਕਿਸਾਨ ਯਾਦ ਆ ਗਏ ਉੱਥੇ ਦਿੱਲੀ ਬੈਠੇ ਪਹਿਲਾਂ ਜਮਾਂ ਨਹੀਂ ਬੋਲੇ। ਹਾਂ ਪਹਿਲਾਂ ਨਾ ਬੋਲੇ ਇਸ ਗੱਲ ਤੇ, ਪਹਿਲਾਂ ਬੋਲਦੇ ਬਿਆਨ ਦਿੱਤਾ ਕਿਸਾਨਾਂ ਦੇ ਹੱਕ 'ਚ। ਇਦੋਂ ਪਹਿਲਾਂ ਕਿੱਥੇ ਗਏ? ਪਹਿਲਾਂ ਕਿੱਥੇ ਸੀਗੇ? ਸਿਆਸੀ ਰੋਟੀ ਸੰਧਵਾ ਸਾਹਿਬ ਸਵਾਲ ਸੰਧਵਾ ਸਾਹਿਬ ਦਾ ਪਲੀਜ਼ ਸੰਧਵਾ ਸਾਹਿਬ, ਤੁਸੀਂ ਦੇਖੋ 2022 ਦੇ ਇਲੈਕਸ਼ਨਾਂ ਨੂੰ ਲੈ ਕੇ ਸਾਡਾ ਸਵਾਲ ਇਹ ਸੀਗਾ ਵੀ ਉਹਨਾਂ ਨੇ
ਤਾਂ ਕਰਕੇ ਜਿਹੜਾ ਹੈਗਾ ਅਸਤੀਫਾ ਦਿੱਤਾ ਹਰਸਿਮਰਤ ਬਾਦਲ ਨੇ 2022 ਨੂੰ ਲੈ ਕੇ ਜਿਹੜਾ ਹੈਗਾ ਬਾਈ ਬੋਈ ਨੂੰ ਲੈ ਕੇ ਨਹੀਂ, ਉਹ ਤਾਂ ਹੁਣ ਹੀ ਖਤਰਾ ਹੋ ਗਿਆ ਸੀ ਕਿ ਪਿੰਡਾਂ 'ਚ ਵੜ ਨਹੀਂ ਦੇਣਾ ਸੀ ਜੱਟਾਂ ਨੇ। ਅੱਛਾ ਜੀ, ਪੇਸ਼ ਕਰਕੇ ਦਿੱਤਾ ਉਹਨਾਂ ਨੇ। ਉਹ ਕੋਈ ਚੱਕਰ ਨਹੀਂ ਕਿਹਨੂੰ ਵੜ ਨਹੀਂ ਦੇਣਾ, ਉਹ ਕੋਈ ਚੱਕਰ ਨਹੀਂ ਹੈ। ਉਹ ਨਹੀਂ ਉਹ ਕੋਈ ਚੱਕਰ ਨਹੀਂ, ਪਰ ਗੱਲ ਇਹ ਆ, ਗੱਲ ਇਹ ਬਿਲਕੁਲ ਧਮਕੀ ਹੈ ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਨਹੀਂ ਵੜ ਦੇਣਾ ਸੀ ਉਹਨੂੰ। ਅਸੀਂ ਉਹਨੂੰ ਬਿਲਕੁਲ ਹੱਕ 'ਚ ਅਸੀਂ ਹੱਕ 'ਚ ਅਸੀਂ ਹੱਕ 'ਚ ਅਸੀਂ ਬਿਲਕੁਲ ਹੱਕ 'ਚ। ਔਰ ਭਗਵੰਤ ਮਾਨ ਸਾਹਿਬ ਅਸਤੀਫਾ ਦੇਣ, ਇਹ ਹਰਸਿਮਰਤ ਦੇ ਅਸਤੀਫੇ ਦਾ ਡਰਾਮਾ ਦੱਸਦੇ ਆ। ਭਗਵੰਤ ਮਾਨ ਤੋਂ ਅਸਤੀਫਾ ਦੋਣ ਖਾ, ਇਹਨਾਂ ਦੇ ਕਿੰਨੇ ਐਮਐਲਏ ਆ? ਸਾਡੇ ਲੀਡਰਾਂ ਨੇ ਤਾਂ ਅਸਤੀਫਾ ਦੇਤਾ। ਤੁਸੀਂ ਆਪਦੀ ਗੱਲ ਕਰੋ, ਹੁਣ ਪਿੰਡਾਂ ਕਿਹਨੂੰ ਕਿਹਨੇ ਵੜਨਾ, ਕੌਣ ਵੜਨ ਦੂਗਾ, ਨਹੀਂ ਵੜਨਾ। ਸਾਡੇ ਲੀਡਰ ਨੇ ਕੁਰਬਾਨੀ ਦਿੱਤੀ ਆ, ਅਸੀਂ ਮੰਨਦੇ ਆ। ਇਹਨਾਂ ਦਾ ਸਵਾਲ ਉਹੀ ਹੈ ਕਿ ਭਗਵੰਤ ਮਾਨ ਅਸਤੀਫਾ ਕਦੋਂ ਦੇਣਗੇ, ਹਰਸਿਮਰਤ ਕੌਰ ਨੇ ਕਦੋਂ ਦੇਣਗੇ? ਜੇ ਉਹਨੇ ਬਿੱਲ ਲੈ ਕੇ ਆਇਆ ਹੁੰਦਾ ਭਗਵੰਤ ਮਾਨ ਫੂਡ ਮਿਨਿਸਟਰ ਹੁੰਦਾ, ਉਹਦੀ ਹਾਜ਼ਰੀ 'ਚ ਬਿੱਲ ਪੇਸ਼ ਹੋ ਜਾਂਦਾ ਤਾਂ ਭਗਵੰਤ ਮਾਨ ਨੂੰ ਐਮਪੀ ਤੋਂ ਵੀ ਅਸਤੀਫਾ ਦੇਣਾ ਚਾਹੀਦਾ ਸੀਗਾ। ਬਿਲਕੁਲ ਠੀਕ ਹੈ ਜੀ। ਉਹ ਕੈਬਨਿਟ 'ਚ ਨਹੀਂ ਬਹਿੰਦੇ ਜੀ। ਤੁਸੀਂ ਜੇ ਅਨਪੜ੍ਹ, ਮੇਰਾ ਕਸੂਰ ਨਹੀਂ ਵੀ ਰਿਹਾ ਇਹ 'ਚ, ਇਹਦੇ 'ਚ ਮੇਰਾ ਨਹੀਂ ਕਸੂਰ ਹੈ। ਕੈਬਨਿਟ 'ਚ ਭਗਵੰਤ ਮਾਨ ਨਹੀਂ ਬਹਿੰਦੇ, ਕੈਬਨਿਟ 'ਚ ਬੀਬਾ ਜੀ ਬੈਠੇ ਸੀ, ਉਹ ਸਾਈਨ ਕਰਕੇ ਆਇਆ ਸੀ ਜਦੋਂ ਆਰਡੀਨੈਂਸ ਆਇਆ ਸੀ। ਠੀਕ ਹੈ ਜੀ, ਉਹਨਾਂ ਦਾ ਹੱਕ ਬਣਦਾ ਸੀ ਮਿਨਿਸਟਰੀ ਤੋਂ ਵੀ ਅਸਤੀਫਾ ਦੇਣਾ, ਉਸੇ ਦਿਨ ਹੀ ਹੱਕ ਦਾ ਬਣਦਾ ਸੀ ਐਮਪੀ ਤੋਂ ਵੀ ਅਸਤੀਫਾ ਦੇਣਾ, ਸਾਂਸਦ ਤੋਂ ਵੀ। ਠੀਕ ਹੈ, ਉਹਨਾਂ ਦੀ ਮਰਜ਼ੀ ਆ। ਤੁਹਾਡਾ ਐਮਪੀ ਅਸਤੀਫਾ, ਉਹ ਕਿਉਂ ਅਸਤੀਫਾ ਦੇਣ? ਕੱਲੇ ਬਾਦਲ ਸਾਹਿਬ ਅਸਤੀਫਾ ਦੇਣ, ਬਾਦਲ ਸਾਹਿਬ ਦਾ ਪਰਿਵਾਰ ਹੀ ਅਸਤੀਫਾ ਤੇ ਵਿਧਾਨ ਸਭਾ ਦੇ ਵਿੱਚ ਵਿਰੋਧ ਕੌਣ ਕਰੂਗਾ ਫਿਰ? ਜੇ ਆਪਾਂ ਅਸਤੀਫਾ ਹੀ ਦੇ ਕੇ ਘਰੇ ਆ ਕੇ ਫਿਰ ਵਿਰੋਧ ਕੌਣ ਕਰੂਗਾ ਉਹਦਾ? ਸੋ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੀ ਡਿਊਟੀ ਲਾਈ ਆ, ਇਹਨਾਂ ਦੇ ਹੱਕਾਂ ਖਾਤਰ ਆਵਾਜ਼ ਉਠਾਉਣਾ ਤੇ ਉੱਥੇ ਆਵਾਜ਼ ਉਠਾਊਗਾ, ਲੱਗਿਆ ਰਹੂਗਾ, ਡਟਿਆ ਰਹੂਗਾ, ਕਾਇਮ ਰਹੂਗਾ। ਰਤਨ ਜੀ, ਤੁਸੀਂ ਕਿਵੇਂ ਦੇਖਦੇ ਹੋ ਉਹਨੂੰ? ਨਹੀਂ ਪਤਾ ਤੁਹਾਡਾ ਐਮਪੀ ਉੱਥੇ ਪੀ ਕੇ ਬਾਹਰ ਹੋ ਕੇ VOTING ਨਹੀਂ ਇੱਕ ਮਿੰਟ ਮਾਫ ਕਰਨਾ, ਯਾਨੀ ਕਿ ਪਰਸਨਲ ਆਪਾਂ ਨਾ ਥੋੜੀ ਮਰਿਆਦਾ 'ਚ ਰਹੀਏ, ਇੱਕ ਮਿੰਟ ਸੁਣੋ, ਮੈਂ ਜਿਹੜੀ ਬੇਨਤੀ ਕਰਨੀ ਇਸ ਗੱਲ ਦਾ ਕੋਈ ਫਾਇਦਾ ਇੱਕ ਮਿੰਟ ਇੱਕ ਮਿੰਟ ਭਾਈ ਸਾਹਿਬ ਅਨਪੜ੍ਹ ਗਿਆ ਤੁਸੀਂ, ਉਹਦਾ ਨਾ ਕਹੋ। ਉਹਦੇ 'ਚ ਮੇਰਾ ਕਸੂਰ ਨਹੀਂ ਹੈ ਨਾ, ਪਰ ਅਸੀਂ ਕਿਸਾਨੀ ਤੌਰ ਤੇ ਆਪਾਂ ਲੜਨਾ ਨਹੀਂ ਦੇਖੋ ਬਿਲਕੁਲ ਕੈਬਨਿਟ ਦੇ ਵਿੱਚ ਨਹੀਂ ਨਾ ਬਹਿੰਦਾ ਉਹ। ਉਹ ਕੈਬਨਿਟ ਦੇ ਵਿੱਚ ਨਹੀਂ ਬਹਿੰਦਾ, ਐਮਪੀ ਤੋਂ ਅਸਤੀਫਾ। ਦੇਖੋ ਜਿਹੜੀ ਮੈਂ ਗੱਲ ਆ ਰਹੀ ਹੈ ਨਾ, ਬੜੇ ਯਾਨੀ ਕਿ ਸ਼ੋਰ ਸ਼ਰਾਬੇ ਨਾਲ ਕਿ ਭਗਵੰਤ ਮਾਨ ਜੀ ਕਦੋਂ ਅਸਤੀਫਾ ਦੇਣਗੇ, ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਭਗਵੰਤ ਮਾਨ ਜੀ ਨੇ ਇਲੈਕਸ਼ਨ ਲੜਿਆ ਐਜ ਏ ਆਪੋਜੀਸ਼ਨ ਐਮਪੀ, ਉਹ ਆਪੋਜੀਸ਼ਨ 'ਚ ਖੜੇ ਸੀਗੇ ਐਮਪੀ ਵੇਲੇ ਵੀ, ਐਮਪੀ ਦੇ ਇਲੈਕਸ਼ਨ 'ਚ ਵੀ, ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਇਲੈਕਸ਼ਨ ਲੜਿਆ ਅਲਾਈਅੰਸ ਪਾਰਟਨਰ ਦੇ ਤੌਰ ਤੇ ਬਤੌਰ ਸਰਕਾਰ। ਮਾਨਯੋਗ ਸੁਖਬੀਰ ਜੀ ਮੈਂਬਰ ਪਾਰਲੀਮੈਂਟ ਤੇ ਮਾਨਯੋਗ ਬੀਬਾ ਜੀ ਮਿਨਿਸਟਰ। ਮੈਂ ਪਹਿਲਾਂ ਇਹ ਗੱਲ ਆਖੀ ਵੀ ਇਹ ਪ੍ਰੋਸੈਸ ਓਵਰਨਾਈਟ ਨਹੀਂ ਹੁੰਦੇ। ਜਦੋਂ ਅੰਦਰ ਹੋ ਰਹੇ ਸੀਗੇ ਮੈਡਮ ਨੂੰ ਉਦੋਂ ਇਸ ਚੀਜ਼ ਦੇ ਉੱਤੇ ਕਰਨਾ ਚਾਹੀਦਾ ਸੀ। ਮੈਂ ਮੈਡਮ ਦੀ ਮਾਨਸਿਕ ਤੇ ਦਸ਼ਾ ਬਿਲਕੁਲ ਸਮਝ ਸਕਦਾ। ਆਈ ਐਮ ਸਿੰਪਥਾਈਜ਼ ਵਿਦ ਦਿਸ। ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਹਮਦਰਦੀ ਰੱਖਦਾ ਬੀਬਾ ਜੀ ਨਾਲ। ਉਹਨਾਂ ਦੇ ਮਨ ਤੇ ਬੋਝ ਹੈ ਵੀ ਉਹ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਉੱਥੇ ਉਹ ਰੀਪ੍ਰਜੈਂਟੇਸ਼ਨ ਨਹੀਂ ਦੇ ਸਕੇ ਜਿਹੜੀ ਉਹ ਦੇਣੀ ਚਾਹੁੰਦੇ ਸੀ। ਔਰ ਉਹਨਾਂ ਨੇ ਬਕਾਇਦਾ ਪੇਪਰ 'ਚ ਇਹ ਗੱਲ ਆਖੀ ਵੀ ਮੈਂ ਜ਼ਿਮੀਂਦਾਰਾਂ ਤੋਂ ਮਾਫੀ ਮੰਗਦੀ ਹਾਂ, ਪੰਜਾਬ ਦੀ ਧੀ ਉਹਨਾਂ ਦਾ ਪੱਖ ਨਹੀਂ ਪੂਰ ਸਕੀ। ਇਹਨੂੰ ਰਾਜਨੀਤੀ ਨਾ ਕਰ। ਸਹੀ। ਭਗਵੰਤ ਮਾਨ ਜੀ ਅਗਰ ਐਮਪੀ ਤੋਂ ਰਿਜ਼ਾਈਨ ਦਿੰਦੀ ਹੈ ਤਾਂ ਮੈਂ ਮਾਫੀ ਚਾਹੁੰਦਾ, ਫਿਰ ਉਦੋਂ ਪਹਿਲਾਂ ਤਾਂ ਸੁਖਬੀਰ ਜੀ ਨੂੰ ਵੀ ਦੇਣਾ ਪਊਗਾ ਕਿਉਂਕਿ ਦੋਨੇ ਐਮਪੀ ਹੈ। ਭਗਵੰਤ ਮਾਨ ਜੀ ਦੀ ਲੋਕਾਂ ਨੇ ਪਹਿਲਾਂ ਨਾਲੋਂ ਵੱਧ ਵੋਟਾਂ ਤੇ ਜਿਤਾ ਕੇ ਇੱਕ ਇਹ ਡਿਊਟੀ ਲਾਈ ਹੈ ਵੀ ਤੁਸੀਂ ਪੰਜਾਬੀਆਂ ਦੀ, ਪੰਜਾਬ ਦੀ, ਕਿਸਾਨੀ ਦੀ, ਹਰ ਤਰ੍ਹਾਂ ਦੀ ਉੱਥੇ ਆਵਾਜ਼ ਚੱਕੀ। ਉੱਥੇ ਹੁਣ ਰੱਬ ਬਿਹਤਰ ਜਾਣਦਾ ਵੀ ਵਾਕਆਊਟ ਦੇ ਵਿੱਚ ਕੀ ਉਹਦੀ ਡੈਫੀਨੇਸ਼ਨ ਲਿੱਤੀ ਜਾ ਰਹੀ ਹੈ, ਬੋਲਣ ਦੀ ਕੀ ਡੈਫੀਨੇਸ਼ਨ ਲਿੱਤੀ ਜਾ ਰਹੀ ਹੈ। ਅੱਜ ਰਾਜ ਸਭਾ ਦੀ ਮੈਂ ਕਾਰਵਾਈ ਦੇਖ ਰਿਹਾ ਸੀ, ਪਿਛਲੇ ਦਿਨੇ ਬਿਮਾਰ ਹੋਣ ਕਰਕੇ ਮੈਂ ਲੋਕ ਸਭਾ ਦੀ ਨਹੀਂ ਦੇਖ ਪਾਇਆ। ਰਾਜ ਸਭਾ ਦੀ ਕਾਰਵਾਈ ਦੇ ਵਿੱਚ ਬਾਜਵਾ ਜੀ ਨੇ ਇੱਕ ਚੀਜ਼ ਫੈਕਟ ਨਾਲ ਦਿੱਤੀ। ਉਹਦੇ 'ਚ ਉਹਨਾਂ ਨੇ ਬਕਾਇਦਾ ਇਹ ਗੱਲ ਆਖੀ ਵੀ ਸਾਡੀ ਜਿਹੜੀ ਮੰਡੀਕਰਨ ਦਾ ਸਿਸਟਮ ਹੈ, ਇੱਕ ਮੰਡੀਕਰਨ ਦੇ ਥਰੂ ਚੱਲਦਾ ਪੇਂਡੂ ਵਿਕਾਸ ਦਾ, ਉਹਦੇ ਤੇ ਕੁਐਸਚਨ ਮਾਰਕ ਲੱਗ ਗਿਆ। ਕਿਆ ਅਕਾਲੀ ਦਲ ਨੇ ਜਾਂ ਮਾਨਯੋਗ ਮੇਰੇ ਸਾਡੇ ਫਰੀਦਕੋਟ ਹਲਕੇ ਦੇ ਵੀ ਰੀਪ੍ਰਜੈਂਟੇਟਿਵ, ਪੰਜਾਬ ਦੇ ਰੀਪ੍ਰਜੈਂਟੇਟਿਵ ਰਹੇ ਨੇ, ਮਾਨਯੋਗ ਸੁਖਬੀਰ ਜੀ ਨੇ ਉਹਨਾਂ ਚੀਜ਼ਾਂ ਨੂੰ ਕੋਡ ਕੀਤਾ ਵੀ ਇੱਕ ਮੰਡੀਕਰਨ ਬੋਰਡ ਦਾ ਪੂਰਾ ਸੈਕਟਰ ਖਤਰੇ 'ਚ ਪੈ ਚੁੱਕਿਆ। ਅਸਤੀਫਾ ਦੇਣਾ ਮੈਂ ਉਹਨੂੰ ਕੋਈ ਲੌਜਿਕ ਨਹੀਂ ਮੰਨਦਾ। ਮੈਂ ਤਾਂ ਇਹ ਵੀ ਕਹਿੰਦਾ, ਓਪਨ ਕਹਿੰਦਾ ਵੀ ਮੈਡਮ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ। ਮੈਡਮ ਪਾਰਲੀਮੈਂਟ ਦੇ ਵਿੱਚ, ਮੈਡਮ ਕੈਬਨਿਟ ਦੀ ਮੀਟਿੰਗ ਦੇ ਵਿੱਚ ਮੇਜ਼ ਭੰਨ ਕੇ ਵਿਰੋਧ ਕਰਦੀ ਹੈ ਇਸ ਗੱਲ ਦਾ। ਬਾਦਲ ਸਾਹਿਬ ਨੇ ਕੀਤਾ ਜੀ ਵੱਡੇ ਭਾਈ ਇੱਦਾਂ ਵਿਰੋਧ ਕਰਨਾ। ਉਹਨਾਂ ਨੇ ਸੁਜੈਸ਼ਨ ਦਿੱਤੇ ਹੈ, ਅਗਰ ਪ੍ਰਮਾਤਮਾ ਕਰੇ ਜਾਂ ਨਾ ਕਰੇ ਤਾਂ ਹੁਣ ਦੋਨਾਂ ਪਾਰਟੀਆਂ ਦੀ ਰਜਾਮੰਦੀ ਹੈ ਕੀ ਬਣਦਾ ਹੈ। ਅਗਰ ਅੱਜ ਗੱਠਜੋੜ ਟੁੱਟਦਾ ਹੈ ਤਾਂ ਮੈਂ ਫਿਰ ਕੱਲ੍ਹ ਨੂੰ ਦਿਖਾਊਂਗਾ ਤੁਹਾਨੂੰ ਅਕਾਲੀ ਦਲ ਦਾ ਵਿਰੋਧ ਕੀ ਹੁੰਦਾ। ਅੱਜ ਵਿਰੋਧ ਨਹੀਂ ਹੈਗਾ, ਉਹ ਅੱਜ ਡਿਬੇਟ ਹੈ, ਡਿਸਕਸ਼ਨ ਹੈ, ਸੁਜੈਸ਼ਨ ਹੈ
ਵੀ ਐਂ ਕਰ ਦਿਓ ਐਂ ਕਰ ਦਿਓ ਐਂ ਕਰ ਦਿਓ। ਸੋ ਗਰਾਲਾ ਲਈ ਕੀ ਕਹਿਣਾ ਚਾਹੁੰਦੇ ਤੁਸੀਂ, ਤੁਹਾਨੂੰ ਕੀ ਲੱਗਦਾ, ਤੁਸੀਂ ਸਾਰਾ ਕੁਝ ਸੁਣ ਲਿਆ? ਦੇਖੋ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਹੈਗੀ ਆ ਔਰ ਹੁਣ ਵੀ ਇਹ ਗੱਲ ਕਹਿਣਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਜਿਹੜਾ ਅਸਤੀਫਾ ਦੇਣ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਉਣ ਦੇ ਲਈ ਬਹੁਤ ਵੱਡੀ ਦੇਰ ਕੀਤੀ ਆ ਔਰ ਉਹਨਾਂ ਨੇ ਐਡਮਿਟ ਕੀਤਾ। ਜਿਹੜੀ ਰਹਿ ਗਈ ਭਗਵੰਤ ਮਾਨ ਜੀ ਦੀ ਗੱਲ ਰਹਿ ਗਈ ਹੈ, ਇਹ ਮਤਲਬ ਕਿ 3.5 ਸਾਲ ਤੋਂ ਵੱਖਰੇ ਤੌਰ ਤੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਆ ਰਹੇ, ਵਿਰੋਧੀ ਧਿਰ ਦੇ ਵਿੱਚ ਬਕਾਇਦਾ ਵੱਡੇ ਲੈਵਲ ਤੇ ਖੜੋਤੇ ਆ। ਲੋਕ ਜਿਹੜੇ ਕਿਸਾਨ ਆ ਉਹਨਾਂ ਨੂੰ ਤਾਂ ਮੂੰਹ ਬੰਨ੍ਹ ਕੇ ਤਾਂ ਉਹਨਾਂ ਨੂੰ 7-8 ਮਹੀਨੇ ਤੋਂ ਘਰੇ ਬਿਠਾਇਆ ਹੋਇਆ। ਲੋਕਾਂ ਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਸੰਸਦ ਦੇ ਵਿੱਚ, ਕੀ ਹੋ ਰਿਹਾ ਤੇ ਉੱਥੇ ਮੀਟਿੰਗਾਂ ਦੇ ਵਿੱਚ ਕੀ ਹੋ ਰਿਹਾ। ਪਰ ਜਿਹੜੀ ਲੀਡਰਸ਼ਿਪ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਚੁਣਦੇ ਹੈਗੇ, ਨੁਮਾਇੰਦੇ ਬਣਾਉਣੇ ਹੈਗੇ ਆ, ਉਹਨਾਂ ਨੂੰ ਘੱਟ ਤੋਂ ਘੱਟ ਜੇਕਰ ਅੱਜ ਵੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਕਿਸਾਨ ਹਮਾਇਤੀ ਹੈਗੇ ਆ, ਤਾਂ ਉਹਨਾਂ ਨੂੰ 6 ਮਹੀਨੇ ਜਿਹੜੇ ਸਾਲ ਤੋਂ ਇਹ ਲਗਾਤਾਰ ਪ੍ਰੋਸੈਸ ਚੱਲ ਰਹੀ ਉਹਦੇ ਵਿੱਚ ਲੋਕਾਂ ਨੂੰ ਕਨਵਿੰਸ ਕਰਾਉਣਾ ਚਾਹੀਦਾ ਹੈ। ਪਰ ਆਮ ਆਦਮੀ ਪਾਰਟੀ ਬਹੁਤ ਵੱਡੇ ਲੈਵਲ ਤੇ ਇਸ ਕੰਮ ਦੇ ਵਿੱਚ ਪਿਛੜੀ ਹੈ। ਮੈਂ ਉਹਨਾਂ ਲਈ ਵੀ ਗੱਲ ਕਹਿਣਾ ਚਾਹੁੰਦਾ, ਔਰ ਜਿਹੜੀ ਕਾਂਗਰਸ ਪਾਰਟੀ ਜਿਹੜੀ ਮੌਜੂਦਾ ਸਰਕਾਰ ਨੂੰ ਚਲਾ ਰਹੀ ਹੈਗੀ ਆ, ਇਹ ਤਾਂ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਫੇਲ ਹੋ ਚੁੱਕੀ ਹੈ। ਬਕਾਇਦਾ ਮੀਟਿੰਗਾਂ ਅਟੈਂਡ ਕਰਕੇ ਆ ਚੁੱਕੀ ਹੈ। ਦੋਨੋਂ ਜਾਣੇ ਆਪਸ ਵਿੱਚ ਮਿਲੇ ਹੋਏ ਆ ਔਰ ਆਮ ਆਦਮੀ ਪਾਰਟੀ ਦਾ ਵੀ ਇਹਦੇ ਵਿੱਚ ਭਾਈਵਾਲੀ ਹੋਣ ਤੇ ਵਿਰੋਧੀ ਧਿਰ ਹੋਣ ਦੇ ਨਾਤੇ ਪੂਰਾ ਹੱਥ ਹੈਗਾ। ਇਹ ਸਾਰੇ ਜਾਣੇ ਕਿਸਾਨ ਵਿਰੋਧੀ ਨੇ। ਜੇਕਰ ਅੱਜ ਵੀ ਆਮ ਆਦਮੀ ਪਾਰਟੀ, ਮੈਂ ਕਹਿੰਦਾ ਜੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਹੈਗੀ ਆ ਤਾਂ ਉਹ ਵੱਡੇ ਲੈਵਲ ਤੇ ਜਿੰਨੇ ਦਿਨ ਤੋਂ ਅੱਜ ਧਰਨਾ ਲੱਗਾ, ਇਹਨਾਂ ਨੇ ਮਤਲਬ ਪੰਜਾਬ ਦੇ ਕੈਪਟਨ ਅਮਰਿੰਦਰ ਸੀਐਮ ਸਾਹਿਬ ਦੇ ਵੀ ਉੱਥੇ ਲੋਕੇਸ਼ਨ ਤੇ ਧਰਨਾ ਲਗਾਇਆ ਔਰ ਬਾਦਲ ਸਾਹਿਬ ਦੇ ਉੱਥੇ ਲੋਕੇਸ਼ਨ ਤੇ ਧਰਨਾ ਲਾਇਆ। ਉੱਥੇ ਆਮ ਆਦਮੀ ਪਾਰਟੀ ਕਿੱਡਾ ਕੁ ਵੱਡਾ ਇਕੱਠ ਲੈ ਕੇ ਉਹਨਾਂ ਦੇ ਨਾਲ ਉੱਥੇ ਸਮਰਥਨ ਦੇ ਵਿੱਚ ਗਈ ਹੈਗੀ ਹੈ। ਇਹ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਹੈਗੀ ਆ ਔਰ ਜਿਹੜੀ ਕਿਤੇ ਇਹਨਾਂ ਨੂੰ ਵੀ ਇਹ ਜਾਣਾ ਮਤਲਬ ਕਿ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਊਗਾ। ਬਿਲਕੁਲ ਕੀ ਕਹਿੰਦੇ ਜੀ ਤੁਸੀਂ, ਕੀ ਤੁਸੀਂ ਨਹੀਂ ਗਏ ਧਰਨੇ ਦੇ ਉਸ ਤੇ? ਨਹੀਂ ਬਿਲਕੁਲ, ਅਸੀਂ ਹਰੇਕ ਧਰਨੇ ਦੇ ਵਿੱਚ ਜਾਂਦੇ ਹਾਂ ਔਰ ਅਸੀਂ ਲਗਾਤਾਰ ਸਾਰੀਆਂ ਕਿਸਾਨ ਯੂਨੀਅਨ ਦੇ ਟੱਚ ਦੇ ਵਿੱਚ ਹਾਂ। ਔਰ ਅੱਜ ਤੋਂ ਨਹੀਂ, ਮਈ 'ਚ ਜਦੋਂ ਦਾ ਇਹ ਆਰਡੀਨੈਂਸ ਇਹਨਾਂ ਨੇ ਭੇਜੇ ਉਦੋਂ ਦੇ ਬਾਦਲ ਪਿੰਡ ਅਸੀਂ ਜਾ ਕੇ ਆਏ ਹਾਂ। ਉੱਥੇ ਅਸੀਂ ਜਿਹੜਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅਸੀਂ ਕੀਤਾ ਆਰਡੀਨੈਂਸ ਦੇ ਵਿੱਚ। ਆਪਣੇ ਪਿੰਡਾਂ ਦੇ ਵਿੱਚ, ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣਾ ਮਾਰਚ ਵੀ ਕੀਤਾ ਆਪਣੇ ਕੋਟਕਪੂਰੇ ਦੇ ਹਲਕੇ ਦੇ ਵਿੱਚ। ਉੱਥੇ ਜਲੰਧਰ ਫਿਰ ਅਸੀਂ ਕਰਕੇ ਆਏ ਹਾਂ। ਮਤਲਬ ਹਰ ਜਗ੍ਹਾ ਅਸੀਂ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਔਰ ਇਹ ਤਾਂ ਹੁਣ ਸਮਾਂ ਦੱਸੇਗਾ ਜੀ ਵੀ ਆਪਣਾ ਤਾਂ ਕੰਮ ਸੇਵਾ ਕਰਨਾ ਹੁੰਦਾ। ਇਹ ਤਾਂ ਸੰਗਤ ਨੇ ਕਰਨਾ ਸਾਰਾ ਕੁਝ, ਜਿਹੜਾ ਦੇਖਣਾ ਵੀ ਉਹਨੂੰ ਪ੍ਰਵਾਨ ਕਰਨਾ ਨਹੀਂ ਕਰਨਾ। ਤੋ ਆਮ ਆਦਮੀ ਪਾਰਟੀ ਵੱਲੋਂ ਕੋਈ ਕਮੀ ਤਾਂ ਰਹਿਣ ਦਿੱਤੀ ਨਹੀਂ ਗਈ ਸੀ। ਵਿਧਾਨ ਸਭਾ ਦੇ ਵਿੱਚ ਵੀ, ਵਿਧਾਨ ਸਭਾ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਠੀਕ ਹੈ ਤੁਹਾਡੇ ਕੋਲ ਨਹੀਂ ਵਾਪਸ ਹੋਣੇ, ਉਹਨਾਂ ਕੋਲ MP ਜ਼ਿਆਦੇ ਆ, ਤੁਸੀਂ ਇੱਕ ਲਾਈਨ ਤਾਂ ਐਡ ਕਰਾ ਦਿਓ ਵੀ ਜਿਹੜਾ ਬੰਦਾ MSP ਤੋਂ ਘੱਟ ਖਰੀਦੂਗਾ ਉਹਨੂੰ, ਮਤਲਬ ਇਹ ਇੱਕ ਲੀਗਲ ਰਾਈਟ ਹੈ, ਉਹ ਇਲੀਗਲ ਹੋਊਗਾ, ਉਹਨੂੰ ਸਜ਼ਾ ਦਾ ਪ੍ਰਾਵਧਾਨ ਕਰਾ ਦਿਓ। ਗੱਲ ਖਤਮ, ਰੌਲਾ ਹੀ ਖਤਮ ਹੋ ਜਾਊਗਾ, ਰੌਲਾ ਹੀ ਖਤਮ। ਜਿੱਦਲ ਜੀ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇਵੇ ਆਮ ਆਦਮੀ ਪਾਰਟੀ ਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਜਿਹੜੀ ਵਿਰੋਧੀ ਧਿਰ ਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਨਾਲੋਂ ਵੀ ਸੀਟਾਂ ਘੱਟ ਆ, ਉਹਦਾ ਘਿਰਾਓ ਕਰਨਾ ਬਣਦਾ ਹੈਗਾ ਜਾਂ ਕਿ ਮੌਜੂਦਾ ਕੈਪਟਨ ਅਮਰਿੰਦਰ ਮੌਜੂਦਾ ਸਰਕਾਰ ਦਾ ਘਿਰਾਓ ਕਰਨਾ ਬਣਦਾ? ਇਹਨਾਂ ਦਾ ਜਿਹੜਾ ਹੱਕ ਬਣਦਾ ਉਹ ਮੌਜੂਦਾ ਸਰਕਾਰ ਨੂੰ ਘੇਰਨ ਦਾ ਬਣਦਾ ਔਰ ਸੈਂਟਰ ਗਵਰਨਮੈਂਟ ਨੂੰ ਘੇਰਨ ਦਾ ਬਣਦਾ। ਬਾਦਲ ਸਾਹਿਬ ਨੂੰ ਘੇਰਨ ਦਾ ਤਾਂ ਕੋਈ ਹੱਕ ਹੀ ਨਹੀਂ ਬਣਦਾ। ਉਹ ਤਾਂ ਆਮ ਆਦਮੀ ਪਾਰਟੀ ਤੋਂ ਘੱਟ ਸੀਟਾਂ ਦੇ ਵਿੱਚ ਹਰੀ ਹੋਈ ਹੈ, ਤੀਜੀ ਧਿਰ ਬਣ ਕੇ ਇੱਥੇ ਰਹੀ ਹੋਈ ਹੈ। ਵਿਦ ਸਬੂਤ ਕੱਲ ਇਹਨਾਂ ਦੇ ਪਾਰਟੀ ਦੇ ਮੈਂ ਫੇਸਬੁੱਕ ਫੋਟੋ ਪਈ ਆ, ਕੌਰ ਸਿੰਘ ਤੇ ਅਵਤਾਰ ਸਿੰਘ ਸੋਤਾ ਇਹਨਾਂ ਦੀ ਪਾਰਟੀ ਦੇ ਬਾਦਲ ਗਏ ਜੀ ਘਰਾਓ ਕਰਨ। MLA ਸਾਹਿਬ ਸ਼ਾਇਦ ਨਾਲ ਹੀ ਹੋਣੇ। ਕੀ ਬਾਦਲ ਸਾਹਿਬ ਨੇ ਆਰਡੀਨੈਂਸ ਲਾਗੂ ਕੀਤਾ? ਦੱਸਣ ਨਹੀਂ ਦੱਸ। ਸੋ ਆਮ ਜਿਹੜੇ ਪਬਲਿਕ ਦੇ ਕੁਝ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੀ ਤੁਹਾਡਾ ਕੀ ਸਵਾਲ ਹੈ ਜੀ? ਮੈਂ ਜੀ ਜਿੰਨੇ ਵੀ ਨੁਮਾਇੰਦੇ ਆਏ ਹੋਏ ਆ ਉਹਨਾਂ ਤੇ ਇਹ ਗੱਲ ਪੁੱਛਣਾ ਚਾਹੁੰਦਾ ਵੀ ਕਿਸਾਨ ਧਰਨਾ ਦੇਊਗਾ, ਇੱਕ ਤਾਂ ਉਹ ਧੁੱਪ 'ਚ ਖਰਾਬ ਹੋਊਗਾ, ਇੱਕ ਪਬਲਿਕ ਸਾਡੇ ਵਰਗੀ ਜਿਹੜੀ ਕਾਰਾਂ ਲੈ ਕੇ ਖੜੀ ਹੈ ਕਿਤੇ ਆਣ ਜਾਣ ਤੋਂ ਰੁਕੇ ਹੋਏ ਆ। ਬਸ ਅਸੀਂ ਇਹੀ ਦੋਨੋਂ ਜਣੇ ਇਸੇ ਕੰਮ ਤੇ ਰਵਾਂਗੇ, ਅਸੀਂ ਦੁਖੀ ਹੋਵਾਂਗੇ ਤੇ ਆਪਦੀ ਰਾਜਨੀਤੀ ਕਰਨਗੇ। ਇਹ ਕਿਸੇ ਨੇ ਵੀ ਅਲਟਰਨੇਟ ਨਹੀਂ ਦਿੱਤਾ ਵੀ ਕਿਆ ਕਰੇ ਕਿਸਾਨ, ਕੀ ਕਰੇ। ਉਹ ਸੜਕਾਂ ਤੇ ਨਾ ਉਹਦੇ ਖੇਤ 'ਚ ਹੋਵੇ ਤੇ ਉਹਦੀ ਜੇਬ 'ਚ ਪੈਸੇ ਹੋਣ, ਵਪਾਰੀ ਦੀ ਜੇਬ 'ਚ ਹੀ ਪੈਸੇ ਚਾਹੀਦੇ। ਕੀ ਕਰ ਕੀ ਰਹੇ? ਅਗਲਾ ਸਵਾਲ ਹੈ ਜੀ, ਕੀ ਕਰੇ ਹੁਣ ਕਿਸਾਨ, ਦੱਸੋ ਜੀ। ਦੇਖੋ ਜੀ, ਕਿਸਾਨ ਨੂੰ ਤਕੜਾ ਹੋਣਾ ਪੈਣਾ। ਇਹ ਦੇਸ਼ ਕਿਸਾਨਾਂ ਦਾ, ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਸਾਰੀ ਸਰਕਾਰਾਂ ਨੂੰ ਸਮਝਣੀ ਚਾਹੀਦੀ, ਸਾਰੀਆਂ ਪਾਰਟੀਆਂ ਨੂੰ ਸਮਝ ਲੈਣੀ ਚਾਹੀਦੀ ਹੈ। ਪਰ ਇਹ ਦੇਤਾ ਪੂੰਜੀਪਤੀਆਂ ਦੇ ਹੱਥ ਦੇ ਵਿੱਚ। ਕਿਸਾਨ ਤਕੜਾ ਹੋ ਜੇ, ਕਿਸਾਨ ਇੱਕ ਦਿਨ ਕਹਿ ਦੇਵੇ ਮੈਂ ਦੁੱਧ ਨਹੀਂ ਦੇਣਾ, ਜਾਓ, ਪਰ ਕਹਿੰਦਾ ਨਹੀਂ। ਇੱਕ ਦਿਨ ਕਹਿ ਦੇਵੇ ਮੈਂ ਤੁਹਾਨੂੰ ਸਬਜ਼ੀਆਂ ਨਹੀਂ ਦਿੰਦਾ, ਇਹਨਾਂ ਦੀ ਬਾਂ ਹੋ ਜੂ, ਇਹ ਗੋੜਰੀਆਂ ਹੋ ਜਾਣਗੀਆਂ। ਪਰ ਹੁੰਦਾ ਨਹੀਂ ਕਿ ਉਹੀ ਹਾਲ ਹੁੰਦਾ ਵੀ ਕਹਿੰਦੇ ਜੀ ਹਮਨੇ ਤੋਂ ਪ੍ਰਾਈਵੇਟਾਈਜੇਸ਼ਨ ਕਰਨ ਦੀ ਬਹੁਤ ਫਾਇਦਾ ਹੋਗਾ। ਆ ਹੋ ਗਿਆ ਫਾਇਦਾ, ਜਿਹੜਾ 30 ਰੁਪਏ ਲੀਟਰ ਸੀ ਤੇਲ ਅੱਜ ਕਿੱਥੇ ਜਾ ਵੜਿਆ। ਇਹ ਪ੍ਰਾਈਵੇਟਾਈਜੇਸ਼ਨ ਸਭ ਤੋਂ ਵੱਡੀ ਬਿਮਾਰੀ ਹੈ, ਸਭ ਤੋਂ ਵੱਡੀ ਬਿਮਾਰੀ। ਇਹਨੂੰ ਨਹੀਂ ਹੋਣਾ ਚਾਹੀਦਾ। ਕਿਸਾਨ ਤਕੜੇ ਹੋ ਜਾਣ, ਕਿਸਾਨਾਂ ਦਾ ਦੇਸ਼ ਆ, ਉਹ ਆਪਦੀ ਮਾਲਕੀ ਨੂੰ ਅਸਰਟ ਕਰਨ। ਤੇ ਮੋਦੀ ਸਾਹਿਬ ਨੂੰ ਮੈਂ ਕਹਿੰਦਾ ਵੀ ਠੀਕ ਹੈ, ਤੁਹਾਡਾ ਕਾਨੂੰਨ ਚੰਗਾ ਹੋ ਸਕਦਾ, ਤੁਸੀਂ ਸਿਰਫ ਇੱਕ ਲਾਈਨ ਪਾ ਦਿਓ ਯਾਰ, ਕੀ ਵਿਗੜਦਾ ਉਹਦੇ 'ਚ ਲਿਖ ਦਿਓ ਵੀ MSP ਤੋਂ ਜਿਹੜਾ ਘੱਟ ਖਰੀਦੂਗਾ ਉਹਨੂੰ ਸਜ਼ਾ ਹੋਊਗੀ, ਗੱਲ ਖਤਮ ਹੋ ਗਈ, ਸਾਰਾ ਕੁਝ ਠੀਕ ਹੋਇਆ। ਲਾਈਨ ਪਾ ਦਿਓ। ਹਾਂਜੀ, ਮੈਂ ਇੱਕ ਕਿਸਾਨ ਹੋਣ ਦੇ ਨਾਂ ਤੇ ਮੈਂ ਇਹਨਾਂ ਦੀ MLA ਸਾਹਿਬ ਜੀ ਦੇ ਗੱਲ ਦਾ ਜਵਾਬ ਦੇਣਾ। ਇਹ ਕਹਿੰਦੇ ਆ ਵੀ ਕਿਸਾਨ ਇੱਕ ਦਿਨ ਦੁੱਧ ਨਾ ਦੇਵੇ, ਇੱਕ ਦਿਨ ਸਬਜ਼ੀ ਨਾ ਦੇਵੇ। ਕਿਸਾਨ ਤਾਂ ਪਹਿਲਾਂ ਹੀ ਸੜਕਾਂ ਤੇ ਬੈਠਾ ਜੀ,
ਜੇ ਦੁੱਧ ਵੀ ਬੰਦ ਕਰ ਦੂ, ਸਬਜ਼ੀ ਵੀ ਬੰਦ ਕਰ ਦੂ, ਉਹ ਖਾਊ ਕਿੱਥੋਂ? ਉਹਦੇ ਕੋਲੇ ਤਾਂ ਪਹਿਲਾਂ ਹੀ ਕੁਝ ਹੈ ਨਹੀਂ ਜੀ, ਉਹ ਕਿੱਥੋਂ ਖਾਊਗਾ ਜੀ? ਤੇ ਜਿਹੜਾ ਖਾ ਕੇ ਜਿਹੜਾ ਕਰਦਾ ਹੈਗਾ ਉਹ ਕੀ ਕਰੂਗਾ? ਫਾਹੇ ਲੈ ਮਰ ਰਹੇ ਆ। ਇਹਦਾ ਕੋਈ ਢੁਕਮਾ ਹੱਲ ਇਹ ਸਾਥ ਦੇਣ, ਆਰਡੀਨੈਂਸ ਦੇ ਵਿਰੋਧ ਦੇ ਵਿੱਚ ਇਹ ਵੀ ਅਸਤੀਫੇ ਦੇਣ ਜਾਂ ਉੱਥੇ ਜਾ ਕੇ ਧਰਨੇ ਲਾ ਕੇ ਬੈਠਣ, ਇਹਦਾ ਕੋਈ ਹੱਲ ਲੱਭੇ ਤਾਂ ਕਿਸਾਨਾਂ ਕੋਈ ਸਿਖਾਲੇ ਹੋਣ ਮਾੜੇ ਮੋਟੇ। ਗੱਲ ਇਹ ਹੈ ਵੀ ਅਕਾਲੀ, ਇੱਕ ਮਿੰਟ, ਕੁੱਲ ਮਿਲਾ ਕੇ ਅਕਾਲੀ ਦਲ ਦੇ ਨਾਲ ਜਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੋ ਰਹਿ ਗਈਆਂ ਸਾਰੀਆਂ ਨਾਲ ਰਲ ਕੇ ਸਾਥ ਦੇਣ ਤੇ ਫਿਰ ਆਪਾਂ ਕਿਸਾਨਾਂ ਦੇ ਬਾਰੇ ਕੋਈ ਸੋਚ ਕੇ। ਸੋ ਆਰਡੀਨੈਂਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਥੇ ਸਾਡੇ ਕੋਲੇ ਮੌਜੂਦ ਰਹੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ, ਲੋਕ ਜਨਸ਼ਕਤੀ ਪਾਰਟੀ, ਬੀਜੇਪੀ, ਪਰ ਫਿਲਹਾਲ ਸਾਰਿਆਂ ਵੱਲੋਂ ਵੋਟ ਬੈਂਕਿੰਗ ਨੂੰ ਦੇਖਿਆ ਜਾਂਦਾ ਹੈ। ਕਿਸਾਨਾਂ ਦੀ ਜਿਹੜੀ ਸਥਿਤੀ ਹੈ ਉਹਨੂੰ ਕੋਈ ਨਹੀਂ ਦੇਖ ਰਿਹਾ, ਕਿਸਾਨਾਂ ਦਾ ਜਿਹੜਾ ਰੁਜ਼ਗਾਰ ਹੈ ਉਸ ਵੱਲੇ ਕੋਈ ਨਹੀਂ ਧਿਆਨ ਮਾਰ ਰਿਹਾ। ਸੋ ਦੇਖਣਾ ਹੋਵੇਗਾ ਕਿ ਕਿਸਾਨ ਜਿਹੜੇ ਹੈਗੇ ਆ ਇਨਸਾਫ ਲੈਣ ਲਈ, ਇਸ ਕਾਨੂੰਨ ਨੂੰ ਖਤਮ ਕਰਨ ਲਈ ਜੋ ਬਾਰ-ਬਾਰ ਪ੍ਰੋਟੈਸਟ ਕਰ ਰਹੇ ਆ, ਸੋ ਇਸ ਨੂੰ ਦੇਖਣਾ ਹੋਵੇਗਾ ਕਿ ਇਹ ਪ੍ਰੋਟੈਸਟ ਕਦੋਂ ਤੱਕ ਚੱਲਣਗੇ ਔਰ ਇਹ ਕਾਲਾ ਕਾਨੂੰਨ ਜੋ ਕਿਸਾਨਾਂ ਤੇ ਥੋਪਿਆ ਗਿਆ ਇਹ ਕਦੋਂ ਖਤਮ ਹੋਵੇਗਾ। ਮੈਂ ਸਲੀਮ ਜੰਦਲ, ਪ੍ਰਾਈਮ ਦੇ ਕੋਟਕਪੁਰਾ। ਸੋ ਕੁੱਲ ਮਿਲਾ ਕੇ ਜਿਹੜੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਣਾ ਪੱਲਾ ਝਾੜ ਰਹੀਆਂ ਔਰ ਇਹੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸੱਚੇ ਆ, ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ। ਕੋਈ ਪਾਰਟੀ ਇਹ ਨਹੀਂ ਕਹਿ ਰਹੀ ਅਸੀਂ ਕਿਸਾਨਾਂ ਦੇ ਹੱਕ 'ਚ ਨਹੀਂ, ਪਰ ਫਿਲਹਾਲ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ, ਪੁਤਲੇ ਫੂਕ, ਮੁਜ਼ਾਹਰੇ ਕੀਤੇ ਜਾ ਰਹੇ ਆ। ਸੋ ਦੇਖਣਾ ਹੋਵੇਗਾ ਕਿ ਇਹਨਾਂ ਦਾ ਜਿਹੜਾ ਹੈਗਾ ਕਦੋਂ ਤੱਕ ਇਹ ਪ੍ਰੋਸੈਸ ਕਿਸਾਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਕੋਈ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ। ਮੈਂ ਸੁਨੀਲ ਜੰਦਲ, ਪ੍ਰਾਈਮ ਦੇ ਕੋਟਕਪੁਰਾ।